ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਸਤਿਗੁਰਾਂ ਦੀ ਅਪਾਰ ਕਿਰਪਾ ਸਦਕਾ ਸੱਚੇ ਪਾਤਸ਼ਾਹ ਜੀ ਨੇ ਫਿਰ ਤੋਂ ਸਾਡੀ ਝੋਲੀ ਦੇ ਵਿੱਚ ਆਪਣੀ ਸਿਫਤ ਸਲਾਹ ਦੀ ਦਾਤ ਪਾ ਕੇ ਸਾਨੂੰ ਨਿਵਾਜਿਆ। ਹੁਣੇ ਅਸਾਂ ਨੇ ਧੰਨ ਸ਼੍ਰੀ ਗੁਰੂ ਨਾਨਕ ਦੇਵ ਮਹਾਰਾਜ ਜੀ ਦੀ ਆਸਾ ਰਾਗ ਦੇ ਵਿੱਚ ਇਲਾਹੀ ਬਾਣੀ ਸਰਵਣ ਕੀਤੀ ਹੈ। ਸੱਚੇ ਪਾਤਸ਼ਾਹ ਜੀ ਬਖਸ਼ਿਸ਼ ਕਰਦੇ ਹਨ। ਸੋਦਾਰ ਰਾਗ ਆਸਾ ਮਹੱਲਾ ਪਹਿਲਾ। ਅਕਸਰ ਜਦੋਂ ਅਸੀਂ ਇਹ ਸਾਰਾ ਸਿਰਲੇਖ ਪੜ੍ਹਦੇ ਹਾਂ, ਅਸੀਂ ਸਿੱਧਾ ਹੀ ਪੜ੍ਹ ਦਿੰਦੇ ਹਾਂ ਸੋਦਰ ਰਾਗ ਆਸਾ ਮਹੱਲਾ ਪਹਿਲਾ। ਜੋ ਰਾਗ ਸ਼ਬਦ ਹੈ ਇਹ ਜੁੜੇਗਾ ਆਸਾ ਮਹੱਲਾ ਪਹਿਲਾ ਇਹਦੇ ਨਾਲ। ਸੋਦਰ ਇੱਥੇ ਥੋੜ੍ਹਾ ਜਿਹਾ ਰੁਕਾਂਗੇ, ਫਿਰ ਪੜਾਂਗੇ ਰਾਗ ਆਸਾ ਮਹੱਲਾ ਪਹਿਲਾ। ਆਸਾ ਰਾਗ ਦੇ ਵਿੱਚ ਧੰਨ ਸ਼੍ਰੀ ਗੁਰੂ ਨਾਨਕ ਦੇਵ ਮਹਾਰਾਜ ਜੀ ਸੋਦਰ ਨਾਮਕ ਬਾਣੀ ਦੇ ਵਿੱਚ ਕਿਰਪਾ ਕਰਦੇ ਹਨ। ਇੱਕ ਓੰਕਾਰ ਸਤਿਗੁਰ ਪ੍ਰਸਾਦ। ਜੇਕਰ ਅਸੀਂ ਕੁਝ ਗਲਤ ਖਾਂਦੇ ਰਹੀਏ, ਮਿਲਾਵਟੀ ਖਾਂਦੇ ਰਹੀਏ, ਅਤੇ ਜਿਸ ਵੇਲੇ ਅਸੀਂ ਸ਼ੁੱਧ ਬਿਲਕੁਲ ਸਹੀ ਛਕਾਂਗੇ ਅਤੇ ਫਿਰ ਸਾਨੂੰ ਇੰਝ ਲੱਗਦਾ ਹੈ ਕਿ ਪਹਿਲੀ ਵਾਲੀ ਚੀਜ਼, ਮਿਲਾਵਟੀ ਚੀਜ਼ ਸਾਨੂੰ ਪਚ ਜਾਂਦੀ ਸੀ, ਉਹ ਸ਼ਾਇਦ ਅਸਲੀ ਹੈ। ਪਰ ਜੋ ਅਸਲੀ ਦੁੱਧ ਹੁੰਦਾ ਹੈ ਉਹਦੇ ਵਿੱਚ ਘਿਓ ਜ਼ਿਆਦਾ ਹੁੰਦਾ ਹੈ। ਇਸ ਕਰਕੇ ਜਦੋਂ ਅਸੀਂ ਇੰਝ ਪੜ੍ਹਾਂਗੇ ਨਾ ਇੱਕ ਓੰਕਾਰ, ਅਤੇ ਸਾਨੂੰ ਇੰਝ ਲੱਗੇਗਾ ਕਿ ਪਹਿਲਾਂ ਤਾਂ ਅਸੀਂ ਇੱਕ ਓਂਕਾਰ ਪੜ੍ਹਦੇ ਸੀ, ਇੱਕ ਓਂਕਾਰ, ਅਤੇ ਇਹ ਕਹਿੰਦੇ ਨੇ ਇੱਕ ਓੰਕਾਰ। ਇਹ ਥੋੜ੍ਹਾ ਜਿਹਾ ਔਕਵਰਡ ਲੱਗਦਾ ਹੈ, ਪਰ ਗੁਰਬਾਣੀ ਦੀ ਸੰਥਿਆ ਜਿਸ ਵੇਲੇ ਅਸੀਂ ਲੈਂਦੇ ਹਾਂ ਫਿਰ ਸਾਨੂੰ ਪਤਾ ਲੱਗਦਾ ਹੈ ਕਿ ਅਸੀਂ ਸਾਰੀ ਜ਼ਿੰਦਗੀ ਗਲਤ ਹੀ ਬਾਣੀ ਪੜ੍ਹਦੇ ਰਹੇ। ਇੱਕ ਓਂਕਾਰ ਨਹੀਂ, ਇਸ ਨੂੰ ਪੜ੍ਹਾਂਗੇ ਇੱਕ ਓੰਕਾਰ। ਅੱਗੇ ਕਿਰਪਾ ਕੀਤੀ ਸਤਿਗੁਰ ਪ੍ਰਸਾਦ। ਅਸੀਂ ਸਾਰੀ ਜ਼ਿੰਦਗੀ ਨੂੰ ਪ੍ਰਸਾਦ ਹੀ ਪੜ੍ਹਦੇ ਰਹੇ ਹਾਂ। ਪ੍ਰਸਾਦ, ਪੱਪਾ ਪੂਰਾ ਰਾਰਾ ਪੂਰਾ, ਪਰ ਮਹਾਰਾਜ ਜੀ ਨੇ ਦਇਆ ਕੀਤੀ, ਪੱਪੇ ਦੇ ਪੈਰ 'ਚ ਰਾਰਾ ਸ਼ਬਦ ਵਰਤਿਆ। ਇਸ ਨੂੰ ਪੜ੍ਹਾਂਗੇ ਪ੍ਰਸਾਦ। ਅਭਿਆਸ ਵਾਸਤੇ ਪ੍ਰਸਾਦ, ਪਰ ਜਦੋਂ ਇਕੱਠਾ ਪੜ੍ਹਾਂਗੇ ਆਪਾਂ ਇਹਦਾ ਉਚਾਰਨ ਕਰਾਂਗੇ ਇੱਕ ਓੰਕਾਰ ਸਤਿਗੁਰ ਪ੍ਰਸਾਦ। ਇੱਕ ਪਰਮੇਸ਼ਵਰ ਇੱਕ ਓੰਕਾਰ ਤੱਕ ਪਹੁੰਚਣਾ ਸਾਡੀ ਸਾਰਿਆਂ ਦੀ ਮੰਜ਼ਿਲ ਹੈ, ਸਾਰੀ ਮਨੁੱਖਤਾ ਦੀ ਮੰਜ਼ਿਲ ਹੈ। ਅਤੇ ਇੱਕ ਪਰਮੇਸ਼ਵਰ ਤੱਕ ਪਹੁੰਚਿਆ ਜਾਵੇਗਾ ਪੂਰਨ ਗੁਰੂ ਦੀ ਕਿਰਪਾ ਦੇ ਨਾਲ, ਪੂਰਨ ਸ਼ਕਤੀ ਦੀ ਕਿਰਪਾ ਦੇ ਨਾਲ। ਗੁਰੂ ਧਾਰਨਾ ਤੋਂ ਬਾਅਦ ਜੋ ਗੁਰੂ ਪ੍ਰਸਾਦ ਵਰਤਾਉਂਦਾ ਹੈ, ਪ੍ਰਸਾਦ ਦਾ ਅਰਥ ਹੁੰਦਾ ਕਿਰਪਾ। ਜੋ ਗੁਰੂ ਕਿਰਪਾ ਵਰਤਾਉਂਦਾ ਹੈ ਆਪਣੇ ਹੁਕਮਾਂ ਦੇ ਰਾਹੀਂ, ਆਪਣੇ ਨਿਤਨੇਮ ਰਾਹੀਂ, ਆਪਣੇ ਸਿਮਰਨ ਦੇ ਰਾਹੀਂ, ਫਿਰ ਆਤਮਾ ਪਰਮਾਤਮਾ ਦੇ ਇਲਾਹੀ ਮੰਡਲਾਂ ਦੀ ਪਾਂਧੀ ਬਣ ਕੇ ਰੱਬੀ ਮਾਰਗ 'ਤੇ ਤੁਰਦੀ ਹੈ ਅਤੇ ਪਰਤ ਕੇ ਸੱਚਖੰਡ ਦੇ ਵਿੱਚ ਪ੍ਰਵੇਸ਼ ਮਿਲਦਾ ਹੈ। ਆਓ ਸਰਵਣ ਕਰੀਏ। ਧੰਨ ਸ਼੍ਰੀ ਗੁਰੂ ਨਾਨਕ ਦੇਵ ਮਹਾਰਾਜ ਜੀ ਅੱਜ ਸਾਨੂੰ ਕੀ ਹੁਕਮ ਬਖਸ਼ਿਸ਼ ਕਰਦੇ ਪਏ ਹਨ। ਅਤੇ ਇਹ ਜਿਸ ਵੇਲੇ ਅਸੀਂ ਸਾਰੇ ਦੀ ਸਾਰੀ ਬਾਣੀ ਪੜ੍ਹਦੇ ਹਾਂ ਨਾ ਜੀ, ਸਾਰੇ ਹੁਕਮ ਨੂੰ ਸੁਣਦੇ ਹਾਂ, ਅਤੇ ਸਾਡਾ ਧਿਆਨ ਸਿੱਧਾ ਭਾਈ ਨੰਦ ਲਾਲ ਜੀ ਦੀ ਰਚਨਾ ਵੱਲ ਚਲਾ ਜਾਂਦਾ ਹੈ। ਅਸੀਂ ਪਰਤ ਕੇ ਵਾਚਾਂਗੇ। ਆਓ ਸੱਚੇ ਪਾਤਸ਼ਾਹ ਜੀ ਦੀ ਇਲਾਹੀ ਬਾਣੀ ਨੂੰ ਸਰਵਣ ਕਰੀਏ। ਸੋ ਦਰ ਤੇਰਾ ਕੇਹਾ, ਸੋ ਘਰ ਕੇਹਾ, ਜਿਤ ਬਹਿ ਸਰਬ ਸੰਭਾਲੇ। ਹੇ ਪਰਮੇਸ਼ਵਰ ਜੀਓ, ਆਪ ਜੀ ਦਾ ਉਹ ਘਰ ਕੈਸਾ ਹੈ, ਆਪ ਜੀ ਦਾ ਉਹ ਦਰ ਕੈਸਾ ਹੈ। ਤੇਰਾ ਘਰ ਤੇ ਤੇਰਾ ਉਹ ਦਰ ਕਿਤਨਾ ਸ਼ੋਭਨੀਕ ਹੈ, ਕਿਤਨੀ ਮਹਾਨ ਤਾਕਤ ਵਾਲਾ ਹੈ, ਕਿਤਨੀ ਮਹਾਨ ਬਰਕਤ ਵਾਲਾ ਹੈ। ਜਿਸ ਘਰ ਦੇ ਵਿੱਚ ਬੈਠ ਕੇ, ਜਿਸ ਦਰ ਦੇ ਉੱਤੇ ਸਾਰੀ ਸ੍ਰਿਸ਼ਟੀ ਦੀਆਂ ਤਾਕਤਾਂ ਖਲੋ ਕੇ ਤੇਰੀ ਸਿਫਤ ਸਲਾਹ ਕਰਦੀਆਂ ਹਨ,
ਉਹ ਦਰ ਧਨਤਾ ਯੋਗ ਹੈ, ਉਹ ਘਰ ਧਨਤਾ ਯੋਗ ਹੈ, ਜਿਸ ਘਰ ਵਿੱਚ ਬੈਠ ਕੇ ਤੁਸੀਂ ਸਾਰੀ ਸ੍ਰਿਸ਼ਟੀ ਦੇ ਕਰੋੜਾਂ ਖੰਡਾਂ ਬ੍ਰਹਿਮੰਡਾਂ ਦੀ ਸਾਂਭ ਸੰਭਾਲ ਕਰਦੇ ਹੋ, 84 ਲੱਖ ਜੂਨਾਂ ਦੀ ਸਾਂਭ ਸੰਭਾਲ ਕਰਦੇ ਹੋ। ਹੇ ਦਾਤਾ ਜੀ, ਆਪ ਜੀ ਦਾ ਦਰ ਧਨਤਾ ਯੋਗ ਹੈ, ਆਪ ਜੀ ਦਾ ਘਰ ਧਨਤਾ ਯੋਗ ਹੈ। ਵਾਜੇ ਤੇਰੇ ਨਾਦ ਅਨੇਕ ਅਸੰਖਾ, ਕੀਤੇ ਤੇਰੇ ਵਾਵਨ ਹਾਰੇ। ਹੇ ਦਾਤਾ ਜੀ, ਆਪ ਜੀ ਦੇ ਦਰ ਦੇ ਅੱਗੇ ਅਨੇਕਾਂ ਹੀ ਅਣਗਿਣਤ ਹੀ ਜੋ ਕਿ ਗਿਣਤੀ ਤੋਂ ਰਹਿਤ ਨੇ ਉਹ ਰਾਗ ਖੜੇ ਨੇ। ਬੇਅੰਤ ਹੀ ਐਸੇ ਹਨ ਜੋ ਉਹਨਾਂ ਰਾਗਾਂ ਨੂੰ ਗਾਉਣ ਵਾਲੇ ਹਨ, ਬੇਅੰਤ ਹੀ ਐਸੇ ਹਨ ਜੋ ਕਿ ਉਹਨਾਂ ਰਾਗਾਂ ਨੂੰ ਗਾਉਣ ਤੋਂ ਪਹਿਲਾਂ ਸਾਜ਼ ਵਜਾਉਂਦੇ ਹਨ, ਉਹਨਾਂ ਸਾਜ਼ਾਂ ਨੂੰ ਵਜਾਉਣ ਵਾਲੇ ਹਨ। ਕੀਤੇ ਤੇਰੇ ਰਾਗ ਪਰਿਸਿਓ ਕਹੀਐ, ਕੀਤੇ ਤੇਰੇ ਗਾਵਨ ਹਾਰੇ। ਇੱਥੇ ਰਾਗ ਅੱਗੇ ਸ਼ਬਦ ਹੈ ਪਰੀ। ਪਰੀ ਕਹਿੰਦੇ ਨੇ ਰਾਗਣੀਆਂ ਨੂੰ। ਸੱਚੇ ਪਾਤਸ਼ਾਹ ਜੀ ਕਹਿੰਦੇ ਨੇ ਹੁਣ ਕਿੰਨੇ ਕੁ ਰਾਗ ਤੇਰੀ ਸਿਫਤ ਸਲਾਹ ਕਰਦੇ ਨੇ, ਕੋਈ ਗਿਣਤੀ ਨਹੀਂ। ਕਿਤਨੀਆਂ ਕੁ ਰਾਗਣੀਆਂ ਉਹਨਾਂ ਰਾਗਾਂ ਦੀਆਂ ਪਤਨੀਆਂ ਤੇਰੀ ਸਿਫਤ ਸਲਾਹ ਕਰਦੀਆਂ ਪਈਆਂ ਹਨ, ਕੋਈ ਗਿਣਤੀ ਨਹੀਂ। ਤੇ ਕਿੰਨੇ ਤੇਰੀ ਸਿਫਤ ਸਲਾਹ ਪੂਰੇ ਰਾਗ ਦੇ ਵਿੱਚ ਆਪਣੀ ਸੁਰਤ ਨੂੰ ਇੱਕਮਿਕ ਕਰਕੇ ਗਾ ਰਹੇ ਹਨ, ਉਹਨਾਂ ਦੀ ਵੀ ਕੋਈ ਗਿਣਤੀ ਨਹੀਂ। ਇੱਥੇ ਕੇਤੇ ਦਾ ਅਰਥ ਇਹ ਹੈ ਕਿ ਕਿੰਨੇ ਸਾਰੇ, ਬਹੁਤ ਸਾਰੇ, ਗਿਣਤੀ ਤੋਂ ਪਰੇ। ਹੇ ਦਾਤਾ ਜੀ, ਆਪ ਜੀ ਦੇ ਅੱਗੇ ਰਾਗਾਂ ਦੇ ਵਿੱਚ ਗਾ ਗਾ ਕੇ ਆਪ ਜੀ ਦੀ ਸਿਫਤ ਸਲਾਹ ਕਰਦੇ ਪਏ ਹਨ, ਕਿਉਂਕਿ ਸਾਰਿਆਂ ਨੂੰ ਪਤਾ ਹੈ ਜੈਸੀ ਹਿਰਦੇ ਦੇ ਵਿੱਚ ਇੱਛਾ ਹੋਵੇਗੀ, ਜੈਸੀ ਅਰਦਾਸ ਹੋਵੇਗੀ, ਜੇਕਰ ਉਸ ਦਾਤ ਦੀ ਪੂਰਤੀ ਵਾਸਤੇ ਕੋਈ ਸ੍ਰਿਸ਼ਟੀ ਵਿੱਚ ਕੋਈ ਤਾਕਤ ਹੈ ਜੋ ਸਾਡੀ ਝੋਲੀ ਭਰ ਸਕਦੀ ਹੈ, ਤੇ ਉਹ ਸਿਰਫ ਪਰਮੇਸ਼ਵਰ ਦੀ ਸਿਫਤ ਸਲਾਹ ਹੀ ਹੈ ਜੋ ਕਿ ਸਾਡੀ ਝੋਲੀ ਭਰ ਸਕਦੀ ਹੈ। ਗਾਵਨ ਤੁਧਨੋ ਪਵਨ ਪਾਣੀ ਬਹਿ ਸੰਤਰ, ਗਾਵੇ ਰਾਜਾ ਧਰਮ ਦੁਆਰੇ। ਹੇ ਪ੍ਰਭੂ ਜੀ, ਸਾਰੀ ਸ੍ਰਿਸ਼ਟੀ ਹਵਾ ਦੀ ਪੂਜਾ ਕਰਦੀ ਹੈ, ਪਾਣੀ ਦੀ ਪੂਜਾ ਕਰਦੀ ਹੈ। ਕਿਸੇ ਨੇ ਕਹਿ ਦਿੱਤਾ ਜਲ ਦੇਵਤਾ, ਕਿਸੇ ਨੇ ਕਹਿ ਦਿੱਤਾ ਖਵਾਜਾ ਪੀਰ, ਕਿਸੇ ਨੇ ਕੋਈ ਸ਼ਬਦ ਦੇ ਨਾਲ ਸੰਬੋਧਨ ਕੀਤਾ, ਕਿਸੇ ਨੇ ਕੋਈ ਸ਼ਬਦ ਨਾਲ, ਪਰ ਇਹ ਤਾਂ ਪਰਮੇਸ਼ਵਰ ਨੇ ਸਾਜੇ ਹੋਏ ਨੇ। ਤੇ ਇਹ ਪਰਮੇਸ਼ਵਰ ਦੇ ਅੱਗੇ ਹੱਥ ਜੋੜ ਕੇ ਪਰਮੇਸ਼ਵਰ ਦੀ ਸਿਫਤ ਸਲਾਹ ਕਰਦੇ ਨੇ। ਹਵਾ ਵੀ ਸਿਫਤ ਸਲਾਹ ਕਰਦੀ ਪਈ ਹੈ, ਪਾਣੀ ਵੀ ਸਿਫਤ ਸਲਾਹ ਕਰਦਾ ਪਿਆ, ਜਲ ਵੀ ਸਿਫਤ ਸਲਾਹ ਕਰਦਾ ਪਿਆ, ਅਗਨੀ ਦੇਵਤਾ ਬੈਸੰਤਰ ਉਹ ਵੀ ਸਿਫਤ ਸਲਾਹ ਕਰਦਾ ਪਿਆ। ਗਾਵੈ ਰਾਜਾ ਧਰਮ ਦੁਆਰੇ। ਅਸੀਂ ਦੁਆਰੇ ਸ਼ਬਦ ਨੂੰ ਬਿਲਕੁਲ ਹੀ ਪੋਲਾਈਟਲੀ ਪੜਾਂਗੇ। ਜੋ ਧਰਮ ਰਾਜ ਹੈ ਇਹ ਵੀ ਪਰਮੇਸ਼ਵਰ ਦੀ ਸਿਫਤ ਸਲਾਹ ਕਰਦਾ ਪਿਆ, ਕਿਉਂਕਿ ਇਹਨਾਂ ਨੂੰ ਅਸਲ ਵਿੱਚ ਪਰਮੇਸ਼ਵਰ ਦੀ ਅਥਾਹ ਸ਼ਕਤੀ ਦਾ ਹਲਕਾ ਜਿਹਾ ਅੰਦਾਜ਼ਾ ਲੱਗ ਗਿਆ। ਪਰਮੇਸ਼ਵਰ ਤੇ ਪੂਰਨ ਪ੍ਰਤੀਤ ਹੋ ਗਈ ਕਿ ਭਗਤੀ ਤੋਂ ਸਰਵ ਸ੍ਰੇਸ਼ਟ ਕੋਈ ਵੀ ਸ੍ਰਿਸ਼ਟੀ ਦੇ ਵਿੱਚ ਜਾਂ ਫਿਰ ਕੁੱਲ ਕਾਇਨਾਤ ਦੇ ਵਿੱਚ ਤਾਕਤ ਨਹੀਂ ਹੈ ਜੋ ਕਿ ਸਾਡੇ ਉੱਤੇ ਮਿਹਰਾਮਤ ਕਰ ਸਕੇ। ਗਾਵਨ ਤੁਧਨੋ ਚਿਤ ਗੁਪਤ ਲਿਖ ਜਾਣਨ, ਲਿਖ ਲਿਖ ਧਰਮ ਵਿਚਾਰੇ। ਮਹਾਰਾਜ ਜੀ ਕਿਰਪਾ ਕਰਦੇ ਹਨ। ਗਾਵਨ ਤੁਧਨੋ, ਇੱਥੇ ਥੋੜਾ ਜਿਹਾ ਰੁਕ ਜਾਣਾ ਹੈ। ਈਸਰ, ਈਸਰ ਕਹਿੰਦੇ ਨੇ ਸ਼ਿਵ ਜੀ ਨੂੰ, ਬ੍ਰਹਮਾ। ਸੱਚੇ ਪਾਤਸ਼ਾਹ ਜੀ ਗਾਵਨ ਤੁਧਨੋ ਚਿੱਤ ਗੁਪਤ ਲਿਖ ਜਾਣਨ। ਮਹਾਰਾਜ ਜੀ ਕਹਿੰਦੇ ਹਨ ਕਿ ਜੋ ਸਾਡੇ ਅੰਦਰ ਪਰਮੇਸ਼ਵਰ ਜੀ ਨੇ ਇੱਕ ਗੁਪਤ ਚਿੱਤਰ ਪੈਦਾ ਕੀਤਾ ਹੈ, ਉਹ ਵੀ ਪਰਮੇਸ਼ਵਰ ਨੂੰ ਅਰਾਧਦਾ ਪਿਆ ਹੈ। ਤੇ ਜੋ ਧਰਮਰਾਜ ਦੀ ਕਚਹਿਰੀ ਦੇ ਵਿੱਚ ਜੋ ਚਿੱਤਰਗੁਪਤ ਨਾਮਕ 2 ਐਮਪਲੋਈ ਪਰਮੇਸ਼ਵਰ ਜੀ ਨੇ ਨਿਰਧਾਰਿਤ ਕੀਤੇ ਨੇ, ਉਹ ਵੀ ਪਰਮੇਸ਼ਵਰ ਜੀ ਦੀ ਸਿਫਤ ਸਲਾਹ ਕਰਦੇ ਪਏ ਹਨ। ਲਿਖ ਲਿਖ ਧਰਮ ਵਿਚਾਰੇ। ਇਸ ਨੂੰ ਲਿਖ ਲਿਖ ਨਹੀਂ ਕਹਿਣਾ, ਲਿਖ ਲਿਖ। ਲੱਲੇ ਨੂੰ ਸਿਹਾਰੀ ਤੇ ਅਦਕ ਦੀ ਝਲਕ ਪਏਗੀ। ਲਿਖ ਲਿਖ ਧਰਮ ਵਿਚਾਰੇ। ਜੋ ਧਰਮ ਰਾਜ ਹੈ ਉਹ ਵੀ ਪਰਮੇਸ਼ਵਰ ਦੀ ਸਿਫਤ ਸਲਾਹ ਕਰਦਾ ਪਿਆ ਹੈ, ਤੇ ਨਾਲ ਜੋ ਪਰਮੇਸ਼ਵਰ ਜੀ ਨੇ ਉਹਨਾਂ ਨੂੰ ਕਾਰਜ ਦਿੱਤੇ ਨੇ ਉਹ ਕਾਰਜ ਕਰਦੇ ਵੀ ਪਰਮੇਸ਼ਵਰ ਦਾ ਧੰਨਵਾਦ ਕਰਦੇ ਹਨ ਕਿ ਹੇ ਪ੍ਰਭੂ ਜੀ,
ਆਪ ਜੀ ਨੇ ਸਾਨੂੰ ਇਸ ਲਾਇਕ ਸਮਝਿਆ ਕਿ ਸਾਨੂੰ ਇਹ ਕੰਮ ਦਿੱਤਾ, ਸਾਨੂੰ ਇਹ ਕਾਰਜ ਦਿੱਤਾ, ਸਾਨੂੰ ਇਹ ਸੇਵਾ ਦਿੱਤੀ। ਆਪ ਜੀ ਦਾ ਕੋਟਾਨ ਕੋਟ ਧੰਨਵਾਦ। ਧਰਮਰਾਜ ਵੀ ਗਾਉਂਦਾ ਹੈ, ਚਿੱਤਰਗੁਪਤ ਵੀ ਪਰਮੇਸ਼ਵਰ ਨੂੰ ਗਾਉਂਦੇ ਹਨ, ਸਿਫਤ ਸਲਾਹ ਕਰਦੇ ਹਨ। ਗਾਵਨ ਤੁਧਨੋ ਈਸਰ ਬ੍ਰਹਮਾ ਦੇਵੀ, ਸੋਹਣ ਤੇਰੇ ਸਦਾ ਸਵਾਰੇ। ਈਸਰ ਕਹੀਏ ਜੀ ਸ਼ਿਵ ਜੀ ਭਗਵਾਨ ਨੂੰ, ਮਹਾਦੇਵ ਜੀ ਨੂੰ। ਹੇ ਪ੍ਰਭੂ, ਜੇਕਰ ਆਪ ਜੀ ਦੀ ਕੁੱਲ ਕਾਇਨਾਤ ਦੇ ਵਿੱਚ ਜਿਸ ਵੇਲੇ ਮੈਂ ਦੇਖਦਾ ਹਾਂ, ਧੰਨ ਸ਼੍ਰੀ ਗੁਰੂ ਨਾਨਕ ਦੇਵ ਮਹਾਰਾਜ ਜੀ ਬਚਨ ਕਰਦੇ ਨੇ ਕਿ ਸ਼ਿਵ ਜੀ ਭਗਵਾਨ ਨੂੰ ਸਾਰੀ ਸ੍ਰਿਸ਼ਟੀ ਗਾਉਂਦੀ ਹੈ, ਸਿਫਤ ਸਲਾਹ ਕਰਦੀ ਹੈ, ਪੂਜਾ ਕਰਦੀ ਹੈ, ਪਰ ਖੁਦ ਸ਼ਿਵ ਜੀ ਆਪ ਜੀ ਦੀ ਪੂਜਾ ਕਰਦਾ ਹੈ। ਬ੍ਰਹਮਾ ਨੂੰ ਸਾਰੀ ਸ੍ਰਿਸ਼ਟੀ ਕਹਿੰਦੀ ਹੈ ਕਿ ਇਹ ਤਿੰਨ ਦੇਵਤੇ ਨੇ। ਸਭ ਤੋਂ ਪਹਿਲੇ ਨੰਬਰ ਤੇ ਬ੍ਰਹਮਾ, ਦੂਜੇ ਨੰਬਰ ਤੇ ਵਿਸ਼ਨੂੰ, ਤੀਜੇ ਨੰਬਰ ਤੇ ਮਹੇਸ਼ ਸ਼ਿਵ ਜੀ। ਪਰ ਇਹ ਬ੍ਰਹਮਾ ਵੀ ਆਪ ਜੀ ਨੂੰ ਗਾਉਂਦਾ ਪਿਆ ਹੈ। ਅੱਗੇ ਸ਼ਬਦ ਵਰਤਿਆ ਦੇਵੀ। ਅਨੇਕਾਂ ਹੀ ਦੇਵੀਆਂ ਹਨ ਜੋ ਕਿ ਆਪ ਜੀ ਦੇ ਦਰ ਦੇ ਅੱਗੇ ਹੱਥ ਜੋੜ ਕੇ ਸਿਫਤ ਸਲਾਹ ਕਰਕੇ ਬਰਕਤਾਂ ਲੈ ਕੇ ਵੰਡਦੀਆਂ ਪਈਆਂ ਹਨ। ਸੋਹਣ ਤੇਰੇ ਸਦਾ ਸਵਾਰੇ। ਤੇ ਆਪ ਜੀ ਦੇ ਦਰ ਦੇ ਉੱਤੇ ਆਪ ਜੀ ਵੱਲੋਂ ਸਵਾਰੇ ਹੋਏ ਜਿੰਨੇ ਵੀ ਦ੍ਰਿਸ਼ਟ ਅੰਦ੍ਰਿਸ਼ਟ ਮਹਾਨ ਸ਼ਕਤੀਆਂ ਵਾਲੇ, ਮਹਾਨ ਤਾਕਤਾਂ ਵਾਲੇ ਆਪ ਜੀ ਨੇ ਪੈਦਾ ਕੀਤੇ, ਸਾਰੇ ਹੀ ਆਪ ਜੀ ਨੂੰ ਗਾਉਂਦੇ ਪਏ ਹਨ। ਗਾਵਨ ਤੁਧਨੋ ਇੰਦਰ ਇੰਦਰਾਸਨ ਬੈਠੇ, ਦੇਵਤਿਆਂ ਦਰ ਨਾਲੇ। ਇੱਥੇ ਆਪਾਂ ਉਚਾਰਨ ਕਰਾਂਗੇ ਇੰਦਰ, ਇੰਦਰਾਸਨ। ਜੇ ਅਸੀਂ ਇਸ ਨੂੰ ਇੰਦਰ ਤੇ ਇੰਦਰਾਸਨ ਕਹਾਂਗੇ ਫਿਰ ਆਰਾ ਪੂਰਾ ਪੈ ਜਾਏਗਾ ਨਾ। ਆਪਾਂ ਇਸ ਨੂੰ ਪੜਾਂਗੇ ਗਾਵਨ ਤੁਧਨੋ ਇੰਦਰ ਇੰਦਰਾਸਨ ਬੈਠੇ, ਦੇਵਤਿਆ ਦਰ ਨਾਲੇ। ਇੱਕ ਇੰਦਰ ਨਹੀਂ, ਮਹਾਰਾਜ ਜੀ ਕਹਿੰਦੇ ਨੇ ਗਿਣਤੀ ਕੋਈ ਨਹੀਂ, ਅਨੇਕਾਂ ਹੀ ਇੰਦਰ ਦੇਵਤੇ ਆਪਣੇ ਤਖਤ ਉਤੇ ਬੈਠ ਕੇ ਦੇਵਤਿਆਂ ਦੇ ਸਣੇ, ਦੇਵੀਆਂ ਦੇ ਸਮੇਤ ਹੇ ਪ੍ਰਭੂ ਜੀ ਆਪ ਜੀ ਨੂੰ ਗਾ ਰਹੇ ਹਨ। ਤੇ ਉਹਨਾਂ ਦੀ ਸਿਫਤ ਸਲਾਹ ਸਿਰਫ ਆਪ ਜੀ ਵਿੱਚ ਸੁਰਤ ਨੂੰ ਟਿਕਾ ਕੇ ਕੀਤੀ ਜਾ ਰਹੀ ਹੈ। ਗਾਵਨ ਤੁਧਨੋ ਸਿੱਧ ਸਮਾਧੀ ਅੰਦਰ, ਗਾਵਨ ਤੁਧਨੋ ਸਾਧ ਵਿਚਾਰੇ। ਅਨੇਕਾਂ ਹੀ ਸਿੱਧ ਸਮਾਧੀ ਦੇ ਵਿੱਚ ਆਪਣੀ ਸੁਰਤ ਨੂੰ ਜੋੜ ਕੇ ਨਿਰਫੁਰ ਅਵਸਥਾ ਦੇ ਵਿੱਚ ਲੀਨ ਹੋ ਕੇ ਆਪ ਜੀ ਦੀ ਸਿਫਤ ਸਲਾਹ ਕਰਦੇ ਪਏ ਹਨ। ਸਮਾਧੀ ਦਾ ਲੱਗਣਾ ਹੀ ਆਪ ਜੀ ਦੀ ਸਿਫਤ ਸਲਾਹ ਕਰਨਾ ਹੈ। ਆਪ ਜੀ ਦਾ ਰਸਨਾ ਤੋਂ ਨਾਮ ਜਪਣਾ ਵੀ ਆਪ ਜੀ ਦੀ ਸਿਫਤ ਸਲਾਹ ਕਰਨਾ ਹੈ। ਆਪ ਜੀ ਨੂੰ ਦੁੱਖ ਵਿੱਚ ਆਰਾਧਨਾ ਤੇ ਸੁੱਖ ਦੇ ਵਿੱਚ ਆਰਾਧਨਾ, ਇਹ ਵੱਖੋ ਵੱਖਰੇ ਢੰਗ ਹਨ ਪਰਮੇਸ਼ਵਰ ਜੀ ਨੂੰ ਗਾਉਣ ਦੇ। ਜਿਸ ਤਰ੍ਹਾਂ ਅਸੀਂ ਇਹ ਕਹੀਏ ਕਿ ਸਾਰੀ ਸ੍ਰਿਸ਼ਟੀ ਵਿੱਚ ਇੱਕ ਹੀ ਸਾਬਣ ਹੈ ਜੋ ਕਿ ਕੱਪੜਿਆਂ ਦੀ ਮੈਲ ਧੋ ਸਕਦਾ ਹੈ, ਨਹੀਂ, ਅਨੇਕਾਂ ਹੀ ਸਾਬਣ ਹਨ। ਜੇਕਰ ਅਸੀਂ ਕਹੀਏ ਕਿ ਇੱਕ ਹੀ ਸਰਫ ਹੈ ਜੋ ਕਿ ਪਰਮੇਸ਼ਵਰ ਦੇ ਦਰ ਘਰ ਦੇ ਵਿੱਚੋਂ ਨਿਵਾਜਿਆ ਹੋਇਆ ਹੈ, ਇੱਕੋ ਸਰਫ ਦੇ ਨਾਲ ਕੱਪੜੇ ਧੋਤੇ ਜਾ ਸਕਦੇ ਹਨ? ਨਹੀਂ, ਅਨੇਕਾਂ ਹੀ ਤਰ੍ਹਾਂ ਦੇ ਸਰਫ ਹਨ, ਅਨੇਕਾਂ ਹੀ ਤਰ੍ਹਾਂ ਦੇ ਸਾਬਣ ਹਨ ਜਿਨ੍ਹਾਂ ਦੇ ਨਾਲ ਵੱਖ-ਵੱਖ ਤਰ੍ਹਾਂ ਦੇ ਦਾਗ ਧੱਬੇ ਧੋਤੇ ਜਾਂਦੇ ਹਨ। ਇਸੇ ਤਰ੍ਹਾਂ ਅਨੇਕਾਂ ਹੀ ਤਰ੍ਹਾਂ ਦੀ ਸਿਫਤ ਸਲਾਹ ਹੈ। ਹਰੇਕ ਮਨੁੱਖ ਆਪੋ ਆਪਣੇ ਢੰਗ ਨਾਲ ਸਿਫਤ ਸਲਾਹ ਕਰਦਾ ਪਿਆ। ਤੇ ਮਹਾਰਾਜ ਜੀ ਕਹਿੰਦੇ ਨੇ ਕੋਈ ਸਮਾਧੀ ਲਾ ਕੇ ਬੈਠਾ ਹੈ ਸਿੱਧ ਜੋਗੀ, ਉਹ ਵੀ ਆਪ ਜੀ ਨੂੰ ਗਾ ਰਿਹਾ ਹੈ। ਤੇ ਕੋਈ ਆਪ ਜੀ ਨੂੰ ਸਮਾਧੀ ਲਾਉਣ ਤੋਂ ਬਾਅਦ ਜਿਸ ਵੇਲੇ ਸਮਾਧੀ ਤੋਂ ਬਾਹਰ ਨਿਕਲਦੇ ਨੇ ਤੇ ਇਲਾਹੀ ਰੰਗ ਵਿੱਚ ਹੁੰਦੇ ਨੇ, ਇਲਾਹੀ ਰੰਗ ਦੇ ਵਿੱਚ ਸਾਰੇ ਸਿੱਧ ਬੈਠ ਕੇ ਪਰਮੇਸ਼ਵਰ ਦੇ ਗੁਣਾਂ ਦਾ ਵਿਖਿਆਨ ਕਰਦੇ ਹਨ, ਕਥਾ ਕਰਦੇ ਹਨ। ਇਹ ਵੀ ਇੱਕ ਢੰਗ ਹੈ ਪਰਮੇਸ਼ਵਰ ਨੂੰ ਗਾਉਣ ਦਾ। ਤੇ ਇਸ ਢੰਗ ਨਾਲ ਕਥਾ ਕਰਕੇ ਪਰਮੇਸ਼ਵਰ ਦੀ ਸਿਫਤ ਸਲਾਹ ਕਰਦੇ ਹਨ। ਗਾਵਨ ਤੁਧਨੋ ਜਤੀ ਸਤੀ ਸੰਤੋਖੀ, ਗਾਵਨ ਤੁਧਨੋ ਵੀਰ ਕਰਾਰੇ। ਆਪਾਂ ਪੜਾਂਗੇ ਗਾਵਨ ਤੁਧਨੋ ਜਤੀ ਸਤੀ, ਇਸ ਨੂੰ ਪੋਲਾ ਪੜਾਂਗੇ। ਮਹਾਰਾਜ ਜੀ ਕਹਿੰਦੇ ਨੇ ਕਿ ਜਤੀ, ਅਨੇਕਾਂ ਹੀ ਐਸੇ ਨੇ ਜਿਨ੍ਹਾਂ ਨੇ ਆਪਣੀਆਂ ਇੰਦਰੀਆਂ ਨੂੰ ਕਾਬੂ ਵਿੱਚ ਕੀਤਾ ਹੈ। ਕਾਬੂ ਵਿੱਚ ਕੀਤਾ ਹੈ ਤੇ ਕਾਬੂ ਵਿੱਚ ਕਰਨ ਦੀ ਤਾਕਤ ਕਿੱਥੋਂ ਆਈ, ਸਮਰੱਥਾ ਕਿੱਥੋਂ ਆਈ? ਪਰਮੇਸ਼ਵਰ ਦੀ ਅਦੁੱਤੀ ਸ਼ਕਤੀ ਵਿੱਚੋਂ। ਅਨੇਕਾਂ ਹੀ ਜਤੀ ਨੇ ਤੇ ਅਨੇਕਾਂ ਹੀ ਸਤੀ ਨੇ। ਸਤੀ ਕਹਿੰਦੇ ਨੇ ਦਾਨੀ, ਸਤੀ ਕਹਿੰਦੇ ਨੇ ਜੋ ਆਪਣਾ ਵਿਗਾੜ ਕੇ ਦੂਜੇ ਦਾ ਸਵਾਰਦੇ। ਸਤੀ ਕਹਿੰਦੇ ਨੇ ਉਹਨਾਂ ਨੂੰ ਜਿਨ੍ਹਾਂ ਨੂੰ ਇਹ ਦਿਸਦਾ ਹੋਵੇ ਕਿ ਮੇਰੇ ਘਰ ਦੇ ਵਿੱਚ ਵੀ ਪ੍ਰਸ਼ਾਦਾ ਆਉਣਾ ਹੈ
ਪਰ ਮੇਰੇ ਘਰ ਦੇ ਵਿੱਚ ਤੇ ਕੁਝ ਨਾ ਕੁਝ ਸ਼ਗਨ ਨੂੰ ਹੈ, ਪਰ ਦੂਜਿਆਂ ਦੇ ਘਰ ਵਿੱਚ ਕੁਝ ਵੀ ਸ਼ਗਨ ਨੂੰ ਨਹੀਂ। ਸੋ ਜਿਹੜੇ ਸਤੀ ਬੰਦੇ ਨੇ ਉਹ ਆਪ ਭੁੱਖੇ ਰਹਿ ਲੈਂਦੇ ਨੇ, ਦੂਜਿਆਂ ਨੂੰ ਛਕਾ ਦਿੰਦੇ ਨੇ। ਆਪਣਾ ਸਵਾਰਥ ਜਿਸ ਵੇਲੇ ਖਤਮ ਹੋ ਜਾਂਦਾ ਹੈ, ਉਸ ਵੇਲੇ ਸਤੀ ਬਿਰਤੀ ਪੈਦਾ ਹੁੰਦੀ ਹੈ। ਤੇ ਸਿੱਖ ਕੌਮ ਦੇ ਵਿੱਚ ਆਪ ਜੀ ਨੂੰ ਪਤਾ ਹੈ ਜੀ, ਕੈਸੇ ਕੈਸੇ ਸਤੀ ਹੋਏ ਨੇ। ਜਿਸ ਵੇਲੇ ਟ੍ਰੇਨ ਭਰ ਕੇ ਆਈ, ਆਪ ਜੀ ਨੂੰ ਪਤਾ ਹੋਏਗਾ, ਸਾਕਾ ਪੰਜਾ ਸਾਹਿਬ। ਹੁਣ ਕੀ ਲੋੜ ਪਈ ਜੀ, ਦੂਜੇ ਭੁੱਖੇ ਨੇ, ਟ੍ਰੇਨਾਂ ਦੇ ਵਿੱਚ ਭੁੱਖੇ ਫੱਟੜ ਬੰਦੇ ਪਏ ਨੇ, ਗੋਰੇ ਲੈ ਕੇ ਜਾ ਰਹੇ ਨੇ। ਤੇ ਹੁਣ ਸਿੱਖਾਂ ਦੇ ਮਨ ਦੇ ਵਿੱਚ ਆਇਆ ਕਿ ਜੇਕਰ ਇੱਥੇ ਗੁਰੂ ਘਰ ਹੈ, ਇੱਥੇ ਸਿੱਖਾਂ ਦਾ ਵਾਸਾ ਹੋਵੇ, ਤੇ ਕੋਈ ਭੁੱਖਾ ਹੀ ਚਲਾ ਜਾਏ ਤੇ ਪਤਾ ਨਹੀਂ ਕਿੰਨੇ ਸਮੇਂ ਦੇ ਭੁੱਖੇ ਹੋਣੇ ਨੇ। ਤੇ ਗੁਰੂ ਨਾਨਕ ਦੇਵ ਮਹਾਰਾਜ ਜੀ ਨੇ ਲੰਗਰ ਦੀ ਬਖਸ਼ਿਸ਼ ਵਰਤਾਈ ਹੈ। ਤੇ ਦੇਖੋ, ਪਟਰੀ ਦੇ ਉੱਤੇ ਗੁਰੂ ਕੇ ਸਿੱਖ ਲੰਮੇ ਪੈ ਗਏ। ਪਤਾ ਵੀ ਹੈ ਕਿ ਜਦੋਂ ਅਸੀਂ ਟ੍ਰੇਨ ਦੇ ਥੱਲੇ ਆਵਾਂਗੇ ਅਸੀਂ ਬਚਣਾ ਨਹੀਂ, ਪਰ ਫਿਰ ਵੀ ਗੁਰੂ ਕੇ ਸਿੱਖਾਂ ਨੇ ਆਪਣੀ ਜਾਨ ਦੀ ਪਰਵਾਹ ਨਾ ਕਰਦੇ ਹੋਏ ਉਸ ਪਟਰੀ ਦੇ ਅੱਗੇ ਲੰਮੇ ਪੈ ਗਏ। ਜਿਸ ਵੇਲੇ ਲੰਮੇ ਪੈ ਗਏ, ਆਪ ਜੀ ਨੂੰ ਪਤਾ ਹੈ ਜੀ, ਗੁਰਮੁਖ ਪਿਆਰੇ ਚੜ੍ਹਾਈ ਵੀ ਕਰ ਗਏ ਪੰਜਾ ਸਾਹਿਬ ਦੇ ਸਾਕੇ ਦੇ ਵਿੱਚ। ਤੇ ਜਿਸ ਵੇਲੇ ਟ੍ਰੇਨ ਰੁਕ ਗਈ ਜੀ, ਫਿਰ ਲੰਗਰ ਚਲਾਇਆ ਗਿਆ। ਤੇ ਜਿਹੜੇ ਗੋਰੇ ਸੀ ਹੈਰਾਨ ਸੀ ਕਿ ਆਪਣੀ ਜਾਨ ਨੂੰ ਦਾਅ ਤੇ ਲਾ ਕੇ ਆਪਣਾ ਆਪ ਕੁਰਬਾਨ ਕਰਕੇ ਇਹ ਸਿਰਫ ਲੰਗਰ ਛਕਾਉਣ ਵਾਸਤੇ ਇੱਥੇ ਖੜੇ ਹੋਏ ਸੀ। ਪਰ ਕੌਣ ਦੱਸੇ, ਇਹ ਤਾਂ ਗੁਰੂ ਮਹਾਰਾਜ ਜੀ ਨੇ ਬਖਸ਼ਿਸ਼ ਵਰਤਾਈ। ਸੋ ਸਿੱਖ ਜਦੋਂ ਦੇਖਦਾ ਹੈ ਕਿ ਕਿਸੇ ਦੇ ਧਰਮ ਦੇ ਉੱਤੇ ਖਤਰਾ ਹੈ, ਉਦੋਂ ਵੀ ਸਿੱਖ ਐਸਾ ਸਤੀ ਹੈ, ਆਪਣਾ ਆਪ ਕੁਰਬਾਨ ਕਰ ਦਿੰਦਾ ਹੈ। ਜਿਸ ਵੇਲੇ ਸਿੱਖ ਦੇਖਦਾ ਕਿ ਦੂਸਰੇ ਭੁੱਖੇ ਆ ਰਹੇ ਨੇ ਤੇ ਟ੍ਰੇਨ ਰੁਕਣੀ ਕੋਈ ਨਹੀਂ, ਆਪਣੀ ਜਾਨ ਦੇ ਕੇ ਤੇ ਰੋਕੀ ਜਾ ਸਕਦੀ ਹੈ, ਤੇ ਫਿਰ ਗੁਰੂ ਕਾ ਸਿੱਖ ਕਹਿੰਦਾ, ਜੇ ਮੇਰੀ ਜਾਨ ਜਾਂਦੀ ਹੈ ਜਾਵੇ, ਪਰ ਇਸ ਰਸਤਿਓਂ ਕੋਈ ਵੀ ਲੰਘ ਕੇ ਜਾਵੇ ਤੇ ਭੁੱਖਾ ਲੰਘ ਜਾਏ, ਤੇ ਫਿਰ ਅਸੀਂ ਗੁਰੂ ਨਾਨਕ ਦੇ ਸਿੱਖ ਕਾਹਦੇ ਹੋਏ। ਸੋ ਆਪਣੀ ਜਾਨ ਨੂੰ ਦਾਅ ਤੇ ਲਾ ਕੇ ਦੂਜਿਆਂ ਦੀ ਭੁੱਖ ਮਿਟਾਉਣ ਵਾਲੇ ਹੁੰਦੇ ਨੇ ਗੁਰੂ ਕੇ ਸਿੱਖ। ਆਪਣੇ ਘਰ ਦੀ ਅੱਗ ਲੱਗੀ ਹੋਵੇ ਤੇ ਦੂਜੇ ਦੇ ਘਰ ਦੀ ਲੱਗੀ ਅੱਗ ਨੂੰ ਦੇਖ ਕੇ ਆਪਣੇ ਘਰ ਦੀ ਅੱਗ ਭੁੱਲ ਜਾਣ, ਐਸੇ ਹੁੰਦੇ ਨੇ ਗੁਰੂ ਦੇ ਸਿੱਖ। ਆਪਣਾ ਆਪ ਕੁਰਬਾਨ ਕਰਕੇ ਦੂਜਿਆਂ ਨੂੰ ਸੁੱਖ ਦੇਣ ਵਾਲੇ ਹੁੰਦੇ ਨੇ ਗੁਰੂ ਕੇ ਸਿੱਖ। ਗੁਰੂ ਕੇ ਸਿੱਖ ਦਾ ਆਦਰਸ਼ ਬਹੁਤ ਉੱਚਾ ਹੁੰਦਾ ਹੈ। ਸੱਚੇ ਪਾਤਸ਼ਾਹ ਜੀ ਦੀ ਬਾਣੀ ਵਿੱਚ ਜਿਵੇਂ ਜਿਵੇਂ ਅਸੀਂ ਸੁਰਤ ਜੋੜਦੇ ਹਾਂ, ਹੌਲੀ ਹੌਲੀ ਐਸਾ ਸਮਾਂ ਆਉਂਦਾ ਹੈ, ਫਿਰ ਸਾਨੂੰ ਲੱਗਦਾ ਸਾਡਾ ਪਰਿਵਾਰ ਬਹੁਤ ਵੱਡਾ ਹੈ। ਇਹ 3 4 5 10 ਜੀ ਸਾਡਾ ਪਰਿਵਾਰ ਨਹੀਂ, ਸਾਡਾ ਪਰਿਵਾਰ ਬਹੁਤ ਵੱਡਾ ਹੈ, ਬਹੁਤ ਵੱਡਾ ਹੈ। ਸੋ ਜਿਹੜੇ ਜਤੀ ਨੇ, ਜਿਨ੍ਹਾਂ ਨੇ ਵਾਸ਼ਨਾ ਨੂੰ ਕਾਬੂ ਕੀਤਾ, ਇੰਦਰੀਆਂ ਨੂੰ ਕਾਬੂ ਕੀਤਾ, ਹੇ ਪ੍ਰਭੂ ਜੀ, ਉਹ ਵੀ ਆਪ ਜੀ ਨੂੰ ਗਾਉਂਦੇ ਨੇ। ਤੇ ਵੱਡੇ ਵੱਡੇ ਦਾਨ ਕਰਨ ਵਾਲੇ ਹੋਏ ਨੇ, ਉਹ ਵੀ ਆਪ ਜੀ ਨੂੰ ਗਾਉਂਦੇ ਹਨ। ਸੰਤੋਖੀ, ਜੋ ਸਬਰ ਸੰਤੋਖ ਵਾਲੇ ਹੁੰਦੇ ਨੇ, ਜਿਨ੍ਹਾਂ ਦੇ ਅੰਦਰ ਕੰਟੈਂਟਮੈਂਟ ਬਹੁਤ ਹੁੰਦਾ ਹੈ, ਉਹ ਵੀ ਆਪ ਜੀ ਨੂੰ ਗਾਉਂਦੇ ਨੇ। ਗਾਵਨ ਤੁਧਨੋਂ ਵੀਰ ਕਰਾਰੇ। ਆਪ ਜੀ ਨੂੰ ਵੱਡੇ ਵੱਡੇ ਸੂਰਮੇ, ਇੱਥੇ ਵੀਰ ਦਾ ਅਰਥ ਹੁੰਦਾ ਹੈ ਜੀ ਯੋਧੇ, ਵੀਰ ਦਾ ਅਰਥ ਹੁੰਦਾ ਹੈ ਜਿਨ੍ਹਾਂ ਵਿੱਚ ਡਰ ਬਿਲਕੁਲ ਨਾ ਹੋਵੇ, ਤੇ ਕਰਾਰੇ ਦਾ ਅਰਥ ਹੁੰਦਾ ਹੈ ਤਗੜੇ, ਜਿਨ੍ਹਾਂ ਦੇ ਵਿੱਚ ਕਮਜ਼ੋਰੀ ਬਿਲਕੁਲ ਨਾ ਹੋਵੇ, ਜਿਨ੍ਹਾਂ ਦੇ ਵਿੱਚ ਕਮਜ਼ੋਰੀ ਕੋਈ ਨਾ ਹੋਵੇ। ਜੋ ਵੱਡੇ ਯੋਧੇ ਹੋਣ, ਸੂਰਮੇ ਹੋਣ, ਉਹਨਾਂ ਨੂੰ ਵੀ ਸਮਝ ਲੱਗ ਗਈ ਕਿ ਇਹ ਸਾਨੂੰ ਸੂਰਮਤਾਈ ਤੇ ਮੈਦਾਨੇ ਜੰਗ ਦੇ ਵਿੱਚ ਫਤਿਹ ਤੇ ਪਰਮੇਸ਼ਵਰ ਦੇ ਦਰ ਘਰ ਵਿੱਚ ਪਹੁੰਚਣ ਵੇਲੇ ਰਸਤੇ ਵਿੱਚ ਜੋ ਯੁੱਧ ਹੁੰਦਾ ਹੈ, ਉੱਥੇ ਸਿਰਫ ਪਰਮੇਸ਼ਵਰ ਦੀ ਸਿਫਤ ਸਲਾਹ ਹੀ ਬਖਸ਼ਿਸ਼ ਵਰਤਾ ਸਕਦੀ ਹੈ। ਦੁਨੀਆ ਦੀ ਧਨ ਦੌਲਤ, ਕਿਸੇ ਪ੍ਰਕਾਰ ਦਾ ਨਾਮ, ਕਿਸੇ ਪ੍ਰਕਾਰ ਦੀ PR, ਨੈਸ਼ਨੈਲਿਟੀ, ਕਿਸੇ ਪ੍ਰਕਾਰ ਦੀ ਸ੍ਰਿਸ਼ਟੀ ਦੀ ਕੋਈ ਵੀ ਵਸਤੂ ਕੰਮ ਨਹੀਂ ਆ ਸਕਦੀ। ਜੇਕਰ ਦੁਨੀ ਚੰਦ ਨੂੰ ਕਹਿ ਦਿੱਤਾ ਸੀ ਕਿ ਭਾਈ ਸੂਈ ਅਸੀਂ ਤੇਰੇ ਕੋਲੋਂ ਦਰਬਾਰ ਵਿੱਚ ਲਾਵਾਂਗੇ, ਤੇ ਪਤਨੀ ਨੇ ਆਖਿਆ ਦੁਨੀ ਚੰਦ ਨੂੰ ਕਿ ਪਰਮਾਤਮਾ ਦੇ ਘਰ ਵਿੱਚ ਜਦੋਂ ਅਸੀਂ ਜਾਣਾ, ਉੱਥੇ ਤਾਂ ਸਾਡਾ ਸਰੀਰ ਵੀ ਇੱਥੇ ਰਹਿ ਜਾਣਾ, ਤੁਸੀਂ ਸੂਈ ਕਿਵੇਂ ਦਿਓਗੇ। ਸੋ ਇਸ ਢੰਗ ਨਾਲ ਮਹਾਰਾਜ ਜੀ ਨੇ ਸਮਝਾਉਣ ਦਾ ਹੀ ਯਤਨ ਕੀਤਾ ਕਿ ਭਾਈ ਸਰੀਰ ਇੱਥੇ ਰਹਿ ਜਾਣਾ, ਤੇ ਸਰੀਰ ਨਾਲ ਜੁੜਿਆ ਹੋਇਆ ਜੋ ਕੁਝ ਹੈ ਉਹ ਵੀ ਇੱਥੇ ਰਹਿ ਜਾਣਾ। ਅਸੀਂ ਇੰਝ ਨਹੀਂ ਨਾ ਕਹਿ ਸਕਦੇ, ਚਲੋ ਸਰੀਰ ਨਹੀਂ ਜਾਣਾ, ਅਸੀਂ ਆਪਣੀ ਕਾਰ ਹੀ ਲੈ ਜਾਵਾਂਗੇ। ਸਰੀਰ ਨਹੀਂ ਜਾਣਾ ਤੇ ਕੋਈ ਗੱਲ ਨਹੀਂ, ਅਸੀਂ ਆਪਣੇ ਫੋਨ 'ਤੇ ਲੈ ਜਾਵਾਂਗੇ ਨਾ, ਇੰਨੇ ਮਹਿੰਗੇ ਮਹਿੰਗੇ ਫੋਨ ਨੇ ਸਾਡੇ, ਲੈਪਟਾਪ ਹੀ ਲੈ ਜਾਵਾਂਗੇ।
ਸ੍ਰਿਸ਼ਟੀ ਦੀ ਕੋਈ ਵੀ ਵਸਤੂ ਰੱਬ ਦੇ ਘਰ ਤੱਕ ਨਹੀਂ ਜਾ ਸਕਦੀ। ਜਦੋਂ ਸਰੀਰ ਛੁੱਟੇਗਾ 1 ਇੰਚ ਤੱਕ ਨਹੀਂ ਜਾ ਸਕਦੀ ਆਤਮਾ ਨਾਲ। ਤੇ ਵੇਖੋ ਗੁਰੂ ਮਹਾਰਾਜ ਜੀ ਨੇ ਸਾਰੀ ਬਾਣੀ ਦੇ ਵਿੱਚ 1 ਓਂਕਾਰ ਤੋਂ ਲੈ ਕੇ 18 10 20 ਤੱਕ, ਇੱਕ ਅੰਗ ਤੋਂ ਲੈ ਕੇ 1430 ਅੰਗ ਤੱਕ ਸਾਨੂੰ ਇਹੀ ਸਿੱਖਿਆ ਦਿੱਤੀ ਕਿ ਐ ਗੁਰੂ ਦਿਆ ਸਿੱਖਾ, ਤੂੰ ਬਹੁਤ ਵਿਸ਼ਾਲ ਹੈ, ਤੂੰ ਬਹੁਤ ਵੱਡਾ ਹੈ, ਤੂੰ ਪਰਮਾਤਮਾ ਦੀ ਅੰਸ਼ ਹੈ। ਇਸ ਕਰਕੇ ਤੇਰੀ ਆਤਮਾ ਹੀ ਤੇਰਾ ਅਸਲੀ ਸਰੂਪ ਹੈ, ਜਿਹਦੇ ਵਿੱਚ ਕੋਈ ਕਾਮ ਨਹੀਂ, ਕ੍ਰੋਧ ਨਹੀਂ, ਵੱਲ ਨਹੀਂ, ਛਲ ਨਹੀਂ, ਹਨੇਰਾ ਨਹੀਂ, ਦਾਗ ਨਹੀਂ, ਵਾਸ਼ਨਾ ਨਹੀਂ। ਤੂੰ ਆਪਣੇ ਅਸਲੀ ਸਰੂਪ ਨੂੰ ਪਹਿਚਾਣ ਤੇ ਤੂੰ ਐਸਾ ਧਨ ਇਕੱਠਾ ਕਰ ਜੋ ਸਰੀਰ ਨੂੰ ਛੁੱਟਣ ਤੋਂ ਬਾਅਦ ਤੇਰੇ ਨਾਲ ਚੱਲੇ। ਦੇਖੋ ਸਾਨੂੰ ਬਾਰ-ਬਾਰ ਮਹਾਰਾਜ ਜੀ ਕਹਿੰਦੇ ਨੇ, ਜਪ ਤਪ ਕਾ ਬੰਧ ਬੇੜੁਲਾ ਜਿਤ ਲੰਘੈ ਵਹੇਲਾ, ਕਿ ਜਦੋਂ ਸਰੀਰ ਛੱਡੇਗਾ ਅੱਗੇ ਤੇਰੇ ਕੋਲ ਕਿਹੜੀ ਵਸਤੂ ਹੈ ਜੋ ਤੂੰ ਕਮਾਈ ਹੈ। ਬਾਰ-ਬਾਰ ਸਾਨੂੰ ਬੰਦਗੀ ਕਰਨ ਦੀ ਹਦਾਇਤ ਕੀਤੀ ਗਈ, ਬਾਰ-ਬਾਰ ਸਾਨੂੰ ਜਪ ਤਪ ਕਰਨ ਦੀ ਹਦਾਇਤ ਕੀਤੀ ਗਈ, ਬਾਰ-ਬਾਰ ਸਾਨੂੰ ਸੇਵਾ ਸਿਮਰਨ ਕਰਨ ਦੀ ਹਦਾਇਤ ਦਿੱਤੀ ਗਈ। ਸਾਨੂੰ ਮਹਾਰਾਜ ਜੀ ਨੇ ਪਿਆਰ ਦੇ ਵਿੱਚ ਗਲਵਕੜੀ ਪਾ ਕੇ ਸਾਨੂੰ ਸਮਝਾਇਆ ਕਿ ਬੇਟਾ ਸਰੀਰ ਛੱਡੇਗਾ ਦੱਸ, ਫਿਰ ਦਰਗਾਹ ਦੇ ਵਿੱਚ ਤੈਨੂੰ ਪੁੱਛਿਆ ਜਾਣਾ ਤੂੰ ਕੀ ਕੁਝ ਕਮਾਇਆ, ਤੂੰ ਕੀ ਜਵਾਬ ਦੇਵੇਂਗਾ। ਤੇ ਬੜੀ ਦੁੱਖ ਦੀ ਗੱਲ ਹੈ, ਅਸੀਂ ਸਾਰੇ ਹੀ ਬੈਰੂਨੀ ਜੀਵਨ ਜਿਉਂਦੇ ਹਾਂ, ਬਾਹਰ ਮੁਖੀ ਜੀਵਨ ਜਿਉਂਦੇ ਪਏ ਹਾਂ। ਸਾਨੂੰ ਆਪਣੀ ਆਤਮਾ ਦੀ ਕੋਈ ਸਮਝ ਨਹੀਂ ਹੈ। ਹੁਣ ਜਿਸ ਵੇਲੇ ਅਸੀਂ ਅੰਤਰਮੁਖੀ 24 ਘੰਟਿਆਂ ਵਿੱਚੋਂ 2.5-3 ਘੰਟੇ ਜੀਣ ਦੀ ਕੋਸ਼ਿਸ਼ ਕਰਾਂਗੇ, ਹੌਲੀ ਹੌਲੀ ਪਤਾ ਲੱਗੇਗਾ ਨਾ ਕਿ ਹਾਂ ਅੰਦਰੂਨੀ ਜੀਵਨ ਐਸਾ ਹੁੰਦਾ ਹੈ, ਐਸਾ ਹੁੰਦਾ ਹੈ। ਅੰਦਰ ਜਾ ਕੇ, ਅੰਦਰ ਪਹੁੰਚ ਕੇ ਹੀ ਅਸੀਂ ਅੰਦਰ ਦੇ ਵਾਕਫ ਹੋਵਾਂਗੇ। ਪਰ ਉਹਦੇ ਵਾਸਤੇ ਗੁਰੂ ਮਹਾਰਾਜ ਜੀ ਦੀ ਬਖਸ਼ਿਸ਼ ਹੋ ਗਈ। ਜੋ ਗੁਰੂ ਕੀ ਬਾਣੀ ਦੇ 2 ਅੱਖਰ ਵੀ ਪੜ੍ਹ ਲਏਗਾ ਨਾ, ਤੇ ਇਹਦਾ ਅਰਥ ਇਹੀ ਹੈ ਕਿ ਗੁਰੂ ਮਹਾਰਾਜ ਜੀ ਉਹਦੇ ਉੱਤੇ ਦਿਆਲੂ ਕਿਰਪਾਲੂ ਹਨ, ਤੇ ਗੁਰੂ ਮਹਾਰਾਜ ਜੀ ਚਾਹੁੰਦੇ ਹਨ ਕਿ ਇਹ ਆਤਮਾ, ਇਹ ਸਰੀਰ ਹੁਣ ਅਭਿਆਸ ਕਰੇ ਤੇ ਮੇਰੇ ਘਰ ਤੱਕ ਪਹੁੰਚੇ, ਸੱਚਖੰਡ ਤੱਕ ਪਹੁੰਚੇ। ਤੇ ਅੱਗੇ ਤੇ ਸਾਡਾ ਆਪਣਾ ਆਲਸ ਹੀ ਹੁੰਦਾ ਹੈ, ਅਸੀਂ ਨਹੀਂ ਐਫਰਟ ਕਰਦੇ। ਤੇ ਜਿਸ ਵੇਲੇ ਸਾਡੇ ਕੋਲ ਕੋਈ ਵੀ ਹੀਲਾ ਵਸੀਲਾ ਨਹੀਂ ਨਾ ਰਹਿ ਜਾਂਦਾ, ਤੇ ਉਸ ਵੇਲੇ ਅਸੀਂ ਰੱਬ ਨੂੰ ਯਾਦ ਕਰਦੇ ਹਾਂ। ਮਹਾਰਾਜ ਜੀ ਬਚਨ ਕਰਦੇ ਨੇ, ਭਾਈ ਪਹਿਲਾਂ ਹੀ ਕਰ ਲੈ ਯਾਦ, ਤੋ ਪਹਿਲਾਂ ਹੀ ਯਾਦ ਕਰ ਲੈ ਤਾਂ ਜੋ ਐਸਾ ਸਮਾਂ ਹੀ ਨਾ ਆਣ ਬਣੇ। ਤੇ ਜਿਸ ਵੇਲੇ ਗੁਰੂ ਮਹਾਰਾਜ ਜੀ ਬਚਨ ਕਰਦੇ ਹਨ, ਸਰਬ ਰੋਗ ਕਾ ਔਖਦ ਨਾਮ, ਕਲਿਆਣ ਰੂਪ ਮੰਗਲ ਗੁਣ ਗਾਮ। ਦੱਸੋ ਕਿ ਕਿਸੇ ਸਿੱਖ ਨੂੰ ਕੋਈ ਇਹਨਾਂ ਪੰਕਤੀਆਂ ਨੂੰ ਪੜ੍ਹ ਕੇ ਕੋਈ ਸ਼ੰਕਾ ਰਹਿ ਜਾਣਾ ਚਾਹੀਦਾ? ਜਦੋਂ ਸਿੱਖ ਇਹ ਸ਼ਬਦ ਪੜ੍ਹੇ, ਸਿੱਖ ਨੂੰ ਤੇ ਸਭ ਕੁਝ ਭੁੱਲ ਕੇ ਤੇ ਆਪਣੇ ਘਰ ਦੇ ਚੌਗਿਰਦੇ ਦੇਖਣਾ ਚਾਹੀਦਾ ਕਿ ਮੇਰੇ ਘਰ ਵਿੱਚ ਕਿਸੇ ਪ੍ਰਕਾਰ ਦੀ ਬਿਮਾਰੀ ਤਾਂ ਨਹੀਂ। ਫਿਰ ਸਿੱਖ ਨੂੰ ਵਿਚਾਰਨਾ ਚਾਹੀਦਾ, ਗੁਰੂ ਨੇ ਸਾਨੂੰ ਇਲਾਜ ਦੱਸ ਦਿੱਤਾ, ਗੁਰੂ ਨੇ ਸਾਨੂੰ ਟ੍ਰੀਟਮੈਂਟ ਦੱਸ ਦਿੱਤਾ, ਗੁਰੂ ਨੇ ਸਾਨੂੰ ਦੱਸ ਦਿੱਤਾ ਕਿ ਮੈਡੀਸਿਨ ਇਹ ਹੈ। ਤੇ ਜਦੋਂ ਅਸੀਂ ਝਾਤ ਮਾਰਾਂਗੇ, ਮਹਾਰਾਜ ਜੀ ਕਹਿੰਦੇ ਨੇ, ਜੋ ਜੋ ਦੀਸੈ ਸੋ ਸੋ ਰੋਗੀ, ਰੋਗ ਰਹਿਤ ਮੇਰਾ ਸਤਿਗੁਰ ਜੋਗੀ। ਸਾਰੇ ਹੀ ਤਾਂ ਰੋਗੀ ਨੇ। ਜੇ ਫਿਜ਼ੀਕਲੀ ਤੌਰ ਤੇ ਰੋਗੀ ਨਹੀਂ ਹੋਣਗੇ ਤੇ ਮਾਨਸਿਕ ਤੌਰ ਤੇ ਰੋਗੀ ਹੋਣਗੇ, ਜੇ ਮਾਨਸਿਕ ਤੌਰ ਤੇ ਰੋਗੀ ਨਹੀਂ ਹੋਣਗੇ ਤੇ ਆਤਮਿਕ ਤੌਰ ਤੇ ਰੋਗੀ ਹੋਣਗੇ। ਇਹ ਕਿਸੇ ਨਾ ਕਿਸੇ ਢੰਗ ਨਾਲ ਇਹ ਰੋਗੀ ਹੈ। ਜੇ ਅਸੀਂ ਕਹਾਂਗੇ ਅਸੀਂ ਤਾਂ ਚੰਗੇ ਭਲੇ ਹਾਂ, ਤਾਂ ਫਿਰ ਹੁਣ ਨੂੰ ਬ੍ਰਹਮ ਗਿਆਨੀ ਬਣ ਜਾਣੇ ਚਾਹੀਦੇ ਸੀ। ਜੇ ਅਜੇ ਕਿਸੇ ਕਰਮਾਂ ਦੇ ਬੰਧਨਾਂ ਵਿੱਚ ਹਾਂ, ਇਹਦਾ ਅਰਥ ਸਿਰਫ ਇਹੀ ਹੈ ਕਿ ਭਾਈ ਸਾਨੂੰ ਗੁਰੂ ਨੇ ਦਵਾਈ ਦਿੱਤੀ, ਤੇ ਹੁਣ ਸਿੱਖ ਨੂੰ ਤੇ ਇੰਨਾ ਭਰੋਸਾ ਕਰਕੇ ਚੱਲਣਾ ਚਾਹੀਦਾ ਹੈ। ਜਿਸ ਤਰ੍ਹਾਂ ਅਸੀਂ ਸੁਣਦੇ ਆ ਨਾ ਜੀ, ਗੁਰੂ ਕੇ ਸਿੱਖ ਦੇ ਹਿਰਦੇ ਦੇ ਵਿੱਚ ਆਇਆ, ਪਠਿਆਰਨ ਨੂੰ ਆਖਿਆ ਕਿ ਹੇ ਮਾਈ, ਮੈਂ 6ਵੇਂ ਪਾਤਸ਼ਾਹ ਦਾ ਗੁਰੂ ਨਾਨਕ ਦਾ ਸਿੱਖ ਹਾਂ, ਗੁਰੂ ਦੇ ਹੁਕਮ ਅਨੁਸਾਰ ਆਇਆ ਹਾਂ, ਤੇ ਮੇਰੇ ਪਿੱਛੇ ਸਿਪਾਹੀ ਪਏ ਨੇ, ਤੇ ਕਿਰਪਾ ਕਰਕੇ ਤੂੰ ਮੈਨੂੰ ਲੁਕਾਉਣ ਵਾਸਤੇ ਕੋਈ ਨਾ ਕੋਈ ਥਾਂ ਦੱਸ ਦੇ। ਤੇ ਵੇਖੋ ਪਠਿਆਰਨ ਦੇ ਮਨ ਦੇ ਵਿੱਚ ਕੈਸੀ ਭਰੋਸੇ ਦੀ ਐਸੀ ਪੂੰਜੀ ਹੋਏਗੀ ਜੋ ਕਿ ਲਾਜਵਾਬ ਸੀ। ਉਸੇ ਵੇਲੇ ਪਠਿਆਰਨ ਨੇ ਆਖਿਆ, ਅੱਛਾ ਤੂੰ ਗੁਰੂ ਕਾ ਸਿੱਖ ਹੈ, ਨਾਮ ਕੀ ਤੇਰਾ? ਅੱਗੋਂ ਕਹਿਣ ਲੱਗਾ ਕਿ ਮੇਰਾ ਨਾਮ ਬਿਧੀ ਚੰਦ। ਅੱਛਾ, ਫਿਰ ਮਾਤਾ ਕਹਿਣ ਲੱਗੀ, ਹੋਵੇਂ ਗੁਰੂ ਨਾਨਕ ਦਾ ਸਿੱਖ ਤੇ ਡਰ ਦੀ ਕਿਹੜੀ ਗੱਲ ਆ? ਤੁਹਾਨੂੰ ਤੇ ਤੁਹਾਡੇ ਗੁਰੂ ਨੇ ਇੰਨੀ ਵੱਡੀ ਬਖਸ਼ਿਸ਼ ਕੀਤੀ ਆ, ਜੋ ਇਲਾਹੀ ਦਰਗਾਹੀ ਰੂਹਾਨੀਅਤ ਨਾਲ ਭਰੀ ਹੋਈ ਬਾਣੀ ਆ, ਉਹ ਤੂੰ ਜਪ। ਤੇ ਇੱਥੇ ਕੜਾਈ ਪਾਸੇ ਕਰਕੇ ਕਹਿਣ ਲੱਗੀ, ਮਾਰ ਛਾਲ ਤੇ ਵਿੱਚ ਬਹਿ ਜਾ ਅੱਗ ਦੇ,
ਤੇ ਉਸੇ ਵੇਲੇ ਬਾਬਾ ਬਿਧੀ ਚੰਦ ਜੀ ਕਹਿਣ ਲੱਗੇ ਅੱਗ ਵਿੱਚ ਬੈਠਾ, ਤੇ ਭਠਿਆਰਨ ਕਹਿਣ ਲੱਗੀ ਮੈਂ ਤੇ ਅਨਪੜ੍ਹ ਹਾਂ, ਮੈਂ ਤੇ ਮੂਲ ਮੰਤਰ ਦਾ ਪਾਠ ਕਰਕੇ ਮੈਂ ਇੰਝ ਮਹਿਸੂਸ ਕਰਦੀ ਹਾਂ ਕਿ ਮੈਂ ਅੱਗ ਦੇ ਵਿੱਚ ਬੈਠ ਜਾਵਾਂਗੀ, ਅੱਗ ਮੈਨੂੰ ਕੁਝ ਨਹੀਂ ਕਹੇਗੀ। ਤੇਰੇ ਚਿਹਰੇ ਦਾ ਜਲੌ ਦੱਸਦਾ, ਜਲਾਲ ਦੱਸਦਾ ਤੂੰ ਬਹੁਤ ਵੱਡਾ ਸ਼ਬਦ ਦਾ ਅਭਿਆਸੀ ਹੈ, ਤੂੰ ਸ਼੍ਰੀ ਜਪਜੀ ਸਾਹਿਬ ਦੇ ਅਨੇਕਾਂ ਪਾਠ ਕਰਦਾ ਹੈ, ਤੇ ਜਪਜੀ ਸਾਹਿਬ ਦੀ ਬਾਣੀ ਤੇ ਭਰੋਸਾ ਕਰਕੇ ਇਹਦੇ ਵਿੱਚ ਬੈਠ ਜਾ, ਤੈਨੂੰ ਤੱਤੀ ਵਾਹ ਨਹੀਂ ਲੱਗੇਗੀ। ਤੇਰਾ ਗੁਰੂ ਤੇ ਕਹਿੰਦਾ ਤਾਤੀ ਵਾਹ ਨਾ ਲੱਗੇ, ਪਾਰ ਬ੍ਰਹਮ ਸਰਨਾਈ ਰਹਿੰਦਾ ਤੂੰ ਗੁਰੂ ਦੀ ਸ਼ਰਨ ਵਿੱਚ ਹੈ, ਤੈਨੂੰ ਅੱਗ ਕਿਵੇਂ ਪੋਏਗੀ। ਮੇਰੇ ਭਰੋਸੇ ਮੇਰੇ ਅੰਦਰ ਦੇ ਭਰੋਸੇ ਦੇ ਉੱਤੇ ਭਰੋਸਾ ਕਰਕੇ ਬੈਠ ਜਾ। ਤੇ ਆਪ ਜੀ ਨੂੰ ਪਤਾ ਹੈ ਜੀ ਇਤਿਹਾਸ ਦਾ, ਬਾਬਾ ਬਿਧੀ ਚੰਦ ਜੀ ਅੱਗ ਵਿੱਚ ਬੈਠੇ ਰਹੇ ਪਰ ਅੱਗ ਨੂੰ ਪੋ ਨਹੀਂ ਸਕੀ। ਛੇਵੇਂ ਪਾਤਸ਼ਾਹ ਨੇ ਦੂਜੀ ਥਾਂ ਤੇ ਬੈਠ ਕੇ ਆਖਿਆ ਭਾਈ ਸਰੀਰ ਦੇ ਉੱਤੇ ਪਾਣੀ ਪਾਈ ਜਾਓ। ਬਾਲਟੀਆਂ ਨਾਲ ਭਰ ਭਰ ਪਾਣੀ ਪਾਇਆ, ਸੈਂਕੜੇ ਬਾਲਟੀਆਂ ਪਾਣੀ ਦੀਆਂ ਪਾਈਆਂ। ਮਹਾਰਾਜ ਜੀ ਦਾ ਪੂਰਾ ਸਰੀਰ ਤਪਣ ਲੱਗ ਪਿਆ। ਮਹਾਰਾਜ ਜੀ ਨੇ ਸਾਰਾ ਹੀ ਸਿੱਖ ਦਾ ਦੁੱਖ ਆਪਣੇ ਉੱਤੇ ਲੈ ਲਿਆ ਤੇ ਸੱਚੇ ਪਾਤਸ਼ਾਹ ਨੂੰ ਪੁੱਛਿਆ ਕਿ ਮਹਾਰਾਜ ਜੀ ਇਹ ਕੀ ਕੌਤਕ ਵਰਤਾਇਆ। ਤੇ ਸੱਚੇ ਪਾਤਸ਼ਾਹ ਜੀ ਨੇ ਬਚਨ ਕੀਤਾ ਜਦੋਂ ਕੋਈ ਬੱਚਾ ਅੱਗ ਦੇ ਵਿੱਚ ਬੈਠਾ ਹੋਵੇ ਤੇ ਮਾਂ ਅੱਗ ਵਿੱਚ ਬੈਠ ਕੇ ਉਸ ਬੱਚੇ ਨੂੰ ਆਪਣੀ ਗੋਦ ਵਿੱਚ ਲੈ ਲੈਂਦੀ ਹੈ, ਆਪ ਭਾਵੇਂ ਸੜ ਜਾਏ ਕਦੀ ਵੀ ਬੱਚੇ ਨੂੰ ਸੜਨ ਨਹੀਂ ਦਿੰਦੀ। ਇਸ ਕਰਕੇ ਭਾਈ ਉਧਰ ਭਾਈ ਬਿਧੀ ਚੰਦ ਜੀ ਸ਼੍ਰੀ ਜਪਜੀ ਸਾਹਿਬ ਦਾ ਪਾਠ ਕਰਦੇ ਪਏ ਨੇ। ਜਦੋਂ ਵੀ ਸਿੱਖ ਸ਼੍ਰੀ ਜਪਜੀ ਸਾਹਿਬ ਦਾ ਪਾਠ ਕਰੇਗਾ, ਗੁਰੂ ਨੂੰ ਧਿਆਏਗਾ ਤੇ ਗੁਰੂ ਸਾਰਾ ਦੁੱਖ ਆਪਣੇ ਉੱਤੇ ਲੈ ਲਏਗਾ। ਸਰਬ ਰੋਗ ਕਾ ਔਖਦ ਨਾਮ, ਇਸ ਨੂੰ ਸਰਬ ਨਹੀਂ ਕਹਿਣਾ, ਸਰਬ ਕਵਾਂਗੇ ਭੱਬਾ ਪੈ ਜਾਏਗਾ। ਸਰਬ ਹੁਣ ਸਾਰੇ ਰੋਗਾਂ ਦਾ ਸਿਰਫ ਨਾਮ ਹੀ ਦਾਰੂ ਹੈ। ਤੇ ਫਿਰ ਜੇਕਰ ਸਿੱਖ ਚੌਂਕੜਾ ਮਾਰ ਕੇ ਤੇ ਸਿਮਰਨ ਨਾ ਕਰੇ ਤੇ ਫਿਰ ਐਸੇ ਸਿੱਖ ਨੂੰ ਜਾਂ ਫਿਰ ਐਸੇ ਮਨੁੱਖ ਨੂੰ ਦੁਨੀਆ ਦੀ ਕੋਈ ਤਾਕਤ ਬਚਾ ਨਹੀਂ ਸਕਦੀ। ਸਾਡਾ ਭਰੋਸਾ ਬਹੁਤ ਬਲਵਾਨ ਹੋਣਾ ਚਾਹੀਦਾ। ਤੇ ਦਾਸ ਨੂੰ ਕਿਸੇ ਗੁਰਮੁਖ ਵੱਲੋਂ ਹੁਕਮ ਹੀ ਹੋਇਆ ਸੀ ਕਿ ਆਪ ਜੀ ਬਾਰ-ਬਾਰ ਕਹਿੰਦੇ ਹੋ ਕਿ ਚੌਂਕੜਾ ਮਾਰ ਕੇ ਬੈਠੋ, ਚੌਂਕੜਾ ਮਾਰ ਕੇ ਪਾਠ ਕਰੋ। ਸਿੱਖ ਨੂੰ ਚੌਂਕੜਾ ਮਾਰ ਕੇ ਬੈਠਣਾ ਚਾਹੀਦਾ ਹੈ। ਤੇ ਉਹਨਾਂ ਨੇ ਅੱਗੋਂ ਬਚਨ ਕੀਤਾ ਮੇਰੀ ਉਮਰ ਵਧੇਰੇ ਹੈ, ਮੈਂ ਚੌਂਕੜਾ ਮਾਰ ਨਹੀਂ ਸਕਦੀ ਤਾਂ ਕੀ ਮੇਰਾ ਪਾਠ ਕੀਤਾ ਗੁਰੂ ਮਹਾਰਾਜ ਜੀ ਪ੍ਰਵਾਨ ਨਹੀਂ ਕਰਨਗੇ। ਤੇ ਦਾਸ ਨੇ ਹੱਥ ਜੋੜ ਕੇ ਬੇਨਤੀ ਕੀਤੀ ਕਿ ਮਾਤਾ ਜੀ ਸਰੀਰ ਦੀ ਕਿਰਿਆ ਦੇ ਨਾਲ ਗੁਰੂ ਕੀ ਬਾਣੀ ਦੇ ਪਿਆਰ ਦਾ ਕੋਈ ਆਪਸ ਵਿੱਚ ਤਾਲਮੇਲ ਨਹੀਂ ਹੈ। ਜੇਕਰ ਸਰੀਰ ਤੰਦਰੁਸਤ ਹੈ ਚੌਂਕੜਾ ਮਾਰ ਲਓ, ਜੇ ਚੌਂਕੜਾ ਨਹੀਂ ਮਾਰ ਸਕਦੇ ਤੇ ਲੱਤਾਂ ਸਿੱਧੀਆਂ ਕਰਕੇ ਤੁਸੀਂ ਪਾਠ ਕਰ ਲਓ, ਤੁਸੀਂ ਚੇਅਰ ਉੱਤੇ ਬੈਠ ਕੇ ਪਾਠ ਕਰ ਲਓ, ਜੇ ਨਹੀਂ ਤਾਂ ਲੰਮੇ ਪੈ ਕੇ ਪਾਠ ਕਰ ਲਓ। ਕਿਉਂਕਿ ਬਾਣੀ ਪੜ੍ਹਨੀ, ਜਾਪ ਕਰਨਾ, ਸਿਮਰਨ ਕਰਨਾ ਇਹ ਮਨ ਦੀ ਸਾਧਨਾ ਹੈ, ਇਹ ਤਨ ਦੀ ਸਾਧਨਾ ਨਹੀਂ ਹੈ। ਪਰ ਜੇਕਰ ਸਰੀਰ ਦੇ ਵਿੱਚ ਜ਼ੋਰ ਮੌਜੂਦ ਹੈ, ਸਰੀਰ ਦੇ ਵਿੱਚ ਫੁਰਤੀ ਸਰੀਰ ਵਿੱਚ ਮੌਜੂਦ ਹੈ, ਜੇ ਸਰੀਰ ਵਿੱਚ ਜਵਾਨੀ ਹੈ, ਸਰੀਰ ਚੌਂਕੜਾ ਮਾਰ ਸਕਦਾ ਤੇ ਮਾਰਨਾ ਚਾਹੀਦਾ। ਪਰ ਐਸਾ ਬਿਲਕੁਲ ਨਹੀਂ ਸੋਚਣਾ ਕਿ ਚੌਂਕੜਾ ਨਾ ਮਾਰਾਂਗੇ ਤੇ ਗੁਰੂ ਮਹਾਰਾਜ ਜੀ ਨੇ ਸਾਡੀ ਪੜ੍ਹੀ ਬਾਣੀ ਪ੍ਰਵਾਨ ਨਹੀਂ ਕਰਨੀ। ਇੱਥੋਂ ਤੱਕ ਦਾਸ ਬੇਨਤੀ ਕਰੇ ਜੀ, ਭਾਵੇਂ ਅਸੀਂ ਕਿਸੇ ਵੀ ਅਵਸਥਾ ਵਿੱਚ ਹੋਈਏ, ਸਰੀਰ ਜੈਸੀ ਮਰਜ਼ੀ ਅਵਸਥਾ 'ਚ ਹੋਵੇ, ਭਾਵੇਂ ਸਰੀਰ ਕਿਸੇ ਕਿਰਿਆ ਦੀ ਅਵਸਥਾ 'ਚ ਹੋਵੇ, ਤਾਂ ਵੀ ਬਾਣੀ ਦਾ ਜਾਪ ਅੰਦਰ ਕਰਦੇ ਰਹਿਣਾ ਚਾਹੀਦਾ। ਕੁਝ ਗੁਰਮੁਖ ਪਿਆਰੇ ਕਹਿੰਦੇ ਨੇ ਨਾ ਕਿ ਜਿਸ ਵੇਲੇ ਅਸੀਂ ਵਾਸ਼ਰੂਮ ਹੋਈਏ ਅਸੀਂ ਉਸ ਵੇਲੇ ਪਾਠ ਨਹੀਂ ਕਰ ਸਕਦੇ ਕਿਉਂਕਿ ਮਹਾਰਾਜ ਜੀ ਦੀ ਬਾਣੀ ਪਵਿੱਤਰ ਹੈ। ਅਸੀਂ ਬ੍ਰਸ਼ ਕੀਤੇ ਬਿਨਾਂ ਪਾਠ ਨਹੀਂ ਕਰ ਸਕਦੇ। ਤੇ ਉਹਨਾਂ ਦੇ ਅੰਦਰ ਦੀ ਭਾਵਨਾ ਹੈ ਜੀ, ਉਹ ਕਹਿੰਦੇ ਨੇ ਕਿ ਅਸੀਂ ਪ੍ਰਸ਼ਾਦਾ ਨਾ ਛਕੀਏ ਤੇ ਪਹਿਲਾਂ ਪਾਠ ਕਰ ਲਈਏ, ਨਿਤਨੇਮ ਕਰ ਲਈਏ। ਦੇਖੋ ਮਹਾਰਾਜ ਜੀ ਨੇ ਬਾਣੀ ਦੇ ਵਿੱਚ ਦਇਆ ਵਰਤਾਈ, ਪ੍ਰੇਮ ਦਾ ਆਪਣਾ ਹੀ ਸਵਰੂਪ ਹੁੰਦਾ। ਜਿਵੇਂ ਅਸੀਂ ਟਕਸਾਲ ਦੇ ਵਿੱਚ ਜਿਸ ਵੇਲੇ ਪੜ੍ਹਦੇ ਸੀ ਤੇ ਸਾਨੂੰ ਇਹੀ ਸ਼ਬਦ ਸੁਣਾਏ ਗਏ, ਗੁਰੂ ਕੇ ਸਿੱਖ ਨੇ ਬਾਅਦ ਵਿੱਚ ਪ੍ਰਸ਼ਾਦਾ ਛਕਣਾ, ਪਹਿਲਾਂ ਨਿਤਨੇਮ ਕਰੇ, ਪਹਿਲਾਂ ਸਿਮਰਨ ਕਰੇ, ਪਹਿਲਾਂ ਵਾਹਿਗੁਰੂ ਵਾਹਿਗੁਰੂ ਕਰੇ। ਤੇ ਇਹਦਾ ਅਰਥ ਇਹੀ ਹੈ ਕਿ ਸਭ ਤੋਂ ਪਹਿਲੇ ਨੰਬਰ ਤੇ ਗੁਰੂ ਮਹਾਰਾਜ ਜੀ ਦਾ ਨਾਮ ਰੱਖੇ। ਪਰ ਜਿਸ ਵੇਲੇ ਸੰਤ ਬਾਬਾ ਮੋਹਨ ਸਿੰਘ ਜੀ ਭਿੰਡਰਾਂ ਵਾਲੇ ਮਹਾਂਪੁਰਖਾਂ ਨਾਲ ਕਿਸੇ ਸਮੇਂ ਵਿੱਚ ਮੁਲਾਕਾਤ ਹੋਈ ਜੀ, ਭਲਾ ਸਮਾਂ ਸੀ ਜਿਸ ਵੇਲੇ ਦਰਸ਼ਨ ਹੋਏ ਮਹਾਂਪੁਰਖਾਂ ਦੇ, ਤੇ ਮਹਾਂਪੁਰਖਾਂ ਨੇ ਬਚਨ ਕੀਤਾ ਕਿ ਅਸਾਂ ਨੇ ਭੁੱਖੇ ਰਹਿ ਕੇ, ਅੰਨ ਛੱਡ ਕੇ, ਪ੍ਰਸ਼ਾਦਾ ਛੱਡ ਕੇ, ਕਿ ਕਿਤੇ ਨੀਂਦ ਹੀ ਨਾ ਆ ਜਾਏ, ਤੇ ਅਸੀਂ ਸਰੀਰ ਨੂੰ ਕਸ਼ਟ ਦੇ ਕੇ ਅਭਿਆਸ ਕੀਤਾ
ਜਦ ਕਿ ਸਰੀਰ ਨੂੰ ਕੁਝ ਨਾ ਕੁਝ ਛਕਾ ਕੇ ਫਿਰ ਅਭਿਆਸ ਕਰਨਾ ਚਾਹੀਦਾ, ਨਹੀਂ ਤੇ ਆਉਣ ਵਾਲੇ ਸਮੇਂ ਵਿੱਚ ਸਰੀਰ ਬਹੁਤ ਤੰਗ ਹੁੰਦਾ। ਅਕਸਰ ਜਿਵੇਂ ਅਸੀਂ ਕਾਰ ਦੀ ਦੇਖਭਾਲ ਕਰਦੇ ਹਾਂ, ਸਰੀਰ ਇੱਕ ਕਾਰ ਦੀ ਤਰ੍ਹਾਂ ਹੈ, ਸਰੀਰ ਇੱਕ ਘੋੜੇ ਦੀ ਤਰ੍ਹਾਂ ਹੈ। ਬਾਣੀ ਵਿੱਚ ਇੱਕ ਅਸੀਂ ਸ਼ਬਦ ਵੀ ਪੜ੍ਹਦੇ ਹਾਂ ਕਿ ਸਰੀਰ ਇੱਕ ਘੋੜੀ ਹੈ, ਤੇ ਜਿਸ ਤਰ੍ਹਾਂ ਘੋੜੀ ਦੀ ਦੇਖਭਾਲ ਹੁੰਦੀ ਹੈ, ਇਸੇ ਤਰ੍ਹਾਂ ਸਰੀਰ ਦੀ ਦੇਖਭਾਲ ਕਰਨੀ ਚਾਹੀਦੀ ਹੈ। ਬਸ ਇਹ ਹੈ, ਘੋੜੀ ਜੇਕਰ ਦੇਖਭਾਲ ਦੌਰਾਨ ਰੱਖੀ ਤੇ ਉਹਦੇ ਉੱਤੇ ਚੜ੍ਹ ਕੇ ਤੇ ਅਸੀਂ ਕਿਸੇ ਮੰਜ਼ਿਲ ਤੇ ਵੀ ਪਹੁੰਚਣਾ ਹੈ। ਇਸੇ ਤਰ੍ਹਾਂ ਸਰੀਰ ਘੋੜੀ ਹੈ, ਇਹਦੇ ਵਿੱਚ ਬੈਠ ਕੇ ਰੱਬ ਦੇ ਘਰ ਤੱਕ ਪਹੁੰਚਣਾ। ਸੋ ਇਸ ਕਰਕੇ ਸਰੀਰ ਕਿਸ ਪੋਜੀਸ਼ਨ ਵਿੱਚ ਇਹ ਮਾਇਨੇ ਨਹੀਂ ਰੱਖਦਾ, ਕੋਈ ਵੀ ਪੋਜੀਸ਼ਨ ਹੋਵੇ। ਤੇ ਜੇਕਰ ਅਸੀਂ ਅਭਿਆਸ ਕਰਦੇ ਹਾਂ, ਅੰਮ੍ਰਿਤ ਵੇਲੇ ਉੱਠ ਕੇ ਦਾਸ ਆਪਣੀ ਗੱਲ ਕਰੇ ਜੀ, ਜਿਸ ਵੇਲੇ ਦਾਸ ਨੂੰ ਬਾਬਾ ਮੋਹਨ ਸਿੰਘ ਜੀ ਭਿੰਡਰਾਲੇ ਮਹਾਂਪੁਰਖਾਂ ਨੇ ਬਚਨ ਕੀਤਾ ਕਿ ਭਾਈ ਕੁਝ ਨਾ ਕੁਝ ਛਕ ਕੇ ਫਿਰ ਅਭਿਆਸ ਕਰਿਆ ਕਰੋ, ਤਾਂ ਦਾਸ ਦੇ ਮਨ 'ਚ ਇਹ ਸੀ ਕਿ ਚਲੋ ਭੁੱਖ ਤਾਂ ਲੱਗਦੀ ਨਹੀਂ ਅੰਮ੍ਰਿਤ ਵੇਲੇ, ਚਲੋ ਮਹਾਂਪੁਰਖਾਂ ਨੇ ਬਚਨ ਕੀਤਾ ਤੇ ਮਹਾਂਪੁਰਖਾਂ ਦਾ ਬਚਨ ਕਮਾਉਣਾ ਚਾਹੀਦਾ। ਤੇ ਫਿਰ ਦਾਸ ਨੇ ਅੱਧਾ ਕੁ ਪ੍ਰਸ਼ਾਦਾ ਛਕ ਲਿਆ ਕਰਨਾ ਤੇ ਥੋੜ੍ਹੀ ਜਿਹੀ ਚਾਹ ਪੀ ਲਿਆ ਕਰਨੀ ਜੀ, ਕਿ ਮਹਾਂਪੁਰਖਾਂ ਦਾ ਬਚਨ ਵੀ ਕਮਾਇਆ ਜਾਵੇ। ਕੀ ਪਤਾ ਉਹਨਾਂ ਨੇ ਇਹ ਬਚਨ ਕਿਸ ਕਾਰਨ ਕਰਕੇ ਕੀਤਾ, ਉਹ ਤਾਂ ਉਹੀ ਜਾਣਦੇ ਨੇ। ਅਸੀਂ ਤਾਂ ਸੰਸਾਰੀ ਲੋਕ ਹਾਂ ਨਾ, ਅਸੀਂ ਤਾਂ ਸੰਸਾਰੀ ਜੀਵ ਹਾਂ। ਤੇ ਇਸ ਢੰਗ ਦੇ ਨਾਲ ਮਹਾਂਪੁਰਖਾਂ ਦਾ ਬਚਨ ਕਮਾ ਲੈਣਾ ਚਾਹੀਦਾ। ਸੋ ਦਾਸ ਬੇਨਤੀ ਕਰਦਾ ਪਿਆ, ਸਾਨੂੰ ਗੁਰੂ ਤੇ ਭਰੋਸਾ ਇੰਨਾ ਹੋਣਾ ਚਾਹੀਦਾ ਹੈ ਕਿ ਗੁਰੂ ਮਹਾਰਾਜ ਦੀ ਬਾਣੀ ਤੋਂ ਬਿਨਾਂ ਵੱਡੀ ਦਵਾਈ ਕੋਈ ਨਹੀਂ। ਤੇ ਸੱਚੇ ਪਾਤਸ਼ਾਹ ਜੀ ਬਖਸ਼ਿਸ਼ ਕਰਦੇ ਨੇ, ਭਾਵੇਂ ਕੋਈ ਇੰਦਰੀਆਂ ਨੂੰ ਵਸ ਕਰਕੇ ਬੈਠਾ ਹੈ, ਭਾਵੇਂ ਕੋਈ ਬਹੁਤ ਵੱਡਾ ਦਾਨੀ ਹੈ, ਡੋਨੇਟ ਕਰਨ ਵਾਲਾ ਹੈ, ਭਾਵੇਂ ਕੋਈ ਬਹੁਤ ਵੱਡਾ ਸੰਤੋਖੀ ਹੈ, ਸਬਰ ਵਾਲਾ, ਮਿਲ ਗਿਆ ਛਕ ਲਿਆ, ਜੇ ਨਹੀਂ ਮਿਲਿਆ ਤਾਂ ਨਾ ਹੀ ਸਹੀ। ਜੇਕਰ ਮਿਲ ਗਈ ਰਜਾਈ ਤਲਾਈ ਤੇ ਉਹ ਲੈ ਲਈ, ਜੇ ਨਹੀਂ ਮਿਲੀ ਤੇ ਨਾ ਹੀ ਸਹੀ। ਜੇਕਰ ਸਰੀਰ ਦੇ ਅੰਦਰ ਵੜ ਕੇ ਅਸੀਂ ਰੱਬੀ ਮਾਰਗ 'ਤੇ ਜਾਂਦੇ ਪਏ ਹਾਂ ਤੇ ਰਸਤੇ ਵਿੱਚ ਕੋਈ ਬੜੀ ਵਿਸ਼ੇ ਵਿਕਾਰ ਆ ਕੇ ਰੁਕਾਵਟ ਪਾਵੇ, ਤੇ ਉੱਥੇ ਜੋ ਯੋਧੇ ਹੁੰਦੇ ਨੇ, ਜੋ ਰੱਬੀ ਮਾਰਗ 'ਤੇ ਤੁਰਦੇ ਨੇ, ਉਹ ਫਿਰ ਰੱਬ ਦੀ ਸਿਫਤ ਸਲਾਹ ਕਰਕੇ ਤੇ ਰੱਬ 'ਤੇ ਪੂਰਾ ਭਰੋਸਾ ਕਰਕੇ ਰਸਤੇ ਵਿੱਚ ਭਾਵੇਂ ਕਾਮ ਆ ਜਾਏ, ਕ੍ਰੋਧ ਆ ਜਾਏ, ਲੋਭ ਆ ਜਾਏ, ਈਰਖਾ ਆ ਜਾਏ, ਦਵੈਸ਼ ਆ ਜਾਏ, ਸਾਰਿਆਂ ਨੂੰ ਧਰਾਸ਼ਾਹੀ ਕਰਦੇ ਹੋਏ ਰੱਬੀ ਮਾਰਗ ਦੇ ਉੱਤੇ ਤੁਰੇ ਜਾਂਦੇ ਹਨ। ਕਿਉਂਕਿ ਉਹਨਾਂ ਕੋਲ ਸਭ ਤੋਂ ਵੱਡੀ ਦਾਤ ਕੀ ਮਿਲ ਜਾਂਦੀ ਹੈ? ਇੱਕ ਭਰੋਸਾ, ਤੇ ਭਰੋਸੇ ਤੋਂ ਬਾਅਦ ਪੈਦਾ ਹੋਈ ਸ਼ਕਤੀ, ਜਿਸ ਨੂੰ ਆਖਿਆ ਜਾਂਦਾ ਹੈ ਗਾਵਨ ਤੁਧਨੋ ਜਤੀ ਸਤੀ ਸੰਤੋਖੀ, ਗਾਵਨ ਤੁਧਨੋ ਵੀਰ ਕਰਾਰੇ। ਗਾਵਨ ਤੁਧਨੋ ਪੰਡਤ ਪੜਨ ਰਖੀਸਰ, ਜੁਗ ਜੁਗ ਵੇਦਾ ਨਾਲੇ। ਜੋ ਮਹਾਨ ਵਿਦਵਾਨ, ਸਕੋਲਰ, ਵੈਲ ਐਜੂਕੇਟਡ ਪਰਸਨ ਹਨ, ਜੋ ਪੰਡਤ ਹਨ, ਪੰਡਤ ਇੱਕ ਡਿਗਰੀ ਹੁੰਦੀ ਹੈ ਜੀ, ਪੰਡਤ ਇੱਕ ਸਰਟੀਫਿਕੇਟ ਹੁੰਦਾ ਹੈ, ਪੰਡਤ ਇੱਕ ਪੋਜੀਸ਼ਨ ਹੁੰਦੀ ਹੈ। ਮਹਾਰਾਜ ਜੀ ਕਹਿੰਦੇ ਨੇ ਕਿ ਜੋ ਮਹਾਨ ਵਿਦਵਾਨ ਨੇ, ਫਿਰ ਅੱਗੇ ਸ਼ਬਦ ਵਰਤਿਆ ਰਖੀਸੁਰ, ਜੋ ਰਿਸ਼ੀ ਵੀ ਹੈ, ਤਪਸਵੀ ਵੀ ਹੈ, ਮਹਾਨ ਰਿਸ਼ੀ ਹੈ, ਮਹਾ ਰਿਸ਼ੀ ਹੈ, ਉਹ ਵੇਦਾਂ ਨੂੰ ਪੜ੍ਹਦੇ ਹਨ, ਵੇਦਾਂ ਨੂੰ ਪੜ੍ਹ ਕੇ ਵਿਆਖਿਆ ਕਰ ਕੇ ਸਿਫਤ ਕਰਦੇ ਹਨ, ਤੇ ਜਿਹੜੇ ਵੇਦ ਨੇ ਉਹ ਵੀ ਪਰਮੇਸ਼ਵਰ ਦੀ ਸਿਫਤ ਸਲਾਹ ਕਰਦੇ ਹਨ। ਗਾਵਨ ਤੁਧਨੋ ਮੋਹਣਿਆ ਮਨ ਮੋਹਨ, ਸੁਰਗ ਮਛ ਪਿਆਲੇ। ਹੇ ਪ੍ਰਭੂ ਜੀ, ਜੋ ਇਸਤਰੀ ਹੈ, ਜੋ ਇਸਤਰੀ ਦਾ ਰੂਪ ਹੈ ਮਾਇਆ, ਜਿਸ ਨੇ ਸਾਰੀ ਸ੍ਰਿਸ਼ਟੀ ਨੂੰ ਆਪਣੇ ਵੱਲ ਮੋਹਿਤ ਕੀਤਾ ਹੈ, ਉਹ ਮਾਇਆ ਵੀ ਆਪ ਜੀ ਦੀ ਬੰਦਗੀ ਕਰਦੀ ਹੈ, ਆਪ ਜੀ ਨੂੰ ਗਾਉਂਦੀ ਹੈ। ਸੁਰਗ ਮੱਛ, ਇਸ ਨੂੰ ਸ਼ਬਦ ਵਰਤਾਂਗੇ ਪਿਆਲੇ। ਭਾਵੇਂ ਸਵਰਗ ਲੋਕ ਹੈ, ਆਕਾਸ਼ ਲੋਕ ਹੈ, ਪਤਾਲ ਲੋਕ ਹੈ, ਸਾਰੇ ਹੀ ਆਪ ਜੀ ਨੂੰ ਗਾਉਂਦੇ ਹਨ। ਭਾਵੇਂ ਸਵਰਗ ਲੋਕ ਦੇ ਵਾਸੀ ਨੇ, ਮਾਤ ਲੋਕ ਦੇ ਵਾਸੀ ਨੇ, ਭਾਵੇਂ ਪਤਾਲ ਲੋਕ ਦੇ ਵਾਸੀ ਨੇ, ਸਾਰੇ ਹੀ ਆਪ ਜੀ ਦੀ ਸਿਫਤ ਸਲਾਹ ਕਰਦੇ ਹਨ। ਗਾਵਨ ਤੁਧਨੋ ਰਤਨ ਉਪਾਏ ਤੇਰੇ, 68 ਤੀਰਥ ਨਾਲੇ। ਜੋ 68 ਤੀਰਥ ਹਨ, ਹੇ ਪ੍ਰਭੂ ਜੀ, ਉਹ ਆਪ ਜੀ ਨੂੰ ਗਾਉਂਦੇ ਹਨ, ਆਪ ਜੀ ਦੀ ਸਿਫਤ ਸਲਾਹ ਕਰਦੇ ਹਨ। ਕਿਉਂਕਿ ਹਿੰਦੂ ਧਰਮ ਵਾਸਤੇ 68 ਤੀਰਥ ਹੀ ਸਭ ਤੋਂ ਕੀਮਤੀ ਹਨ। 68 ਤੀਰਥਾਂ ਦੇ ਵਿੱਚ ਜੋ ਆਪ ਜੀ ਦਾ, ਪਰਮੇਸ਼ਵਰ ਜੀ ਦਾ ਨਾਮ ਸਾਰੇ ਗਾਉਂਦੇ ਹਨ, ਉਹ ਉਸੇ ਨੂੰ ਹੀ ਰਤਨ ਸਮਝੋ, ਉਸੇ ਨੂੰ ਹੀ ਕੀਮਤੀ ਸਮਝੋ, ਉਸੇ ਨੂੰ ਸਭ ਤੋਂ ਵੱਡਾ ਸਮਝੋ। ਸੋ ਇਸ ਢੰਗ ਦੇ ਨਾਲ 68 ਤੀਰਥਾਂ ਉੱਤੇ
ਜਿਸ ਨੂੰ ਰਤਨ ਸਮਝਿਆ ਜਾਂਦਾ ਹੈ, ਉਹ ਆਪ ਜੀ ਨੂੰ ਗਾ ਰਹੇ ਹਨ। ਗਾਵਨ ਤੁਧਨੋ ਜੋਧ ਮਹਾਬਲ ਸੂਰਾ, ਗਾਵਨ ਤੁਧਨੋ ਖਾਨੀ ਚਾਰੇ। ਜੋ ਵੱਡੇ ਮਹਾਬਲੀ ਹਨ, ਜੋ ਵੱਡਾ ਬਲ ਲੈ ਕੇ ਆਪ ਜੀ ਦੀ ਸਿਫਤ ਸਲਾਹ ਕਰਦੇ ਹਨ, ਜੋ ਕਿਸੇ ਨੂੰ ਦੇਖ ਕੇ ਡਰਦੇ ਨਹੀਂ। ਕੈਸਾ ਵੀ ਸਮਾਂ ਆ ਜਾਏ, ਕੈਸਾ ਵੀ ਵਕਤ ਆ ਜਾਏ, ਕੈਸੀ ਵੀ ਕੰਡੀਸ਼ਨ ਆ ਜਾਏ, ਉਹ ਸਿਰਫ ਆਪਣੇ ਅੰਦਰ ਦੇ ਬਲ ਦੇ ਆਸਰੇ ਦੂਸਰੇ ਨੂੰ ਦੇਖ ਕੇ ਤੇ ਇੰਝ ਮਹਿਸੂਸ ਕਰਦੇ ਨੇ, ਹਨੇਰੀ ਆਈ ਹੈ, ਲੰਘ ਹੀ ਜਾਣੀ ਹੈ, ਮਾੜਾ ਸਮਾਂ ਆਇਆ, ਲੰਘ ਹੀ ਜਾਏਗਾ। ਕਿਉਂਕਿ ਮਾੜੇ ਸਮੇਂ ਦੀ ਸਭ ਤੋਂ ਵੱਡੀ ਖੂਬੀ ਇਹੀ ਹੁੰਦੀ ਹੈ ਕਿ ਇੱਕ ਤਾਂ ਸਾਨੂੰ ਉਹ ਸਮਾਂ ਸਿਖਾ ਕੇ ਜਾਂਦਾ ਹੈ, ਸਾਡੀ ਘਾੜਤ ਘੜੀ ਜਾਂਦੀ ਹੈ, ਜਿਸ ਨੂੰ ਅਸੀਂ ਭਾਵੇਂ ਫਿਜ਼ੀਕਲੀ ਤੌਰ 'ਤੇ ਦੁੱਖ ਸਮਝ ਲਈਏ, ਭਾਵੇਂ ਆਤਮਿਕ ਤੌਰ 'ਤੇ ਤੇ ਭਾਵੇਂ ਮਾਨਸਿਕ ਤੌਰ 'ਤੇ, ਉਹ ਹਰ ਇੱਕ ਮੁਸੀਬਤ ਵਾਲਾ ਸਮਾਂ ਸਾਨੂੰ ਸਿੱਖਿਆ ਦੇ ਕੇ ਜਾਂਦਾ ਹੈ। ਸਭ ਤੋਂ ਵੱਡਾ ਟੀਚਰ, ਸਭ ਤੋਂ ਵੱਡਾ ਉਸਤਾਦ ਸਾਡਾ ਉਹ ਮਾੜਾ ਸਮਾਂ ਹੀ ਹੁੰਦਾ ਹੈ। ਮਹਾਰਾਜ ਜੀ ਕਹਿੰਦੇ ਨੇ, ਵੱਡੇ ਵੱਡੇ ਯੋਧੇ ਮਹਾਬਲੀ ਸੂਰਮੇ ਆਪ ਜੀ ਨੂੰ ਗਾ ਰਹੇ ਹਨ, ਤੇ ਜੋ ਚਾਰ ਖਾਣੀਆਂ ਹਨ, ਅੰਡਜ, ਜੇਰਜ, ਸੇਤਜ ਤੇ ਉਤਪੁਜ, ਉਹ ਆਪ ਜੀ ਨੂੰ ਗਾ ਰਹੀਆਂ ਹਨ। ਦਾਸ ਫਿਰ ਤੋਂ ਬੇਨਤੀ ਕਰੇ, ਅੰਡਜ ਦਾ ਅਰਥ ਹੁੰਦਾ ਹੈ ਜੋ ਕਿ ਆਂਡਿਆਂ ਵਿੱਚੋਂ ਪੈਦਾ ਹੋਣ, ਜਿਸ ਤਰ੍ਹਾਂ ਆਪਾਂ ਮੁਰਗੀ ਦੇ ਬੱਚੇ ਸਮਝ ਲਈਏ, ਜਿਸ ਤਰ੍ਹਾਂ ਪੰਛੀਆਂ ਦੇ ਬੱਚੇ। ਅੱਗੇ ਆ ਜਾਂਦਾ ਹੈ ਜੇਰ। ਜੇਰ ਦਾ ਅਰਥ ਜਿਵੇਂ ਪਸ਼ੂ, ਜਿਵੇਂ ਗਾਂ, ਮੱਝ ਤੇ ਮਨੁੱਖਾਂ ਦੇ ਬੱਚੇ ਜੇਰ ਦੇ ਵਿੱਚੋਂ ਪੈਦਾ ਹੁੰਦੇ ਹਨ ਜੀ। ਅੱਗੇ ਸ਼ਬਦ ਆ ਜਾਂਦਾ ਹੈ ਅੰਡਜ, ਜੇਰ, ਸੇਤਜ। ਸੇਤਜ ਹੁੰਦੇ ਨੇ ਸਵੈਤਜ। ਸਵੈਤਜ ਦਾ ਅਰਥ ਹੁੰਦਾ ਹੈ ਮੁੜਕਾ, ਪਸੀਨਾ। ਪਸੀਨੇ ਵਿੱਚ ਪੈਦਾ ਹੋਣ ਵਾਲੇ ਜੀਵ, ਜਿਵੇਂ ਚੰਮ ਜੂਆਂ, ਜਾਂ ਫਿਰ ਸਿਰ ਦੇ ਕੇਸਾਂ ਦੇ ਵਿੱਚ ਪੈਦਾ ਹੋਣ ਵਾਲੀਆਂ ਜੂਆਂ, ਜਾਂ ਉਹਨਾਂ ਵਿੱਚ ਪੈਦਾ ਹੋਣ ਵਾਲੇ ਕਿਸੇ ਪ੍ਰਕਾਰ ਦੇ ਜੀਵ। ਫਿਰ ਅੱਗੇ ਕਹਿਣ ਲੱਗੇ ਉਤਪੁਜ, ਜੋ ਧਰਤੀ ਵਿੱਚੋਂ ਪੈਦਾ ਹੁੰਦੇ ਨੇ। ਕਹਿੰਦੇ ਜਿਤਨੀ ਵੀ ਰਚਨਾ ਹੈ, ਹੇ ਪ੍ਰਭੂ ਜੀ, ਆਪ ਜੀ ਨੂੰ ਗਾ ਰਹੀ ਹੈ। ਗਾਵਨ ਤੁਧਨੋ ਖੰਡ ਮੰਡਲ ਬ੍ਰਹਮੰਡਾ, ਕਰ ਕਰ ਰੱਖੇ ਤੇਰੇ ਧਾਰੇ। ਸਾਰੀ ਸ੍ਰਿਸ਼ਟੀ, ਜਿਤਨੇ ਵੀ ਖੰਡ ਹਨ, ਜਿਤਨੇ ਵੀ ਬ੍ਰਹਿਮੰਡ ਹਨ, ਜਿਤਨਾ ਵੀ ਅਸੀਂ ਪਸਾਰਾ ਦੇਖਦੇ ਹਾਂ, ਕੁੱਲ ਕਾਇਨਾਤ ਆਪ ਜੀ ਨੇ ਪੈਦਾ ਕੀਤੀ ਹੈ, ਤੇ ਆਪ ਜੀ ਨੇ ਪੈਦਾ ਕਰਕੇ ਉਹਦੇ ਵਿੱਚ ਆਪਣੀ ਜੋਤ ਟਿਕਾ ਦਿੱਤੀ। ਤੇ ਫਿਰ ਆਪ ਜੀ ਨੂੰ ਉਹ ਸਾਰੇ ਗਾਉਂਦੇ ਹਨ, ਕਿਉਂਕਿ ਸਾਰਿਆਂ ਨੂੰ ਪਤਾ ਲੱਗ ਗਿਆ ਸਾਡਾ ਵਜੂਦ, ਸਾਡਾ ਅਸਤਿਤਵ ਹੀ ਪਰਮੇਸ਼ਵਰ ਜੀ ਕਰਕੇ ਹੈ। ਇਸ ਕਰਕੇ ਪਰਮੇਸ਼ਵਰ ਜੀ ਦੀ ਸਿਫਤ ਸਲਾਹ ਤੋਂ ਬਿਨਾਂ ਸਾਨੂੰ ਸ਼ਕਤੀ ਨਹੀਂ ਮਿਲ ਸਕਦੀ। ਸੇ ਤੁਧਨੋ ਗਾਵਨ ਜੋ ਤੁਧ ਭਾਵਨ, ਰਤੇ ਤੇਰੇ ਭਗਤ ਰਸਾਲੇ। ਹੇ ਪ੍ਰਭੂ ਜੀਓ, ਆਪ ਜੀ ਨੂੰ ਉਹੀ ਗਾ ਸਕਦੇ ਨੇ, ਆਪ ਜੀ ਦੀ ਸਿਫਤ ਸਲਾਹ ਉਹੀ ਕਰ ਸਕਦੇ ਨੇ ਜੋ ਆਪ ਜੀ ਨੂੰ ਭਾਉਂਦੇ ਨੇ, ਆਪ ਜੀ ਨੂੰ ਚੰਗੇ ਲੱਗੇ, ਉਹੀ ਆਪ ਜੀ ਦੀ ਸਿਫਤ ਸਲਾਹ ਕਰ ਸਕਦੇ ਨੇ। ਤੇ ਜਿਹੜੇ ਆਪ ਜੀ ਦੀ ਸਿਫਤ ਸਲਾਹ ਕਰਦੇ ਨੇ, ਉਹ ਆਪ ਜੀ ਦੇ ਪ੍ਰੇਮ ਵਿੱਚ ਰੰਗੇ ਹੋਏ ਨੇ, ਆਪ ਜੀ ਦੀ ਭਗਤੀ ਕਰਨ ਵਾਲੇ ਨੇ, ਨਾਮ ਦੇ ਰਸ ਨੂੰ ਮੰਨਣ ਵਾਲੇ ਨੇ। ਤੇ ਜਿਨ੍ਹਾਂ ਦੇ ਜੀਵਨ ਵਿੱਚ ਪਹਿਲਾਂ ਸਿਫਤ ਸਲਾਹ ਆ ਜਾਂਦੀ ਹੈ, ਸਿਮਰਨ ਆ ਜਾਂਦਾ ਹੈ, ਫਿਰ ਪ੍ਰੇਮ ਵਿੱਚ ਰੰਗੇ ਜਾਂਦੇ ਨੇ, ਫਿਰ ਨਾਮ ਦੇ ਰਸ ਨੂੰ ਪਾਨ ਕਰਦੇ ਨੇ, ਫਿਰ ਹੇ ਪ੍ਰਭੂ ਜੀ, ਉਹੀ ਬੰਦੇ ਭਗਤੀ ਕਰ ਕਰਕੇ ਆਪ ਜੀ ਨੂੰ ਪਿਆਰੇ ਲੱਗਣ ਲੱਗ ਪੈਂਦੇ ਹਨ। ਉਹਨਾਂ ਬੰਦਿਆਂ ਨੂੰ ਫਿਰ ਆਪ ਜੀ ਪਿਆਰ ਕਰਦੇ ਹੋ। ਹੋਰ ਕੇਤੇ ਤੁਧਨੋ ਗਾਵਨ, ਸੇ ਮੈਂ ਚਿਤ ਨ ਆਵਨ, ਨਾਨਕ ਕਿਆ ਵਿਚਾਰੇ। ਮਹਾਰਾਜ ਜੀ ਬਚਨ ਕਰਦੇ ਹਨ, ਹੋਰ ਕਿੰਨੇ ਕੁ ਜੀਵ ਹਨ ਜੋ ਦ੍ਰਿਸ਼ਟ ਅੰਦ੍ਰਿਸ਼ਟ ਹਨ, ਮੈਂ ਉਹ ਗਿਣ ਵੀ ਨਹੀਂ ਸਕਦਾ, ਮੇਰੇ ਖਿਆਲ ਵਿੱਚ ਵੀ ਨਹੀਂ ਆ ਸਕਦੇ। ਮੇਰੇ ਵਿੱਚ ਇੰਨੀ ਸਮਰੱਥਾ ਨਹੀਂ ਕਿ ਉਹਨਾਂ ਦੀ ਵਿਚਾਰ ਕਰ ਸਕਾਂ, ਕਿਉਂਕਿ ਮੈਂ ਆਤਮਿਕ ਬਲ ਦੇ ਤੌਰ 'ਤੇ ਹੀਣਾ ਹਾਂ। ਹੇ ਪ੍ਰਭੂ ਜੀ, ਸਾਰਾ ਬਲ ਆਪ ਜੀ ਵਿੱਚ ਹੈ, ਆਪ ਜੀ ਦੇ ਨਾਮ ਵਿੱਚ ਹੈ, ਆਪ ਜੀ ਦੀ ਸਿਫਤ ਸਲਾਹ ਵਿੱਚ ਹੈ। ਮੈਂ ਵਿਚਾਰਾ ਆਪ ਜੀ ਦੀ ਕੀ ਵਿਚਾਰ ਕਰ ਸਕਦਾ ਹਾਂ। ਸੋਈ ਸੋਈ ਸਦਾ ਸੱਚ ਸਾਹਿਬ, ਸਾਚਾ ਸਾਚੀ ਨਾਈ। ਜੋ ਪਰਮੇਸ਼ਵਰ ਪਹਿਲਾਂ ਵੀ ਸੀ, ਹੁਣ ਵੀ ਹੈ, ਅੱਗੇ ਵੀ ਹੋਏਗਾ, ਸਦਾ ਥਿਰ ਹੈ, ਸਦਾ ਅਟਲ ਹੈ, ਉਸ ਪਰਮੇਸ਼ਵਰ ਜੀ ਨੇ ਸਾਰੀ ਸ੍ਰਿਸ਼ਟੀ ਪੈਦਾ ਕੀਤੀ ਹੈ। ਭੀ ਹੋਸੀ ਜਾਏ ਨਾ ਜਾਸੀ, ਰਚਨਾ ਜਿਨ ਰਚਾਈ। ਉਹ ਪਰਮੇਸ਼ਵਰ ਪਹਿਲਾਂ ਵੀ ਸੀ, ਹੁਣ ਵੀ ਹੈ, ਅੱਗੇ ਵੀ ਹੋਏਗਾ, ਸਦਾ ਕਾਇਮ ਰਹਿਣ ਵਾਲਾ, ਸਦਾ ਟਿਕੇ ਰਹਿਣ ਵਾਲਾ, ਸਦੀਵ ਕਾਲ ਵਾਸਤੇ ਜਿਉਂਦਾ ਹੈ। ਉਸ ਪਰਮੇਸ਼ਵਰ ਨੇ ਜੇਕਰ ਆਪਣੇ ਆਪ ਨੂੰ ਸਦੀਵ ਕਾਲ ਵਾਸਤੇ ਅਟਲ ਕੀਤਾ ਹੈ, ਤੇ ਪਰਮੇਸ਼ਵਰ ਦੀ ਵਡਿਆਈ ਵੀ
ਸਦੀਵ ਕਾਲ ਵਾਸਤੇ ਅਟਲ ਹੈ। ਇਸ ਕਰਕੇ ਪਰਮੇਸ਼ਵਰ ਦੀ ਵਡਿਆਈ ਕਰਨੀ ਚਾਹੀਦੀ ਹੈ। ਜੋ ਜੋ ਵਡਿਆਈ ਕਰਦਾ, ਫਿਰ ਨਾਮ ਰਹਿਓ ਸਾਧੂ ਰਹਿਓ, ਰਹਿਓ ਗੁਰ ਗੋਬਿੰਦ। ਪਰਮੇਸ਼ਵਰ ਦਾ ਨਾਮ ਰਹਿੰਦਾ ਹੈ, ਪਰਮੇਸ਼ਵਰ ਦੀ ਵਡਿਆਈ ਰਹਿੰਦੀ ਹੈ। ਜੋ ਵਡਿਆਈ ਕਰਨ ਵਾਲੇ ਸਾਧੂ ਨੇ ਉਹ ਰਹਿੰਦੇ ਨੇ, ਗੁਰੂ ਮਹਾਰਾਜ ਦੀ ਸ਼ਕਤੀ ਰਹਿੰਦੀ ਹੈ ਤੇ ਪਰਮੇਸ਼ਵਰ ਜੀ ਆਪ ਰਹਿੰਦੇ ਨੇ। ਇਸ ਕਰਕੇ ਹਮੇਸ਼ਾ ਹੀ ਪਰਮੇਸ਼ਵਰ ਦੀ ਵਡਿਆਈ ਕਰਨੀ ਚਾਹੀਦੀ ਹੈ। ਰੰਗੀ ਰੰਗੀ ਭਾਂਤੀ ਕਰ ਕਰ ਜਿਨਸੀ, ਮਾਇਆ ਜਿਨ ਉਪਾਈ। ਪਰਮੇਸ਼ਵਰ ਜੀ ਨੇ ਅਨੇਕਾਂ ਰੰਗਾਂ ਦੀ, ਅਨੇਕਾਂ ਕਿਸਮਾਂ ਦੀ, ਅਨੇਕਾਂ ਤਰ੍ਹਾਂ ਦੀ ਮਾਇਆ ਦੀ ਰਚਨਾ ਕਰ ਦਿੱਤੀ ਹੈ। ਕਰ ਕਰ ਦੇਖੈ ਕੀਤਾ ਆਪਣਾ, ਜਿਉ ਤਿਸ ਦੀ ਵਡਿਆਈ। ਪਰਮੇਸ਼ਵਰ ਜੀ ਆਪ ਹੀ ਪੈਦਾ ਕਰਦੇ ਹਨ, ਆਪ ਹੀ ਸਾਂਭ ਸੰਭਾਲ ਕਰਦੇ ਹਨ, ਆਪ ਹੀ ਰਿਜ਼ਕ ਦਿੰਦੇ ਹਨ। ਤੇ ਜੇ ਪਰਮੇਸ਼ਵਰ ਜੀ ਹੀ ਸਭ ਕੁਝ ਕਰਦੇ ਨੇ ਤੇ ਸਾਡਾ ਧਿਆਨ ਸਿਰਫ ਇੱਕ ਓੰਕਾਰ ਦੇ ਵਿੱਚ ਹੋਣਾ ਚਾਹੀਦਾ ਹੈ। ਬ੍ਰਹਮਾ ਵਿਸ਼ਨੂੰ ਮਹੇਸ਼ ਦੌਰਾਨ ਅਸੀਂ ਜੋ ਸੁਣਦੇ ਆਏ ਹਾਂ ਕਿ ਇਹਨਾਂ ਦੀ ਪੂਜਾ ਕਰੋ, ਪਰ ਗੁਰੂ ਨਾਨਕ ਦਾ ਸਿੱਖ ਇੱਕ ਓੰਕਾਰ ਦੀ ਪੂਜਾ ਕਰਦਾ ਹੈ, ਇੱਕ ਓੰਕਾਰ ਦੀ ਆਰਾਧਨਾ ਕਰਦਾ ਹੈ, ਕਿਉਂਕਿ ਗੁਰੂ ਦਾ ਹੁਕਮ ਹੈ ਕਿ ਪਰਮੇਸ਼ਵਰ ਜੀ ਨੇ ਜਗਤ ਪੈਦਾ ਕੀਤਾ ਹੈ, ਪਰਮੇਸ਼ਵਰ ਜੀ ਸਾਂਭ ਸੰਭਾਲ ਕਰਦੇ ਨੇ ਤੇ ਪਰਮੇਸ਼ਵਰ ਜੀ ਆਪਣੇ ਹੁਕਮ ਦੇ ਵਿੱਚ ਹੀ ਸਾਰਿਆਂ ਦੀ ਸਾਂਭ ਸੰਭਾਲ ਕਰਕੇ ਸਾਰਿਆਂ ਨੂੰ ਆਪਣੇ ਵਿੱਚ ਵਿਲੀਨ ਕਰ ਲੈਂਦੇ ਹਨ। ਪਰਮੇਸ਼ਵਰ ਤੋਂ ਬਿਨਾਂ ਦੂਜੀ ਤਾਕਤ ਕੋਈ ਵੀ ਵੱਡੀ ਸ਼ਕਤੀ ਨਹੀਂ ਹੈ। ਜੋ ਤਿਸ ਭਾਵੈ ਸੋਈ ਕਰਸੀ, ਫਿਰ ਹੁਕਮ ਨਾ ਕਰਨਾ ਜਾਈ। ਜੋ ਪਰਮੇਸ਼ਵਰ ਜੀ ਨੂੰ ਭਾਉਂਦਾ ਹੈ, ਪਰਮੇਸ਼ਵਰ ਜੀ ਉਹੀ ਕਰਦਾ ਹੈ। ਕੋਈ ਵੀ ਉਹਦੇ ਅੱਗੇ ਆਕੜ ਨਹੀਂ ਵਿਖਾ ਸਕਦਾ। ਜੋ ਤਿਸ ਭਾਵੈ ਸੋਈ ਕਰਸੀ, ਉਹੀ ਕਰਦਾ ਹੈ, ਫਿਰ ਹੁਕਮ ਨਾ ਕਰਨਾ ਜਾਈ। ਕੋਈ ਵੀ ਮਨੁੱਖ, ਕੋਈ ਵੀ ਜੀਵ, ਕੋਈ ਵੀ ਦੇਵੀ ਦੇਵਤਾ, ਕੋਈ ਵੀ ਭਗਤੀ ਕਰਨ ਵਾਲਾ ਰੱਬ ਨੂੰ ਇਹ ਨਹੀਂ ਕਹਿ ਸਕਦਾ ਕਿ ਰੱਬਾ ਤੂੰ ਮੇਰੇ ਕਰਕੇ ਸਾਰਿਆਂ ਨੂੰ ਮਾਰ ਦੇ, ਮੈਂ ਇਕੱਲਾ ਹੀ ਜਿਉਂਦਾ ਰਵਾਂ। ਕੋਈ ਵੀ ਬੰਦਾ ਪਰਮਾਤਮਾ ਤੋਂ ਆਪਣਾ ਹੁਕਮ ਨਹੀਂ ਮਨਾ ਸਕਦਾ। ਕੋਈ ਵੀ ਬੰਦਾ ਪਰਮਾਤਮਾ ਕੋਲੋਂ ਕੋਈ ਗਲਤ ਕੰਮ ਨਹੀਂ ਕਰਾ ਸਕਦਾ, ਕਿਉਂਕਿ ਭੁੱਲਣ ਅੰਦਰ ਸਭ ਕੋ ਅਭੁੱਲ ਗੁਰੂ ਕਰਤਾਰ। ਕਹਿਣ ਲੱਗੇ ਪਰਮਾਤਮਾ ਅੱਗੇ ਕੋਈ ਵੀ ਹੁਕਮ ਨਹੀਂ ਕਰ ਸਕਦਾ। ਜਿਹੜੇ ਭਗਤੀ ਕਰਨ ਵਾਲੇ ਨੇ ਉਹ ਪਰਮਾਤਮਾ ਦੇ ਦਰਸ਼ਨਾਂ ਵਾਸਤੇ ਪਰਮਾਤਮਾ ਨੂੰ ਯਾਦ ਕਰਦੇ ਨੇ ਤੇ ਪਰਮਾਤਮਾ ਉਹਨਾਂ ਦੇ ਵਸ ਵਿੱਚ ਆ ਜਾਂਦਾ ਹੈ। ਤੇ ਉਹ ਇਹ ਨਹੀਂ ਕਹਿੰਦੇ ਭਗਤੀ ਵਾਲੇ ਕਿ ਬਾਕੀ ਸਾਰੀ ਦੁਨੀਆ ਤੁਸੀਂ ਸਾੜ ਕੇ ਸੁਆਹ ਕਰ ਦਿਓ, ਧਰਤੀ ਪਲਟਾ ਦਿਓ, ਧਰਤੀ ਨੂੰ ਟੇਢੀ ਕਰ ਦਿਓ, ਮੈਂ ਇਕੱਲੇ ਜਿਉਂਦਾ ਰਵਾਂ, ਮੈਨੂੰ ਬਾਦਸ਼ਾਹ ਬਣਾ ਦਿਓ। ਕਿਉਂਕਿ ਪਰਮੇਸ਼ਵਰ ਦੀ ਭਗਤੀ ਕਰਨ ਵਾਲਾ ਕੀ ਕਹਿੰਦਾ ਹੈ? ਨਾਨਕ ਨਾਮ ਚੜ੍ਹਦੀ ਕਲਾ ਤੇਰੇ ਭਾਣੇ, ਸਰਬੱਤ ਦਾ ਭਲਾ। ਸਰਬੱਤ ਦਾ ਭਲਾ, ਸਰਬੱਤ ਦਾ ਭਲਾ ਮੰਗਦਾ ਹੈ। ਇਸ ਕਰਕੇ ਪਰਮੇਸ਼ਵਰ ਦੀ ਆਰਾਧਨਾ ਕਰਨ ਵਾਲਾ ਪਰਮੇਸ਼ਵਰ ਨੂੰ ਧਰਤੀ ਤੇ ਲਿਆ ਕੇ ਤੇ ਬੰਨਣ ਦੀ ਸਮਰੱਥਾ ਰੱਖਦਾ ਹੈ। ਆਪਣੇ ਕੋਲ ਅਨੇਕਾਂ ਹੀ ਸਾਖੀਆਂ ਨੇ, ਪਰ ਭਗਤੀ ਕਰਨ ਵਾਲਾ ਬਸ ਇੱਕੋ ਹੀ ਗੱਲ ਕਹਿੰਦਾ ਹੈ ਕਿ ਦਾਤਿਆ ਆ ਕੇ ਤੂੰ ਮੈਨੂੰ ਦਰਸ਼ਨ ਦੇ, ਆਓ ਸੱਜਣ ਤੂੰ ਮੁਖ ਲੱਗ, ਮੇਰਾ ਤਨ ਮਨ ਠੰਡਾ ਹੋਏ। ਹੇ ਮੇਰੇ ਮਾਲਕ ਜੀ, ਤੁਸੀਂ ਮੈਨੂੰ ਦਰਸ਼ਨ ਦਿਓ, ਮੇਰਾ ਹਿਰਦਾ ਠੰਡਾ ਹੋ ਜਾਏ। ਮਹਾਰਾਜ ਜੀ ਕਹਿੰਦੇ ਨੇ ਰੱਬ ਦੇ ਅੱਗੇ ਕੋਈ ਵੀ ਹੁਕਮ ਨਹੀਂ ਚਲਾ ਸਕਦਾ, ਪਰਮਾਤਮਾ ਦੇ ਅੱਗੇ ਕੋਈ ਵੀ ਆਪਣੀ ਮਰਜ਼ੀ ਨਹੀਂ ਚਲਾ ਸਕਦਾ। ਸੋ ਪਾਤ ਸਾਹੋ ਸਹਾ ਪਤ ਸਾਹਿਬ, ਨਾਨਕ ਰਹਿਨ ਰਜਾਈ। ਸੋ ਪਾਤ ਸਾਹੋ ਸਾਹਾ ਪਤ ਸਾਹਿਬ, ਇਸ ਨੂੰ ਪਤ ਸਾਹਿਬ ਕਹਾਂਗੇ। ਪਤ ਸਾਹਿਬ, ਪਤ ਪੋਲਾ ਪੜਾਂਗੇ। ਉਹ ਪਰਮੇਸ਼ਵਰ ਸ਼ਾਹਾਂ ਦਾ ਸ਼ਾਹ ਹੈ, ਪਾਤਸ਼ਾਹ ਹੈ। ਤੇ ਕਹਿਣ ਲੱਗੇ ਪਾਤਸ਼ਾਹ ਇਕੱਲਾ ਨਹੀਂ, ਪਾਤਸ਼ਾਹਾਂ ਦਾ ਵੀ ਪਾਤਸ਼ਾਹ ਹੈ। ਹੁਣ ਅਸੀਂ ਇਸ ਨੂੰ ਜੇ ਇੰਜ ਕਹੀ ਜਾਈਏ ਨਾ, ਪਾਤਸ਼ਾਹਾਂ ਦੇ ਪਾਤਸ਼ਾਹਾਂ ਦਾ, ਪਾਤਸ਼ਾਹਾਂ ਦਾ ਵੀ ਪਾਤਸ਼ਾਹ ਹੈ, ਇਹ ਵੀ ਸ਼ਬਦ ਸਾਰੇ ਥੋੜ੍ਹੇ ਪੈ ਜਾਣਗੇ। ਇੰਜ ਕਹਿ ਲਓ ਜੀ, ਉਸ ਦੇ ਬਰਾਬਰ ਦੀ ਪਾਤਸ਼ਾਹੀ ਕਿਸੇ ਕੋਲ ਨਹੀਂ ਹੈ। ਉਹ ਪਾਤਸ਼ਾਹਾਂ ਦਾ ਵੀ ਪਾਤਸ਼ਾਹ ਹੈ। ਇਸ ਕਰਕੇ ਜੀਵ ਨੂੰ ਪਰਮੇਸ਼ਵਰ ਦੀ ਆਗਿਆ ਦੇ ਵਿੱਚ ਰਹਿਣਾ ਚਾਹੀਦਾ ਹੈ। ਆਗਿਆ ਵਿੱਚ ਰਹਿਣ ਦਾ ਅਰਥ ਹਰ ਸਮੇਂ ਪਰਮੇਸ਼ਵਰ ਦੀ ਸਿਮਰਨ ਭਜਨ ਬੰਦਗੀ ਵਿੱਚ ਰਹਿਣਾ ਚਾਹੀਦਾ ਹੈ। ਦਾਸ ਬੇਨਤੀ ਕਰੇ ਜੀ, ਸਾਡੇ ਸਾਰਿਆਂ ਵਿੱਚ ਇੱਕ ਬੜਾ ਵੱਡਾ ਵਹਿਮ ਹੁੰਦਾ ਹੈ। ਜੋ ਪਹਿਲਾਂ ਦਾਸ ਨੇ ਬੇਨਤੀ ਕੀਤੀ ਕਿ ਅਸੀਂ ਵਾਸ਼ਰੂਮ ਦੇ ਵਿੱਚ ਵਾਹਿਗੁਰੂ ਵਾਹਿਗੁਰੂ ਅੰਦਰ ਨਹੀਂ ਜਪ ਸਕਦੇ, ਤੇ ਬਾਣੀ ਵਿੱਚ ਮਹਾਰਾਜ ਜੀ ਕਹਿੰਦੇ ਨੇ 8 ਪਹਿਰ ਸਾਲ ਆਹੇ ਸਿਰਜਣਹਾਰ ਤੂੰ। ਹੁਣ 24 ਘੰਟੇ ਦੀ ਗੱਲ ਕੀਤੀ,
ਤੇ 24 ਘੰਟੇ ਵਿੱਚ ਬ੍ਰਸ਼ ਵੀ ਆ ਜਾਂਦਾ ਹੈ ਜੀ, ਵਾਸ਼ਰੂਮ ਦੀ ਸਾਰੀ ਕਿਰਿਆ ਆ ਜਾਂਦੀ ਹੈ, ਕੰਮਕਾਰ ਦੀ ਸਾਰੀ ਕਿਰਿਆ ਆ ਜਾਂਦੀ ਹੈ, ਸਾਰੀ ਸ੍ਰਿਸ਼ਟੀ ਦੀ ਕਿਰਿਆ ਆ ਜਾਂਦੀ ਹੈ। ਤੇ ਮਹਾਰਾਜ ਨੇ ਜੇ 8 ਪਹਿਰ ਸਿਮਰਨ ਦਾ ਹੁਕਮ ਕੀਤਾ ਹੈ, ਤੇ ਫਿਰ ਸਿੱਖ ਆਪਣੀ ਮਰਜ਼ੀ ਨਾ ਕਰੇ, ਆਪਣੀ ਮਨਮਤ ਅਨੁਸਾਰ ਇਹ ਸ਼ਬਦ ਨਾ ਕਹੇ ਕਿ ਲਓ ਜੀ ਇਸ਼ਨਾਨ ਵੇਲੇ ਨਹੀਂ ਵਾਹਿਗੁਰੂ ਵਾਹਿਗੁਰੂ ਕਰਨਾ ਚਾਹੀਦਾ, ਕਿਉਂਕਿ ਥਾਂ ਗੰਦੀ ਹੁੰਦੀ ਹੈ, ਉਹ ਥਾਂ ਪਲੀਤ ਹੁੰਦੀ ਹੈ। ਤੇ ਦੱਸੋ, ਪਰਮੇਸ਼ਵਰ ਸਾਡੇ ਸਰੀਰ ਵਿੱਚ ਰਹਿੰਦਾ, ਤੇ ਸਰੀਰ ਵਿੱਚ ਕਿਹੜਾ ਦੁੱਧ ਚੱਲਦਾ ਰਹਿੰਦਾ, ਪੂਰੇ ਸਰੀਰ ਦੇ ਵਿੱਚ ਬਲੱਡ ਚੱਲਦਾ, ਤੇ ਬਲੱਡ ਦਾ ਜੋ ਸੁਭਾਅ ਹੁੰਦਾ ਹੈ ਉਹ ਗੰਦਾ ਹੁੰਦਾ, ਗੰਦਲਾ ਹੁੰਦਾ। ਸਰੀਰ ਦੇ ਵਿੱਚ ਮਾਸ ਹੈ, ਮਿੱਝ ਹੈ, ਚਰਬੀ ਹੈ। ਆਪ ਜੀ ਸਰੀਰ ਤੋਂ ਮਾਸ ਹਟਾਓ, ਥੱਲੇ ਚਰਬੀ ਮਿਲੇਗੀ, ਚਰਬੀ ਹਟਾਓ, ਥੱਲੇ ਅੰਤੜੀਆਂ ਮਿਲਣਗੀਆਂ, ਅੰਤੜੀਆਂ ਹਟਾਓ, ਥੱਲੇ ਹੱਡੀਆਂ ਮਿਲਣਗੀਆਂ, ਹੱਡੀਆਂ ਹਟਾਓ, ਥੱਲੇ ਰੈੱਡ ਬਲੱਡ ਸੈੱਲ ਤੇ ਵਾਈਟ ਬਲੱਡ ਸੈੱਲ ਮਿਲਣਗੇ, ਉਸ ਨੂੰ ਹਟਾਓ, ਅੰਦਰ ਪਾਣੀ ਮਿਲੇਗਾ, ਉਸ ਨੂੰ ਹਟਾਓ, ਤੇ ਸਰੀਰ ਦੇ ਵਿੱਚ ਵਿਸ਼ਟਾ ਮਿਲੇਗਾ, ਗੰਦਗੀ ਮਿਲੇਗੀ, ਕਈ ਤਰ੍ਹਾਂ ਦੇ ਅੰਦਰ ਐਸੇ ਸਾਨੂੰ ਵੇਖਣ ਵਾਲੀਆਂ ਤਰ੍ਹਾਂ ਤਰ੍ਹਾਂ ਦੀਆਂ ਅੰਤੜੀਆਂ ਮਿਲਣਗੀਆਂ, ਜੋ ਵੇਖ ਕੇ ਬੰਦੇ ਦਾ ਜੀਅ ਨਹੀਂ ਕਰੇਗਾ ਪ੍ਰਸ਼ਾਦਾ ਛਕਣ ਨੂੰ। ਤੇ ਪਰਮੇਸ਼ਵਰ ਸਾਡੇ ਸਰੀਰ ਵਿੱਚ ਰਹਿੰਦਾ, ਸਭ ਤੋਂ ਜ਼ਿਆਦਾ ਗੰਦਗੀ ਬੰਦੇ ਦੇ ਸਰੀਰ ਵਿੱਚ ਹੈ। ਤੇ ਮਹਾਰਾਜ ਜੀ ਕਹਿੰਦੇ ਨੇ ਭਾਈ ਮਨ ਦੇ ਵਿੱਚ ਸਿਮਰਨ ਕਰਦਾ ਰਹੋ, ਕਰਦਾ ਰਹੋ। ਇਸ ਕਰਕੇ ਵਹਿਮ ਨਹੀਂ ਕਰਨਾ ਚਾਹੀਦਾ, ਹਰ ਸਮੇਂ ਹੀ ਬੰਦਗੀ ਦੇ ਵਿੱਚ ਸੁਰਤ ਨੂੰ ਟਿਕਾ ਕੇ ਰੱਖਣਾ ਚਾਹੀਦਾ। ਤੇ ਆਪਾਂ ਸਾਰਿਆਂ ਨੇ ਇਹ ਸੁਣਿਆ ਹੈ ਨਾ ਜੀ, ਸਾਰੇ ਹੀ ਗਾਉਂਦੇ ਨੇ ਪਰਮੇਸ਼ਵਰ ਨੂੰ। ਹੁਣ ਭਾਈ ਨੰਦ ਲਾਲ ਜੀ ਦਾ ਆਪ ਜੀ ਗੰਜਨਾਮਾ ਪੜ੍ਹ ਕੇ ਦੇਖੋ। ਭਾਈ ਨੰਦ ਲਾਲ ਜੀ ਕਹਿੰਦੇ ਨੇ ਕਿ ਹੇ ਸੱਚੇ ਪਾਤਸ਼ਾਹ, ਮੈਂ ਸੁਣਿਆ ਹੈ ਕਿ ਸਾਰੇ ਹੀ ਪਰਮੇਸ਼ਵਰ ਨੂੰ ਗਾਉਂਦੇ ਹਨ, ਸਾਰੇ ਹੀ ਪਰਮੇਸ਼ਵਰ ਦੀ ਸਿਫਤ ਸਲਾਹ ਕਰਦੇ ਹਨ, ਪਰ ਮੈਂ ਜਿਸ ਵੇਲੇ ਆਪ ਜੀ ਦੀ ਕਿਰਪਾ ਦੇ ਨਾਲ ਆਪ ਜੀ ਦਾ ਵਿਰਾਟ ਸਵਰੂਪ ਦੇਖਿਆ, ਫਿਰ ਮੈਂ ਕੀ ਦੇਖਿਆ, ਸਾਰੀ ਸ੍ਰਿਸ਼ਟੀ ਖੁਦਾ ਦੀ ਸਿਫਤ ਕਰਦੀ ਹੈ, ਸਾਰੇ ਦੇਵੀ ਦੇਵਤੇ 33 ਕਰੋੜ ਦੇਵੀ ਦੇਵਤੇ ਤੋਂ ਵੱਧ ਆਪ ਜੀ ਦੀ ਪਰਮਾਤਮਾ ਦੀ ਸਿਫਤ ਸਲਾਹ ਕਰਦੇ ਨੇ, ਪਰ ਖੁਦ ਖੁਦਾ ਹੇ ਗੁਰੂ ਗੋਬਿੰਦ ਸਿੰਘ ਕਲਗੀਧਰ ਪਾਤਸ਼ਾਹ ਜੀ ਆਪ ਜੀ ਦੀ ਸਿਫਤ ਕਰਦਾ ਹੈ। ਹੱਕ ਖੁਦ ਵਸਾਫੇ ਗੁਰੂ ਗੋਬਿੰਦ ਸਿੰਘ, ਕਹਿਣ ਲੱਗੇ ਖੁਦ ਪਰਮੇਸ਼ਵਰ ਵੀ ਆਪ ਜੀ ਦੀ ਸਿਫਤ ਸਲਾਹ ਕਰਦਾ ਹੈ। ਤੇ ਸਾਨੂੰ ਮਾਣ ਹੋਣਾ ਚਾਹੀਦਾ ਹੈ, ਸਾਰੀ ਸ੍ਰਿਸ਼ਟੀ ਰੱਬ ਦੀ ਸਿਫਤ ਕਰਦੀ ਤੇ ਰੱਬ ਕਲਗੀਧਰ ਪਾਤਸ਼ਾਹ ਦੀ ਸਿਫਤ ਕਰਦਾ ਹੈ। ਤੇ ਅੱਗੇ ਸ਼ਬਦ ਵਰਤਿਆ, ਕਿਉਂ ਸਿਫਤ ਕਰਦਾ ਹੈ, ਬਰਤਰੀ ਔਸਾਫੇ ਗੁਰੂ ਗੋਬਿੰਦ ਸਿੰਘ, ਕਿਉਂਕਿ ਇਹ ਕਲਗੀਧਰ ਪਾਤਸ਼ਾਹ ਜੀ ਆਪ ਜੀ ਬਹੁਤ ਵੱਡੇ ਵੱਡੇ ਗੁਣਾਂ ਦੇ ਮਾਲਕ ਹੋ, ਬਹੁਤ ਵੱਡੇ ਵੱਡੇ ਗੁਣਾਂ ਦੇ ਮਾਲਕ ਹੋ। ਅਸੀਂ ਜਦੋਂ ਪ੍ਰਚਾਰਕਾਂ ਨੂੰ, ਕੁਝ ਗੁਰਮੁਖ ਪਿਆਰਿਆਂ ਨੂੰ ਸੁਣਦੇ ਆ, ਉਹ ਕਹਿੰਦੇ ਨੇ ਇਹਨੂੰ ਤਬਲਾ ਵਜਾਉਣਾ ਆਉਂਦਾ ਹੈ, ਇਹ ਗੁਣ ਆ, ਗੁਣ ਕਰਕੇ ਇਹ ਕੀਮਤੀ ਆ, ਗੁਣ ਕਰਕੇ ਇਹ ਖਾਸ ਆ। ਕਿਸੇ ਬੰਦੇ ਨੂੰ ਰਾਗ ਗਾਉਣਾ ਆਉਂਦਾ ਹੈ, ਉਵੇਂ ਇਹ ਬੰਦਾ ਹੀ ਆ, ਉਵੇਂ ਇਹਦੇ ਸਰੀਰ ਦੀ ਕੋਈ ਕੀਮਤ ਨਹੀਂ ਆ, ਪਰ ਦੇਖੋ ਇਹਦੇ ਕੋਲ ਗਾਉਣ ਦਾ ਗੁਣ ਆ, ਇਸ ਕਰਕੇ ਖਾਸ ਆ, ਇਹ ਕੀਮਤੀ ਆ। ਫਿਰ ਭੋਲੇ ਪ੍ਰਚਾਰਕ, ਭੋਲੇ ਸੱਜਣ ਕਹਿੰਦੇ ਨੇ ਗੁਰੂ ਨਾਨਕ ਦੇਵ ਮਹਾਰਾਜ ਜੀ ਦੇ ਵਿੱਚ ਗੁਣ ਸੀ, ਜਿਵੇਂ ਤਬਲੇ ਵਾਲੇ ਨੂੰ ਤਬਲਾ ਵਜਾਉਣਾ ਆਉਂਦਾ ਹੈ, ਗਾਉਣ ਵਾਲੇ ਨੂੰ ਗਾਉਣਾ ਆਉਂਦਾ ਹੈ, ਇਸੇ ਤਰ੍ਹਾਂ ਗੁਰੂ ਨਾਨਕ ਦੇਵ ਮਹਾਰਾਜ ਜੀ ਕੋਲ ਗੁਣ ਸੀ। ਗੁਰੂ ਮਹਾਰਾਜ ਜੀ ਕੀਰਤਨ ਕਰਦੇ ਸੀ, ਗੁਰੂ ਮਹਾਰਾਜ ਜੀ ਪਰਮਾਤਮਾ ਦੀ ਵਡਿਆਈ ਕਰਦੇ ਸੀ, ਗੁਣ ਸੀ। ਇਹ ਕੈਸੀਆਂ ਬਾਤਾਂ ਨੇ। ਤੇ ਦਾਸ ਨੂੰ ਤੇ ਇਹ ਸਮਝ ਨਹੀਂ ਆਉਂਦਾ ਕਿ ਜੇਕਰ ਕਿਸੇ ਬੰਦੇ ਦੇ ਕੋਲ ਰੂਹਾਨੀਅਤ ਹੈ ਹੀ ਨਹੀਂ, ਉਹ ਪ੍ਰਚਾਰ ਕਿਸ ਆਸਰੇ ਕਰ ਲੈਂਦਾ ਹੈ। ਬੜਾ ਕੌਨਫੀਡੈਂਸ ਚਾਹੀਦਾ ਹੈ ਕਿ ਆਪਣੇ ਆਪ ਬਾਰੇ ਬੰਦੇ ਨੇ ਜਾਣਿਆ ਨਹੀਂ ਤੇ ਜੋ ਮਰਜ਼ੀ ਬਕਵਾਸ ਕਰੀ ਜਾਂਦਾ ਹੈ, ਉਹ ਵੀ ਗੁਰੂ ਮਹਾਰਾਜ ਦੀ ਹਜ਼ੂਰੀ ਦੇ ਵਿੱਚ। ਤੇ ਕਿਹਦੇ ਪਰਥਾਏ? ਖੁਦ ਗੁਰੂ ਮਹਾਰਾਜ ਜੀ ਦੇ ਬਾਰੇ। ਸੱਚੇ ਪਾਤਸ਼ਾਹ ਜੀ ਨੇ ਬਾਣੀ ਦੇ ਵਿੱਚ ਬਚਨ ਕੀਤਾ, ਧੰਨ ਧੰਨ ਸੋ ਸੁਹਾਵਾ ਸਰੀਰ ਥਾਨ ਹੈ, ਜਿੱਥੇ ਮੇਰਾ ਗੁਰ ਧਰੇ ਵਿਖਾ। ਗੁਰੂ ਮਹਾਰਾਜ ਜੀ ਦਾ ਸ਼ਬਦ ਜੇ ਕਿਸੇ ਦੇ ਹਿਰਦੇ ਦੇ ਵਿੱਚ ਟਿਕ ਜਾਏ, ਗੁਰੂ ਮਹਾਰਾਜ ਜੀ ਦੇ ਚਰਨ ਟਿਕ ਜਾਣ, ਉਹ ਸਰੀਰ ਧਨਤਾ ਯੋਗ ਹੋ ਜਾਂਦਾ ਹੈ, ਉਹ ਸਰੀਰ ਮਹਾਨ ਹੋ ਜਾਂਦਾ ਹੈ। ਗੁਰੂ ਮਹਾਰਾਜ ਜੀ ਦਾ ਸ਼ਬਦ ਕਿਸੇ ਦੇ ਹਿਰਦੇ ਵਿੱਚ ਟਿਕੇ ਤੇ ਅਸੀਂ ਸੁਣਦੇ ਹਾਂ ਜੀ, ਉਹ ਸਰੀਰ ਕਿੰਨਾ ਕੁ ਪਵਿੱਤਰ ਹੋ ਜਾਂਦਾ ਹੈ। ਦੇਹੀ ਕਿਸਕੀ ਬਾਪੁਰੀ ਪਵਿੱਤਰ ਹੋਏਗੋ ਗ੍ਰਾਮ। ਤੇ ਇੱਥੇ ਜਿੱਥੇ ਗੁਰੂ ਨਾਨਕ ਦੇਵ ਮਹਾਰਾਜ ਜੀ ਦੀ ਬਾਤ ਆਉਂਦੀ ਹੈ ਤੇ ਉੱਥੇ ਤਾਂ ਸਭ ਤੇ ਵੱਡਾ ਸਤਿਗੁਰ ਨਾਨਕ
ਜਿਨ ਕਲ ਰਾਖੀ ਮੇਰੀ। ਦੇਖੋ ਗੁਰੂ ਦੀ ਅਸੀਂ ਸਰੀਰ ਦੀ ਕੀ ਸਿਫਤ ਕਰਨੀ ਆ, ਗੁਰੂ ਦਾ ਸ਼ਬਦ ਕਿਸੇ ਦੇ ਹਿਰਦੇ ਵਿੱਚ ਪ੍ਰਗਟ ਹੋ ਗਿਆ ਤੇ ਅਸੀਂ ਉਹਨੂੰ ਕਹਿਣ ਲੱਗ ਪਏ ਕਿ ਇਹ ਮਹਾਨ ਆਤਮਾ ਧੰਨ ਧੰਨ ਬਾਬਾ ਆਨੰਦ ਸਿੰਘ ਜੀ। ਮੂਲ ਮੰਤਰ ਸਾਹਿਬ ਜੀ ਦਾ ਅਭਿਆਸ ਕੀਤਾ ਉਹਨਾਂ ਨੇ, ਸੱਚੇ ਪਾਤਸ਼ਾਹ ਜੀ ਦੁਆਰਾ ਉਚਾਰਨ ਕੀਤੀ ਹੋਈ ਬਾਣੀ ਦਾ ਅਭਿਆਸ ਕੀਤਾ ਤੇ ਦੇਖੋ ਸਾਰੀ ਸ੍ਰਿਸ਼ਟੀ ਵਿੱਚ ਬਾਬਾ ਆਨੰਦ ਸਿੰਘ ਜੀ ਦੀ ਸਿਫਤ ਸਲਾਹ ਹੈ। ਸੰਤ ਬਾਬਾ ਗੁਰਬਚਨ ਸਿੰਘ ਜੀ ਖਾਲਸਾ ਭਿੰਡਰਾਂ ਵਾਲੇ, ਉਹਨਾਂ ਨੇ ਗੁਰੂ ਕੇ ਸ਼ਬਦ ਨੂੰ ਕਮਾਇਆ ਤੇ ਦੇਖੋ ਮਹਾਂਪੁਰਖਾਂ ਦੀ ਕਿੰਨੀ ਸਿਫਤ ਸਲਾਹ ਕੀਤੀ ਗਈ ਬਾਣੀ ਵਿੱਚ। ਤੇ ਜਦੋਂ ਅਸੀਂ ਗੁਰੂ ਦੀ ਗੱਲ ਕਰਾਂਗੇ ਤੇ ਅਸੀਂ ਗੁਰੂ ਨੂੰ ਰੱਬੀ ਰੂਪ, ਇਲਾਹੀ ਰੂਪ, ਪ੍ਰਕਾਸ਼ ਰੂਪ, ਜੋਤ ਰੂਪ ਹਰ ਆਪ ਗੁਰੂ ਨਾਨਕ ਕਹਾਇਓ। ਉਹ ਭਾਈ ਤੇਰੇ ਵਾਸਤੇ ਹੋਏਗਾ ਗੁਰੂ ਐਸਾ ਕਿ ਤਬਲੇ ਵਾਲੇ ਵਿੱਚ ਤਬਲੇ ਵਜਾਉਣ ਦਾ ਗੁਣ ਆ, ਗਾਉਣ ਵਾਲੇ ਵਿੱਚ ਗਾਉਣ ਵਾਲੇ ਦਾ ਗੁਣ ਆ, ਗਾਉਣਾ ਹੀ ਉਹਦਾ ਗੁਣ ਆ। ਤੇ ਗੁਰੂ ਵਿੱਚ ਵੀ ਇਹ ਗੁਣ ਸੀ। ਗੁਰੂ ਤਾਂ ਉਸ ਸੱਚਖੰਡ ਦੀ ਮੂਲ ਸ਼ਕਤੀ ਦਾ ਮਾਲਕ ਹੁੰਦਾ ਹੈ। ਸਾਡੀ ਨਿਗਾਹ ਦੇ ਵਿੱਚ, ਗੁਰਸਿੱਖ ਦੀ ਨਿਗਾਹ ਦੇ ਵਿੱਚ ਗੁਰੂ ਹੀ ਰੱਬ ਹੈ, ਗੁਰੂ ਹੀ ਸੱਚਖੰਡ ਦਾ ਵਾਸੀ ਹੈ, ਗੁਰੂ ਹੀ ਸੱਚਖੰਡ ਦਾ ਮਾਲਕ ਹੈ। ਗੁਰੂ ਕਰਕੇ ਹੀ ਤੇ ਸਾਰੀ ਸ੍ਰਿਸ਼ਟੀ ਦੇ ਵਿੱਚ ਹਲਚਲ ਹੈ। ਆਪ ਜੀ ਕਿਤੇ ਭਾਈ ਨੰਦ ਲਾਲ ਜੀ ਦੀ ਕਿਤੇ ਰਚਨਾ ਪੜ੍ਹ ਕੇ ਦੇਖੋ ਨਾ, ਤੇ ਅਸੀਂ ਇਹ ਰਚਨਾ ਪੜ੍ਹਦੇ ਸਾਰ ਜਿਹੜੇ ਅੰਦਰ ਗੁਰੂ ਦੇ ਪ੍ਰੇਮ ਤੇ ਖਾਲੀ ਨੇ ਉਹ ਸਵਾਲ ਪੈਦਾ ਕਰ ਸਕਦੇ ਨੇ ਕਿ ਇਹ ਕਿਵੇਂ ਭਾਈ ਨੰਦ ਲਾਲ ਜੀ ਨੇ ਸ਼ਬਦ ਵਰਤ ਦਿੱਤੇ ਜੀ। ਪਰ ਦੇਖੋ ਭਾਈ ਨੰਦ ਲਾਲ ਜੀ ਦੇ ਅੰਦਰ ਹੁਣ ਗੁਰੂ ਮਹਾਰਾਜ ਜੀ ਦੀ ਉਹ ਅਥਾਹ ਸ਼ਕਤੀ ਵਰਤ ਰਹੀ ਹੈ। ਇਸ ਕਰਕੇ ਜੋ ਕਹਿ ਰਹੇ ਨੇ ਬਿਲਕੁਲ ਸੱਚ ਹੈ, ਜੋ ਦੇਖ ਰਹੇ ਨੇ ਕਹਿ ਰਹੇ ਨੇ। ਹੁਣ ਦੇਖੋ ਹਰ ਇੱਕ ਬੰਦਾ ਕਹਿੰਦਾ ਹੈ ਮੈਂ ਸੱਚਖੰਡ ਦਾ ਵਾਸੀ ਹਾਂ, ਤੇ ਭਾਈ ਨੰਦ ਲਾਲ ਜੀ ਪਤਾ ਕੀ ਕਹਿੰਦੇ ਨੇ, ਲਾ ਮਕਾਂ ਪਾਬੋਸ ਗੁਰੂ ਗੋਬਿੰਦ ਸਿੰਘ। ਪਾਬੋਸ ਦਾ ਅਰਥ ਹੁੰਦਾ ਹੈ ਜੀ ਚਰਨਾਂ ਨੂੰ ਚੁੰਮਣ ਵਾਲਾ। ਲਾ ਮਕਾਂ ਪਾਬੋਸ ਗੁਰੂ ਗੋਬਿੰਦ ਸਿੰਘ, ਖੁਦ ਸੱਚਖੰਡ, ਖੁਦ ਬੈਕੁੰਠ ਕਲਗੀਧਰ ਪਾਤਸ਼ਾਹ ਜੀ ਦੇ ਚਰਨ ਚੁੰਮਦਾ ਹੈ। ਫਿਰ ਅੱਗੇ ਕਹਿੰਦੇ ਨੇ ਬਰਦੋ ਆਲਮ ਕੋਸੇ ਗੁਰੂ ਗੋਬਿੰਦ ਸਿੰਘ। ਕਹਿਣ ਲੱਗੇ ਦੋਹਾਂ ਜਹਾਨਾਂ ਦੇ ਵਿੱਚ ਡੰਕਾ ਕਲਗੀਧਰ ਪਾਤਸ਼ਾਹ ਜੀ ਦੇ ਨਾਮ ਦਾ ਵੱਜ ਰਿਹਾ ਹੈ। ਹੁਣ ਦੱਸੋ, ਹੁਣ ਅਸੀਂ ਇਹ ਜੋ ਸ਼ਬਦ ਭਾਈ ਨੰਦ ਲਾਲ ਜੀ ਦੇ ਅਸੀਂ ਆਪਸ ਵਿੱਚ ਸਾਂਝੇ ਕੀਤੇ, ਤੇ ਹੁਣ ਕੋਈ ਵੀ ਬੰਦਾ ਕਹਿ ਸਕਦਾ ਹੈ ਜੀ ਕਿਵੇਂ ਗੁਰੂ ਮਹਾਰਾਜ ਜੀ ਤਾਂ ਤੀਰ ਚਲਾਉਣ ਵਾਲੇ ਸਨ, ਗੁਰੂ ਮਹਾਰਾਜ ਜੀ ਤਾਂ ਯੋਧੇ ਸਨ, ਗੁਰੂ ਮਹਾਰਾਜ ਜੀ ਕਲਗੀ ਵਾਲੇ ਸਨ, ਗੁਰੂ ਮਹਾਰਾਜ ਜੀ ਚਿੱਟਿਆਂ ਬਾਜਾਂ ਵਾਲੇ ਸਨ, ਨੀਲੇ ਘੋੜੇ ਵਾਲੇ ਸਨ। ਭਾਈ ਉਹ ਤੇ ਗੁਰੂ ਮਹਾਰਾਜ ਜੀ ਦੀ ਕਈ ਅਰਬਾਂ ਖਰਬਾਂ ਦੀ ਗਿਣਤੀ ਦੀ ਸਿਫਤ ਦਾ ਇੱਕ ਕਿਣਕਾ ਵੀ ਨਹੀਂ ਹੈ। ਹੁਣ ਦੇਖੋ ਭਾਈ ਨੰਦ ਲਾਲ ਜੀ ਕੀ ਕਹਿੰਦੇ ਨੇ, ਕਿਤੇ ਸਾਡੇ ਅੰਦਰ ਐਸੀ ਭਾਵਨਾ ਬਣ ਜਾਏ। ਭਾਈ ਨੰਦ ਲਾਲ ਜੀ ਕਹਿੰਦੇ ਨੇ, ਆਪ ਜੀ ਪੜ੍ਹ ਕੇ ਦੇਖਿਓ, ਗੰਜਨਾਮਾ ਜ਼ਰੂਰ ਪੜ੍ਹੋ। ਗੰਜਨਾਮੇ ਨੂੰ ਤੇ ਸਾਨੂੰ ਆਪਣੇ ਨਿਤਨੇਮ ਦਾ ਹਿੱਸਾ ਬਣਾ ਲੈਣਾ ਚਾਹੀਦਾ ਹਰ ਸਿੱਖ ਨੂੰ। ਉਹ ਕਹਿੰਦੇ ਨੇ ਰੂਹ ਦਰ ਹਰ ਜਿਸਮ ਗੁਰੂ ਗੋਬਿੰਦ ਸਿੰਘ। ਹੇ ਕਲਗੀਧਰ ਪਾਤਸ਼ਾਹ, ਆਪ ਜੀ ਸਾਰੇ ਸਰੀਰਾਂ ਦੇ ਵਿੱਚ ਆਤਮਾ ਹੋ, ਤੁਸੀਂ ਹੀ ਆਤਮਿਕ ਸਵਰੂਪ ਵਿੱਚ ਬਿਰਾਜਮਾਨ ਹੋ। ਨੂਰ ਦਰ ਹਰ ਚਸ਼ਮ ਗੁਰੂ ਗੋਬਿੰਦ ਸਿੰਘ। ਤੇ ਸਾਰੀ ਸ੍ਰਿਸ਼ਟੀ ਦੀਆਂ ਅੱਖਾਂ ਦੇ ਵਿੱਚ ਜਿੰਨਾ ਵੀ ਚਾਨਣਾ ਹੈ, ਜਿੰਨੀ ਵੀ ਲਾਈਟ ਹੈ, ਇਹ ਕਲਗੀਧਰ ਪਾਤਸ਼ਾਹ ਉਹ ਆਪ ਜੀ ਕਰਕੇ ਹੈ। ਫਿਰ ਵੇਖੋ ਭਾਈ ਨੰਦ ਲਾਲ ਜੀ ਕੀ ਕਹਿੰਦੇ ਨੇ, ਸੱਚੇ ਪਾਤਸ਼ਾਹ ਕਿਤੇ ਐਸਾ ਪ੍ਰੇਮ ਕਿਤੇ ਸਾਡੇ ਅੰਦਰ 1% ਵੀ ਕਿਤੇ ਪੈਦਾ ਕਿਤੇ ਕਰ ਦੇਣ ਨਾ, ਤੇ ਦੇਖੋ ਅਸੀਂ ਆਪ ਅੰਦਰੋਂ ਬਾਹਰੋਂ ਗੁਰੂ ਦਾ ਰੂਪ ਹੋ ਜਾਵਾਂਗੇ। ਅੱਗੇ ਕਹਿੰਦੇ ਨੇ ਜੁਮਲਾ ਰੋਜ਼ੀ ਖਾਰੇ ਗੁਰੂ ਗੋਬਿੰਦ ਸਿੰਘ, ਫੈਜ਼ੇ ਹੱਕ ਅਮਤਾਰੇ ਗੁਰੂ ਗੋਬਿੰਦ ਸਿੰਘ। ਫੈਜ਼ੇ ਹੱਕ ਅਮਤਾਰੇ ਗੁਰੂ ਗੋਬਿੰਦ ਸਿੰਘ। ਹੇ ਸੱਚੇ ਪਾਤਸ਼ਾਹ, ਲੋਕ ਕਹਿੰਦੇ ਨੇ ਕਿ ਵਿਸ਼ਨੂੰ ਰੋਜ਼ੀ ਦਿੰਦਾ ਹੈ, ਲੋਕ ਕਹਿੰਦੇ ਨੇ ਕਿ ਦੇਵਤਾ ਹੈ ਜੀ ਬੈਕੁੰਠ ਵਿੱਚ ਜੋ ਸਾਰਿਆਂ ਨੂੰ ਰੋਜ਼ੀ ਦਿੰਦਾ ਹੈ। ਪਰ ਦਾਤਿਆ, ਜਿਸ ਵੇਲੇ ਤੂੰ ਮੈਨੂੰ ਆਪਣਾ ਅਸਲੀ ਸਵਰੂਪ ਪ੍ਰਗਟ ਕੀਤਾ, ਤੇਰਾ ਅਸਲੀ ਸਵਰੂਪ ਮੈਂ ਸੱਚਖੰਡ ਵਿੱਚ ਦੇਖਿਆ, ਤੇ ਮੈਨੂੰ ਹੁਣ ਪਤਾ ਲੱਗਿਆ ਕਿ ਸਾਰਿਆਂ ਨੂੰ ਰੋਜ਼ੀ ਤੁਸੀਂ ਦਿੰਦੇ ਹੋ, ਸਾਰੇ ਤੁਹਾਡੇ ਕੋਲੋਂ ਹੀ ਮੰਗ ਕੇ ਖਾ ਰਹੇ ਨੇ। ਤੇ ਜਦੋਂ ਅੱਗੇ ਕਹਿੰਦੇ ਨੇ ਫੈਜ਼ ਏ ਹੱਕ ਅਮਤਾਰ ਗੁਰੂ ਗੋਬਿੰਦ ਸਿੰਘ, ਹੇ ਮਹਾਰਾਜ ਜੀ, ਸਾਰੇ ਰੱਬ ਕੋਲੋਂ ਕਿਰਪਾ ਮੰਗਦੇ ਨੇ, ਪਰ ਰੱਬੀ ਕਿਰਪਾ ਦਾ ਸਾਰਾ ਮੀਂਹ ਤੁਹਾਡੇ ਕੋਲ ਵਸਦਾ ਹੈ, ਤੁਸੀਂ ਜਿਹਦੇ ਉੱਤੇ ਮਰਜ਼ੀ ਕਿਰਪਾ ਕਰਦੇ ਹੋ। ਹੇ ਦਾਤਾ ਜੀ,
ਆਪ ਜੀ ਹੀ ਸਾਰਾ ਕੁਝ ਹੋ। ਆਪ ਜੀ ਦੇ ਵਿੱਚ ਹੀ ਸਾਰੀਆਂ ਸ਼ਕਤੀਆਂ ਹਨ। ਆਪ ਜੀ ਦੇ ਦਰ ਦੇ ਉੱਤੇ ਵੱਡੀਆਂ ਵੱਡੀਆਂ ਜਿਹੜੀਆਂ ਦੇਵੀਆਂ ਨੇ ਉਹ ਝਾੜੂ ਬਰਦਾਰ ਦਾ ਕਾਰਜ ਕਰਦੀਆਂ ਨੇ। ਅਸੀਂ ਬਾਣੀ ਵਿੱਚ ਬਚਨ ਪੜ੍ਹਦੇ ਹਾਂ, ਆ ਗੰਜਨਾਮੇ ਦੇ ਵਿੱਚ ਕਹਿੰਦੇ ਨੇ ਭਾਈ ਨੰਦ ਲਾਲ ਜੀ, ਉਮੇ ਕੁਦਸ ਬਕਾਰੇ ਗੁਰੂ ਗੋਬਿੰਦ ਸਿੰਘ, ਗਾਸ਼ੀਆ ਬਰਦਾਰੇ ਗੁਰੂ ਗੋਬਿੰਦ ਸਿੰਘ। ਜਿੰਨੀਆਂ ਵੀ ਦੇਵੀਆਂ ਹਨ, ਜਿੰਨੇ ਵੀ ਦੇਵਤੇ ਹਨ, ਹੇ ਦਾਤਾ ਜੀ, ਉਹ ਆਪ ਜੀ ਦੇ ਹੁਕਮ ਦੇ ਵਿੱਚ ਆਪ ਜੀ ਦੇ ਦਰ ਘਰ ਦੇ ਅੱਗੇ ਝਾੜੂ ਫੇਰਦੀਆਂ ਪਈਆਂ ਹਨ। ਉਹਨਾਂ ਨੂੰ ਤਾਂ ਸਾਰੀਆਂ ਤਾਕਤਾਂ ਹੀ ਆਪ ਜੀ ਦੇ ਚਰਨਾਂ ਦੇ ਵਿੱਚੋਂ ਪ੍ਰਾਪਤ ਹੁੰਦੀਆਂ ਪਈਆਂ ਹਨ। ਤੇ ਦੇਖੋ ਭਾਈ ਨੰਦ ਲਾਲ ਜੀ ਕਹਿੰਦੇ ਨੇ, ਆਲਮੇ ਰੋਸ਼ਨ ਜੇ ਗੁਰੂ ਗੋਬਿੰਦ ਸਿੰਘ। ਇਹ ਸੱਚੇ ਪਾਤਸ਼ਾਹ, ਸਾਰੇ ਸੰਸਾਰ 'ਚ ਜਿੰਨੀ ਵੀ ਰੋਸ਼ਨੀ ਹੈ ਨਾ, ਸਵੇਰੇ ਸੂਰਜ ਦਾ ਪ੍ਰਕਾਸ਼ ਹੁੰਦਾ ਹੈ, ਰਾਤ ਨੂੰ ਚੰਦਰਮਾ ਦਾ ਪ੍ਰਕਾਸ਼ ਹੁੰਦਾ ਹੈ, ਲੋਕ ਕਹਿੰਦੇ ਨੇ ਤਾਰਿਆਂ ਦਾ ਵੀ ਪ੍ਰਕਾਸ਼ ਹੁੰਦਾ ਹੈ, ਪਰ ਜਿਸ ਵੇਲੇ ਮੈਂ ਦੇਖਦਾ ਹਾਂ ਤੇ ਮੈਨੂੰ ਇੰਝ ਲੱਗਦਾ ਹੈ ਕਿ ਉਹ ਸੂਰਜ ਪ੍ਰਕਾਸ਼ ਤੁਹਾਡੇ ਕੋਲੋਂ ਲੈ ਰਿਹਾ ਹੈ। ਅਸੀਂ ਸੁਣਦੇ ਹਾਂ ਜੀ ਚੰਦਰਮਾ ਪ੍ਰਕਾਸ਼ ਲੈਂਦਾ ਸੂਰਜ ਕੋਲੋਂ ਸਾਇੰਸ ਦੇ ਹਿਸਾਬ ਨਾਲ, ਪਰ ਜੇਕਰ ਭਗਤੀ ਭਾਵ ਵਾਲੇ ਨਾਮ ਰਸੀਏ ਗੁਰੂ ਮਹਾਰਾਜ ਜੀ ਦੇ ਚਰਨਾਂ ਵਿੱਚ ਲੀਨ ਆਤਮਾ ਨੂੰ ਪੁੱਛੀਏ ਤੇ ਉਹ ਕਹਿੰਦਾ ਹੈ, ਚੰਦਰਮਾ ਦੀ ਚਾਨਣੀ, ਚੰਦਰਮਾ ਦੀ ਠੰਡਕ ਇਹ ਗੁਰੂ ਗੋਬਿੰਦ ਸਿੰਘ ਮਹਾਰਾਜ ਦੇ ਰਹੇ ਨੇ। ਇਹ ਸੂਰਜ ਨੂੰ ਜਿੰਨੀ ਵੀ ਸ਼ਕਤੀ ਹੈ, ਇਹ ਸਾਰੀ ਗੁਰੂ ਕਲਗੀਧਰ ਪਾਤਸ਼ਾਹ ਜੀ ਦੇ ਰਹੇ ਨੇ ਇਸ ਸੂਰਜ ਨੂੰ। ਤੇ ਕਹਿੰਦੇ ਨੇ, ਆਲਮੇ ਰੋਸ਼ਨ ਜੇ ਗੁਰੂ ਗੋਬਿੰਦ ਸਿੰਘ। ਇਹ ਸੱਚੇ ਪਾਤਸ਼ਾਹ, ਆਪ ਜੀ ਕਰਕੇ ਸਾਰੇ ਸੰਸਾਰ ਦੇ ਵਿੱਚ ਚਾਨਣਾ ਹੈ, ਸਾਰੇ ਸੰਸਾਰ ਵਿੱਚ ਰੋਸ਼ਨੀ ਹੈ। ਜਾਨੋ ਦਿਲ ਗੁਲਸ਼ਨ ਜੇ ਗੁਰੂ ਗੋਬਿੰਦ ਸਿੰਘ। ਤੇ ਸੱਚੇ ਪਾਤਸ਼ਾਹ, ਜੋ ਸਰੀਰ ਦੇ ਵਿੱਚ ਤਾਕਤ ਹੈ ਤੇ ਜੋ ਆਤਮਾ ਦੇ ਵਿੱਚ ਤਾਕਤ ਹੈ ਨਾ, ਮਹਾਰਾਜ ਜੀ ਆਪ ਜੀ ਦੀ ਦਇਆ ਨਾਲ ਹੈ, ਆਪ ਜੀ ਦੀ ਕਿਰਪਾ ਦੇ ਨਾਲ ਹੈ। ਸਰੀਰ ਦੇ ਵਿੱਚ ਜੋ ਬਲੱਡ ਗਰਦਸ਼ ਕਰਦਾ ਪਿਆ ਹੈ, ਜੋ ਬਲੱਡ ਦੇ ਵਿੱਚ ਖਿੜਾਓ ਹੈ, ਜੋ ਮਨ ਦੇ ਵਿੱਚ ਖਿੜਾਓ ਹੈ, ਜੋ ਆਤਮਾ ਦੇ ਵਿੱਚ ਖਿੜਾਓ ਹੈ, ਨਾਮ ਜਪਦੀ ਪਈ ਹੈ ਆਤਮਾ, ਸਾਰੀ ਸ੍ਰਿਸ਼ਟੀ ਦੀਆਂ ਆਤਮਾਵਾਂ ਵਿੱਚ ਖਿੜਾਓ, ਸਰੀਰ ਵਿੱਚ ਖਿੜਾਓ, ਇਹ ਆਪ ਜੀ ਕਰਕੇ ਹੈ। ਸੱਚੇ ਪਾਤਸ਼ਾਹ ਜੀ ਕਿਰਪਾ ਕਰਨ ਜੀ, ਸਾਡੇ ਉੱਤੇ ਇਹ ਬਖਸ਼ਿਸ਼ ਹੋਵੇ, ਸਾਨੂੰ ਗੁਰੂ ਤੋਂ ਇਲਾਵਾ ਕੋਈ ਵੀ ਹੋਰ ਨਾ ਦਿਸੇ ਤੇ ਸਾਨੂੰ ਇੰਜ ਲੱਗੇ ਕਿ ਸਿੱਖ ਦਾ ਪਹਿਲਾ ਕਦਮ ਗੁਰੂ ਕੇ ਚਰਨਾਂ ਵਿੱਚ ਪਹੁੰਚਣਾ ਤੇ ਸਿੱਖ ਦਾ ਅਖੀਰਲਾ ਕਦਮ ਵੀ ਗੁਰੂ ਦੇ ਚਰਨਾਂ ਵਿੱਚ ਪਹੁੰਚਣਾ ਹੈ। ਤੇ ਜਿਸ ਵੇਲੇ ਪਹਿਲਾ ਕਦਮ ਪੁੱਟਿਆ ਜਾਵੇ ਨਾ ਜੀ, ਫਿਰ ਗੁਰੂ ਮਹਾਰਾਜ ਜੀ ਆਪ ਆ ਕੇ ਬਾਕੀ ਸਾਰੇ ਕਦਮ ਸਰ ਕਰਾ ਦਿੰਦੇ ਨੇ। ਸੱਚੇ ਪਾਤਸ਼ਾਹ ਜੀ ਕਿਰਪਾ ਕਰਨ ਜੀ, ਆਪ ਜੀ ਸਭ ਸੰਗਤ ਅਸੀਸ ਬਖਸ਼ਿਓ, ਆਪ ਜੀ ਸਾਰੇ ਦਇਆ ਵਰਤਾਇਓ, ਆਪ ਜੀ ਅਰਦਾਸ ਕਰਿਓ। ਆਪਾਂ ਗੰਜਨਾਮੇ ਦੀ ਆਪਾਂ ਵਿਆਖਿਆ ਆਪਾਂ ਆਪਸ ਵਿੱਚ ਸਾਂਝੀ ਕਰਾਂਗੇ, ਕਿਉਂਕਿ ਜੇਕਰ ਕਿਸੇ ਨੇ ਗੰਜਨਾਮੇ ਦੀ ਵਿਆਖਿਆ ਨਹੀਂ ਨਾ ਸੁਣੀ, ਸਮਝ ਲਓ ਉਹਨੇ ਗੁਰੂ ਗੋਬਿੰਦ ਸਿੰਘ ਮਹਾਰਾਜ ਬਾਰੇ ਸੁਣਿਆ ਹੀ ਕੁਝ ਨਹੀਂ। ਕਿ ਗੁਰੂ ਮਹਾਰਾਜ ਜੀ ਦੀ ਸਿਫਤ ਜੋ ਭਾਈ ਨੰਦ ਲਾਲ ਜੀ ਨੇ ਕੀਤੀ, ਉਹ ਸਿਫਤ ਆਪਾਂ ਨੂੰ ਆਸੇ ਪਾਸੇ ਹੋਰ ਕਿਤੇ ਨਹੀਂ ਦਿਸਦੀ। ਜਾਂ ਫਿਰ ਕਵੀ ਰਾਜ ਸੰਤੋਖ ਸਿੰਘ ਜੀ ਨੇ ਕੀਤੀ ਜੀ। ਸੱਚੇ ਪਾਤਸ਼ਾਹ ਜੀ ਦੀ ਸਿਫਤ ਦਾ ਹੁਕਮ ਮਹਾਰਾਜ ਜੀ ਨੇ ਜਿਸ ਵੇਲੇ ਭਾਈ ਨੰਦ ਲਾਲ ਜੀ ਨੂੰ ਪੁੱਛਿਆ ਕਿ ਨੰਦ ਲਾਲ ਇਹ ਕੀ ਹੈ, ਤੇ ਆਖਿਆ ਕਿ ਸੱਚੇ ਪਾਤਸ਼ਾਹ, ਇਹ ਮੈਂ ਆਪ ਜੀ ਦੇਖੋ ਤੁਹਾਡੀ ਦਇਆ ਦੇ ਨਾਲ ਇਹ ਪੁਸਤਕ ਦਾ ਨਿਰਮਾਣ ਕੀਤਾ ਹੈ। ਤੇ ਸੱਚੇ ਪਾਤਸ਼ਾਹ ਜੀ ਨੇ ਫਿਰ ਹੁਕਮ ਕੀਤਾ ਸੀ, ਭਾਈ ਜੇਕਰ ਕਿਸੇ ਦੇ ਅੰਦਰ ਸਿਮਰਨ ਕਰ ਕਰਕੇ, ਪਾਠ ਕਰ ਕਰਕੇ, ਗੁਰੂ ਦਾ ਹੁਕਮ ਮੰਨ ਕੇ ਪ੍ਰੇਮ ਨਹੀਂ ਨਾ ਪੈਦਾ ਹੋਇਆ, ਭਾਈ ਨੰਦ ਲਾਲ ਜੀ ਦੀ ਰਚਨਾ ਨੂੰ ਪੜ੍ਹੋ, ਇਹਦੇ ਅਰਥਾਂ ਨੂੰ ਵਿਚਾਰੋ, ਤੇ ਗੁਰੂ ਦੇ ਪ੍ਰੇਮ ਦੇ ਵਿੱਚ ਤੁਸੀਂ ਓਤ ਪੋਤ ਹੋ ਜਾਓਗੇ। ਓਤ ਪੋਤ ਸਾਗਰ ਬੂੰਦੇਰੋ। ਤੁਸੀਂ ਗੁਰੂ ਦੀ ਪ੍ਰੇਮ ਦੀ ਉਸ ਮਹਾਨ ਬ੍ਰਹਿਮੰਡੀ ਸ਼ਕਤੀ ਦੇ ਵਿੱਚ ਇੱਕਮਿਕ ਹੋ ਜਾਓਗੇ। ਗੁਰੂ ਕੇ ਪ੍ਰੇਮ ਦੇ ਸਾਗਰ ਦੇ ਵਿੱਚ ਤੁਸੀਂ ਲੀਨ ਹੋ ਜਾਓਗੇ। ਤੇ ਮਹਾਰਾਜ ਜੀ ਨੇ ਬਚਨ ਕੀਤਾ, ਭਾਈ ਨੰਦ ਲਾਲ ਦੀ ਰਚਨਾ ਨੂੰ ਹਰ ਸਿੱਖ ਪੜ੍ਹੇ। ਇਹ ਗੁਰੂ ਮਹਾਰਾਜ ਦਾ ਹੁਕਮ ਹੈ। ਤੇ ਆਪ ਜੀ ਸੰਗਤ ਕਿਰਪਾ ਕਰਿਓ, ਫਿਰ ਆਪਾਂ ਆਉਣ ਵਾਲੇ ਸਮੇਂ ਦੇ ਵਿੱਚ ਜੇਕਰ ਸਵਾਸ ਰਹੇ ਤੇ ਭਾਈ ਨੰਦ ਲਾਲ ਜੀ ਦੀ ਜੋ ਵਿਆਖਿਆ ਹੈ ਨਾ ਜੀ ਗਜ਼ਲਾਂ ਦੀ, ਤੇ ਜੋ ਗੰਜਨਾਮੇ ਦੀ, ਬੰਦਗੀਨਾਮੇ ਦੀ, ਉਹ ਆਪਾਂ ਸਾਰੀ ਆਪਸ ਵਿੱਚ ਵਿਚਾਰਾਂਗੇ
ਤੇ ਇਹ ਇਸ ਕਰਕੇ ਬਹੁਤੀ ਵਿਚਾਰੀ ਨਹੀਂ ਜਾਂਦੀ ਕਿਉਂਕਿ ਇਹ ਪਰਸ਼ੀਅਨ ਵਿੱਚ ਹੈ, ਫਾਰਸੀ ਵਿੱਚ ਹੈ। ਤੇ ਆਪ ਜੀ ਨੂੰ ਪਤਾ ਹੋਏਗਾ ਜਿਸ ਕਥਾਵਾਚਕ ਨੂੰ ਫਾਰਸੀ, ਅਰਬੀ, ਉਰਦੂ ਜਾਂ ਫਿਰ ਬ੍ਰਿਜ ਭਾਸ਼ਾ, ਸੰਸਕ੍ਰਿਤ, ਘੱਟੋ ਘੱਟ 10 ਭਾਸ਼ਾਵਾਂ ਦਾ ਗਿਆਨ ਨਾ ਹੋਵੇ, ਉਸ ਨੂੰ ਆਗਿਆ ਨਹੀਂ ਕਿ ਉਹ ਕਥਾ ਕਰ ਸਕੇ। ਕਥਾ ਕਰਨ ਦੀ ਆਗਿਆ ਨਹੀਂ ਉਹਨਾਂ ਨੂੰ। ਗੁਰੂ ਮਹਾਰਾਜ ਜੀ ਦੀ ਹਜ਼ੂਰੀ ਦੇ ਵਿੱਚ ਪਹੁੰਚ ਕੇ ਸਿਫਤ ਸਲਾਹ ਅਸੀਂ ਉਵੇਂ ਕਰ ਸਕਦੇ ਹਾਂ, ਸੰਗਤੀ ਰੂਪ ਦੇ ਵਿੱਚ, ਸਿਮਰਨ ਦੇ ਰੂਪ ਦੇ ਵਿੱਚ, ਕਿਉਂਕਿ ਮਹਾਰਾਜ ਜੀ ਦਾ ਹੁਕਮ ਹੈ ਕਿ ਭਾਈ ਕਥਾ ਉਹ ਕਰ ਸਕਦਾ ਹੈ, ਪ੍ਰਚਾਰ ਉਹ ਕਰ ਸਕਦਾ ਹੈ ਜਿਸ ਨੇ ਅੰਦਰ ਨੂੰ ਜਿੱਤ ਲਿਆ ਤੇ ਗੁਰੂ ਦੀ ਆਗਿਆ ਦੇ ਅਨੁਸਾਰ ਉਸਨੇ ਕਈ ਭਾਸ਼ਾਵਾਂ ਦਾ ਗਿਆਨ ਹਾਸਲ ਕਰ ਲਿਆ ਤੇ ਹੁਣ ਉਹ ਗਿਆਨ ਵੰਡੇ ਵੀ ਤੇ ਪ੍ਰਚਾਰ ਕਰੇ ਵੀ। ਦੇਖੋ ਅਸੀਂ ਇੱਕ ਸੰਸਾਰੀ ਕੋਈ ਪੋਸਟ ਦੇਖ ਲਈਏ ਨਾ, ਚਲੋ ਮੰਨ ਲਓ ਵੀ ਅਸੀਂ IAS ਆਫੀਸਰ ਬਣਨਾ ਹੈ ਜਾਂ ਫਿਰ IPS ਆਫੀਸਰ ਬਣਨਾ ਹੈ, ਸਾਡੇ ਵਾਸਤੇ ਬਹੁਤ ਵੱਡੀ ਪੋਸਟ ਹੈ। ਤੇ ਉਹਦੇ ਵਾਸਤੇ ਵੇਖੋ ਕਿੰਨੀ ਕੋਚਿੰਗ ਲਈ ਜਾਂਦੀ, ਕਿੰਨੀ ਟ੍ਰੇਨਿੰਗ ਲਈ ਜਾਂਦੀ, ਕਿੰਨਾ ਸਰੀਰ ਨੂੰ ਸਾਧਿਆ ਜਾਂਦਾ, ਦਿਮਾਗ ਨੂੰ ਸਾਧਿਆ ਜਾਂਦਾ, ਫਿਰ ਜਾ ਕੇ ਬੰਦੇ ਦੇ ਕੋਲੋਂ ਪੋਸਟ ਆਉਂਦੀ। ਤੇ ਹੁਣ ਗੁਰੂ ਮਹਾਰਾਜ ਜੀ ਦੀ ਹਜ਼ੂਰੀ ਵਿੱਚ, ਗੁਰੂ ਮਹਾਰਾਜ ਜੀ ਦੀ ਗੋਦ ਵਿੱਚ ਬੈਠ ਕੇ ਪ੍ਰਚਾਰ ਕਰਨਾ ਹੋਵੇ, ਦੱਸੋ ਕਿੰਨੀ ਸਾਧਨਾ ਚਾਹੀਦੀ, ਕਿੰਨੀ ਟ੍ਰੇਨਿੰਗ ਚਾਹੀਦੀ, ਕਿੰਨੀ ਕੋਚਿੰਗ ਚਾਹੀਦੀ, ਕਿੰਨਾ ਅਭਿਆਸ ਚਾਹੀਦਾ ਸਿਮਰਨ ਦਾ, ਫਿਰ ਜਾ ਕੇ ਗੁਰੂ ਮਹਾਰਾਜ ਦੀ ਹਜ਼ੂਰੀ ਵਿੱਚ ਅਸੀਂ ਇਸ ਜ਼ਿੰਮੇਵਾਰੀ ਨੂੰ ਨਿਭਾ ਸਕਦੇ ਹਾਂ। ਪਰ ਹੁਣ ਤਾਂ ਕੋਈ 5-7 ਸਾਖੀਆਂ ਸੁਣਦਾ ਤੇ ਨਾਲ ਹੀ ਉਹ ਪ੍ਰਚਾਰ ਸ਼ੁਰੂ ਕਰ ਦਿੰਦਾ। ਉਹਦਾ ਰਿਜ਼ਲਟ, ਉਹਦਾ ਸਿੱਟਾ ਇਹ ਨਿਕਲਿਆ ਕਿ ਸਾਨੂੰ ਭੋਲੀ ਸੰਗਤ ਨੂੰ ਕੁਰਾਹੇ ਪਾ ਦਿੱਤਾ ਗਿਆ, ਕਿਉਂਕਿ ਉਹ ਖੁਦ ਵੀ ਰੂਹਾਨੀਅਤ ਤੋਂ ਹੀਣੇ ਸਨ ਤੇ ਦੂਜਿਆਂ ਨੂੰ ਰੂਹਾਨੀਅਤ ਤੋਂ ਹੀਣੇ ਕਰ ਦਿੱਤਾ। ਜਿਸ ਵੇਲੇ ਅਸੀਂ ਇਹ ਸੁਣਦੇ ਹਾਂ ਨਾ ਕਿ ਸੰਤ ਬਾਬਾ ਅਤਰ ਸਿੰਘ ਜੀ ਨੇ ਪ੍ਰਚਾਰ ਕੀਤਾ, ਬਾਬਾ ਈਸ਼ਰ ਸਿੰਘ ਜੀ ਨੇ ਪ੍ਰਚਾਰ ਕੀਤਾ, ਸੰਤ ਬਾਬਾ ਸੁੰਦਰ ਸਿੰਘ ਜੀ ਭਿੰਡਰਾਂ ਵਾਲਿਆਂ ਨੇ, ਸੰਤ ਬਾਬਾ ਗੁਰਬਚਨ ਸਿੰਘ ਜੀ ਭਿੰਡਰਾਂ ਵਾਲਿਆਂ ਨੇ, ਸੰਤ ਬਾਬਾ ਕਰਤਾਰ ਸਿੰਘ ਜੀ, ਸੰਤ ਬਾਬਾ ਜਰਨੈਲ ਸਿੰਘ ਜੀ ਨੇ ਪ੍ਰਚਾਰ ਕੀਤਾ। ਤੇ ਇਹ ਉਹ ਇਲਾਹੀ ਸ਼ਖਸੀਅਤਾਂ ਜੋ ਰੱਬੀ ਘਰ ਤੋਂ, ਰੱਬੀ ਦਰਗਾਹ ਤੋਂ ਨਵਾਜੀਆਂ ਹੋਈਆਂ ਨੇ, ਇਹਨਾਂ ਨੂੰ ਫੱਬਦਾ। ਹੁਣ ਮੇਰੇ ਵਰਗਾ ਜਣਾ ਖਣਾ ਉੱਠ ਕੇ ਕਹੇ ਜੀ ਮੈਂ ਪੜ੍ਹਾਈ ਬੜੀ ਕੀਤੀ ਸੰਸਾਰੀ, ਮੈਂ ਕਿਤਾਬਾਂ ਬਹੁਤ ਪੜ੍ਹੀਆਂ, ਮਹਾਰਾਜ ਜੀ ਕਹਿੰਦੇ ਨੇ ਕਿ ਸਿਰ ਕੇ ਲੇਖ ਨਾ ਪੜ੍ਹਿਆ ਇਆਂ ਨਾ। ਤੂੰ ਆਪਣੇ ਅੰਦਰ ਨੂੰ ਪੜ੍ਹਿਆ, ਤੂੰ ਆਪਣੇ ਅੰਦਰ ਯਾਤਰਾ ਕੀਤੀ, ਤੂੰ ਆਪਣੇ ਅੰਦਰ ਦਾ ਮਾਰਗ ਦੇਖਿਆ, ਤੂੰ ਆਪਣੇ ਅੰਦਰੋਂ ਪ੍ਰਕਾਸ਼ ਦੇਖਿਆ, ਤੂੰ ਆਪਣੇ ਅੰਦਰੋਂ ਗੁਰੂ ਕੇ ਸ਼ਬਦ ਦਾ ਜਲਾਉ ਦੇਖਿਆ, ਤੂੰ ਆਪਣੇ ਅੰਦਰੋਂ ਮੰਡਲਾਂ ਨੂੰ ਸਰ ਕੀਤਾ? ਨਹੀਂ ਕੀਤਾ, ਤੈਨੂੰ ਕੋਈ ਹੱਕ ਨਹੀਂ ਤੂੰ ਗੁਰੂ ਦੀ ਹਜ਼ੂਰੀ ਵਿੱਚ ਬੈਠ ਕੇ ਤੇ ਤੂੰ ਇਹ ਲੇਬਲ ਲਾ ਸਕੇ ਕਥਾਵਾਚਕ ਦਾ, ਪ੍ਰਚਾਰਕ ਦਾ, ਜਾਂ ਫਿਰ ਗੁਰੂ ਮਹਾਰਾਜ ਜੀ ਦੀ ਹਜ਼ੂਰੀ ਵਿੱਚ ਬੈਠ ਕੇ ਤੇ ਵਿਆਖਿਆਕਾਰ ਦਾ। ਸੱਚੇ ਪਾਤਸ਼ਾਹ ਕਿਰਪਾ ਕਰਨ ਜੀ। ਆਓ ਕੁਝ ਕੁ ਸਮੇਂ ਵਾਸਤੇ ਅਸੀਂ ਮਹਾਰਾਜ ਦੀ ਹਜ਼ੂਰੀ ਦੇ ਵਿੱਚ ਸੁਰਤ ਜੋੜ ਕੇ ਆਪਣੀ ਸੁਰਤ ਨੂੰ ਜੋੜ ਲਿਆ ਕਰੀਏ। ਇੰਝ ਮਹਿਸੂਸ ਕਰਿਆ ਕਰੀਏ, ਮਤ ਸੋਚਿਆ ਕਰੋ ਕਿ ਗੁਰਪ੍ਰੀਤ ਸਿੰਘ ਕਥਾ ਕਰ ਰਿਹਾ ਹੈ, ਗੁਰੂ ਮਹਾਰਾਜ ਜੀ ਵਰਤ ਰਹੇ ਹੁੰਦੇ ਨੇ, ਗੁਰੂ ਮਹਾਰਾਜ ਜੀ ਬੋਲਦੇ ਨੇ। ਕੋਈ ਗੁਰਪ੍ਰੀਤ ਵਰਗਾ ਕੋਈ ਜਿਹੜਾ ਸ਼ਖਸ ਨਾ ਤੇ ਪੈਦਾ ਹੋਇਆ, ਨਾ ਹੋਇਆ ਸੀ, ਨਾ ਹੈ ਤੇ ਨਾ ਹੀ ਹੋਏਗਾ। ਅਸਲ ਵਿੱਚ ਜੋ ਸਾਨੂੰ ਸ੍ਰਿਸ਼ਟੀ ਦਿਸ ਰਹੀ ਆ, ਇਹ ਕਦੀ ਪੈਦਾ ਹੋਈ ਹੀ ਨਹੀਂ। ਜੋ ਸਾਨੂੰ ਦਿਸ ਰਿਹਾ ਆ, ਜਦੋਂ ਸੁਰਤ ਉਚੇਰੀ ਹੁੰਦੀ ਹੈ ਤੇ ਇੰਜ ਲੱਗਦਾ ਹੈ ਕਿ ਸਭ ਕੁਝ ਟਿਕਿਆ ਹੋਇਆ ਹੈ, ਸਭ ਕੁਝ ਹੀ ਸਟੇਬਲ ਆ, ਸਭ ਕੁਝ ਹੀ ਪ੍ਰਕਾਸ਼ਮਾਨ ਆ, ਕੋਈ ਗਤੀਸ਼ੀਲਤਾ ਵਾਲੀ ਕੋਈ ਬਾਤ ਨਹੀਂ ਹੈ। ਅਸਲ ਵਿੱਚ ਇਹ ਸ੍ਰਿਸ਼ਟੀ ਪੈਦਾ ਹੋਈ ਹੀ ਨਹੀਂ। ਇਹ ਸ੍ਰਿਸ਼ਟੀ ਦੇ ਵਿੱਚ ਜੋ ਹਲਚਲ ਹੈ ਉਹ ਸਿਰਫ ਪਰਮੇਸ਼ਵਰ ਦੇ ਨਾਮ ਦੀ ਹੀ ਰਹਿ ਜਾਂਦੀ ਹੈ। ਹੁਣ ਆਪ ਜੀ ਕਹੋਗੇ ਸ੍ਰਿਸ਼ਟੀ ਪੈਦਾ ਨਹੀਂ ਹੋਈ ਤੇ ਇਹ ਕੀ ਹੈ? ਫਿਰ ਸਾਰੀ ਸ੍ਰਿਸ਼ਟੀ ਕਲਗੀਧਰ ਪਾਤਸ਼ਾਹ ਜੀ ਦਾ ਚਿੱਤਰ ਬਣ ਜਾਂਦੀ ਹੈ। ਐਸਾ ਸਮਾਂ ਆਉਂਦਾ ਹੈ, ਕਲਗੀਧਰ ਪਾਤਸ਼ਾਹ ਦਾ ਸਵਰੂਪ ਬਣ ਜਾਂਦੀ ਹੈ, ਗੁਰੂ ਦਾ ਚਿੱਤਰ ਬਣ ਜਾਂਦੀ ਹੈ ਸਾਰੀ ਸ੍ਰਿਸ਼ਟੀ। ਸਾਰੀ ਸ੍ਰਿਸ਼ਟੀ ਗੁਰਦੁਆਰਾ ਸਾਹਿਬ ਬਣ ਜਾਂਦੀ ਹੈ। ਸਾਰੀ ਸ੍ਰਿਸ਼ਟੀ ਕੀ ਬਣ ਜਾਂਦੀ ਹੈ? ਇਹੋ ਜੱਗ ਸੱਚਾ ਕੀ ਹੈ ਕੋਠੜੀ, ਸੱਚੇ ਕਾ ਵਿਸ਼ਵਾਸ। ਇਹ ਫਿਰ ਸਾਰੀ ਸ੍ਰਿਸ਼ਟੀ 'ਚ ਪ੍ਰਕਾਸ਼ ਹੀ ਦਿਸਦਾ ਹੈ। ਅਸਲ ਵਿੱਚ ਐਗਜ਼ਿਸਟ ਹੀ ਨਹੀਂ ਕਰਦੀ ਇਸ ਸੰਸਾਰ ਵਿੱਚ। ਜੋ ਸਾਨੂੰ ਦਿਸ ਰਿਹਾ ਹੈ ਨਾ, ਜੋ ਅਸੀਂ ਆਪਣੇ ਆਪ ਬਾਰੇ ਸੋਚ ਰਹੇ ਹਾਂ, ਪਹਿਲਾਂ ਕੀ ਸੀ, ਫਿਊਚਰ ਬਾਰੇ ਸੋਚ ਰਹੇ, ਐਗਜ਼ਿਸਟ ਹੀ ਨਹੀਂ ਕਰਦਾ। ਸਿਰਫ ਇੱਕ ਹੀ ਚੀਜ਼ ਧਰਤੀ 'ਤੇ ਟਿਕੀ ਹੋਈ ਆ, ਉਹ ਹੈ ਪਰਮੇਸ਼ਵਰ ਦਾ ਨਾਮ। ਆਦਿ ਸੱਚ ਜੁਗਾਦ ਸੱਚ
ਹੈ ਭੀ ਸੱਚ, ਨਾਨਕ ਹੋਸੀ ਭੀ ਸੱਚ। ਉਹ ਸੀ ਹੈ ਤੇ ਰਹੇਗਾ। ਇਸ ਕਰਕੇ ਸਾਡਾ ਮੂਲ ਮਕਸਦ ਉਹਦੇ ਤੱਕ ਪਹੁੰਚਣਾ ਜੋ ਪਹਿਲਾਂ ਹੀ ਸਾਡੇ ਕੋਲ ਹੈ। ਫਿਰ ਬਾਅਦ ਵਿੱਚ ਇਹ ਸਾਰੇ ਸ਼ਬਦਾਂ ਦੀ ਸਮਝ ਲੱਗੇਗੀ। ਹੁਣ ਦਾਸ ਨੇ ਬੇਨਤੀ ਕੀਤੀ ਨਾ ਕਿ ਸ੍ਰਿਸ਼ਟੀ ਐਗਜ਼ਿਸਟ ਹੀ ਨਹੀਂ ਕਰਦੀ, ਤੇ ਆਪ ਜੀ ਤਰਕ ਪੈਦਾ ਕਰ ਸਕਦੇ ਹੋ। ਤੇ ਮਹਾਰਾਜ ਨੇ ਤੇ ਗੁਰਬਾਣੀ 'ਚ ਕਈ ਥਾਂ 'ਤੇ ਲਿਖਿਆ ਹੋਇਆ। ਤੇ ਦਾਸ ਬੇਨਤੀ ਕਰੇ ਜੀ, ਕਈ ਥਾਂ ਉੱਤੇ ਮਹਾਰਾਜ ਜੀ ਨੇ ਵੀ ਬਚਨ ਕੀਤੇ, ਕਿਉਂਕਿ ਕੰਸੈਪਟ ਵਾਈਜ਼ ਵੇਖਾਂਗੇ ਨਾ ਫਿਰ ਪਤਾ ਲੱਗੇਗਾ। ਜਦੋਂ ਅਸੀਂ ਅਵਸਥਾ ਬਹੁਤ ਉਚੇਰੀ ਲੈ ਜਾਂਦੇ ਹਾਂ, ਮਹਾਰਾਜ ਜੀ ਬਖਸ਼ ਦਿੰਦੇ ਨੇ, ਕਿਰਪਾ ਕਰ ਦਿੰਦੇ ਨੇ, ਫਿਰ ਇਹ ਸ਼ਬਦਾਂ ਦੀ ਸਮਝ ਲੱਗੇਗੀ, ਅਦਰਵਾਈਜ਼ ਸਮਝ ਨਹੀਂ ਲੱਗੇਗੀ। ਬਾਣੀ ਵਿੱਚ ਮਹਾਰਾਜ ਜੀ ਨੇ ਕਹਿ ਦਿੱਤਾ ਨਾ ਕਿ ਸ੍ਰਿਸ਼ਟੀ ਵਿੱਚ ਹੈ ਹੀ ਰੱਬ, ਰੱਬ ਤੋਂ ਬਿਨਾਂ ਹੈ ਹੀ ਕੁਝ ਨਹੀਂ। ਦੇਖੋ ਆਪਾਂ ਬਚਨ ਪੜ੍ਹਦੇ ਹਾਂ ਨਾ ਕਿ ਸਭੈ ਘਟ ਰਾਮ ਬੋਲੇ, ਰਾਮਾ ਬੋਲੇ ਰਾਮ ਬਿਨਾ ਕੋ ਬੋਲੇ ਰੇ। ਹੁਣ ਕਹਿ ਰਹੇ ਨੇ ਰੱਬ ਤੋਂ ਬਿਨਾਂ ਕੋਈ ਬੋਲਦਾ ਹੀ ਨਹੀਂ। ਹੁਣ ਅਸੀਂ ਕਹਿ ਸਕਦੇ ਹਾਂ ਹੁਣੇ ਗਾਂ ਬੋਲੀ, ਹੁਣੇ ਮੱਝ ਬੋਲੀ, ਹੁਣੇ ਚਿੜੀ ਬੋਲੀ, ਹੁਣੇ ਕੁੱਤਾ ਬੋਲਿਆ, ਹੁਣੇ ਹਾਥੀ ਬੋਲਿਆ, ਹੁਣੇ ਸ਼ੇਰ ਬੋਲਿਆ, ਹੁਣ ਅਸੀਂ ਬੋਲੇ, ਸਾਡੇ ਬੱਚੇ ਬੋਲੇ, ਸਾਡੀ ਮਾਂ ਬੋਲੀ, ਸਾਡੀ ਭੈਣ ਬੋਲੀ। ਪਰ ਜਿਸ ਅਵਸਥਾ ਤੇ ਪਹੁੰਚ ਕੇ ਭਗਤ ਨਾਮਦੇਵ ਜੀ ਕਹਿ ਰਹੇ ਨੇ, ਉੱਥੇ ਪਹੁੰਚ ਕੇ ਵਾਕਈ ਸਾਨੂੰ ਸਾਰੀ ਸ੍ਰਿਸ਼ਟੀ ਇੱਕ ਸੁਰ ਮਹਿਸੂਸ ਹੁੰਦੀ ਹੈ। ਸਾਰੇ ਇੱਕੋ ਹੀ ਆਵਾਜ਼ ਵਿੱਚ ਸਾਨੂੰ ਸਾਊਂਡ ਸੁਣਦਾ ਹੈ। ਸਾਨੂੰ ਸਿਰਫ ਰੱਬ ਦਾ ਨਾਮ ਸੁਣਦਾ, ਗੁਰੂ ਦਾ ਨਾਮ ਸੁਣਦਾ। ਮਹਾਰਾਜ ਕਿਰਪਾ ਕਰਨ ਸਾਡੇ ਉੱਤੇ ਇਹ ਅਵਸਥਾ ਨਾਜ਼ਲ ਹੋਵੇ ਜੀ। ਆਓ ਕੁਝ ਕੁ ਸਮੇਂ ਵਾਸਤੇ ਮਹਾਰਾਜ ਜੀ ਦੀ ਬਾਣੀ ਦੇ ਵਿੱਚ ਸੁਰਤ ਜੋੜ ਕੇ ਆਓ ਗੁਰੂ ਮੰਤਰ ਦਾ ਅਭਿਆਸ ਕਰੀਏ। ਫਿਰ ਪਰਤ ਕੇ ਅਸੀਂ ਗੁਰੂ ਮਹਾਰਾਜ ਜੀ ਦੀ ਯਾਦ ਵਿੱਚ ਜੁੜੇ ਰਹਿਣਾ ਹੈ। ਸਮੂਹ ਸੰਗਤ ਕਰੋ ਕਿਰਪਾਲਤਾ। ਵਾਹਿਗੁਰੂ 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 ਵਾਹਿਗੁਰੂ। ਭੁੱਲਾਂ ਚੁੱਕਾਂ ਦੀ ਖਿਮਾ ਜੀ। ਸਮੂਹ ਸੰਗਤ ਬਖਸ਼ ਲਿਓ ਜੀ। ਆਓ ਅੰਤਲੀਆਂ ਪੰਕਤੀਆਂ ਪੜ੍ਹਦੇ ਹੋਏ ਸਮਾਪਤੀ ਕਰਨ ਦਾ ਯਤਨ ਕਰੀਏ। ਜੋ ਤਿਸ ਭਾਵੈ ਸੋਈ ਕਰਸੀ, ਫਿਰ ਹੁਕਮ ਨਾ ਕਰਨਾ ਜਾਈ। ਸੋ ਪਾਤ ਸਾਹੋ ਸਹਾ ਪਤ ਸਾਹਿਬ, ਨਾਨਕ ਰਹਿਨ ਰਜਾਈ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।